शुरू करिए गोरकी साहब। हाँ जी सर, हाँ जी करो शुरू जी, टाइम हो गया। हाँ जी हाँ जी हाँ जी। ਤੇ ਆਪਾਂ ਗੌੜੀ ਰਾਗ ਦੇ ਵਿੱਚ ਜਿਹੜੇ ਕਬੀਰ ਜੀ ਦੀ ਬਾਣੀ ਲੈ ਰਹੇ ਹਾਂ। ਗੋਰਕੀ ਸਾਹਿਬ, ਮੈਂ ਤਾਂ ਇਹ ਦੇਖਿਆ ਨਾ, ਕਬੀਰ ਜੀ ਦੀ ਬਾਣੀ ਗੌੜੀ ਰਾਗ ਦੇ ਵਿੱਚ ਤਾਂ ਇਸ ਤਰ੍ਹਾਂ ਗਿਆਨ ਜਿਹੜਾ ਦਿੱਤਾ ਨਾ, ਮੈਂ ਕਹਿੰਦਾ ਕਮਾਲ ਹੋਇਆ ਪਿਆ, ਕਮਾਲ ਹੋਇਆ ਪਿਆ। ਬਸ ਸਾਰਾ ਜਿਹੜਾ ਹੈ ਨਾ ਆਪਣੀ ਯਾਤਰਾ ਦੇ ਵਾਸਤੇ ਬਹੁਤ ਕਮਾਲ ਨਿੱਜਾ ਸਾਹਿਬ ਜਿਹੜੇ ਕਬੀਰ ਜੀ ਹੈ ਨਾ, ਹਾਂਜੀ ਹਾਂਜੀ, ਇਹ ਦੇਖੋ ਪਤਾ ਕੀ ਹੁੰਦਾ, ਭਾਵੇਂ ਕੁਝ ਵੀ ਆਪਾਂ ਕਰ ਲਈਏ ਨਾ, ਜਦ ਤੱਕ ਆਪਣੇ ਪੁਰਾਣੇ ਗ੍ਰੰਥ ਹੈ ਨਾ ਉਹਨਾਂ ਦੇ ਨਾਲ ਸਾਡਾ ਨਾ ਸੰਬੰਧ ਹੋਣਾ ਬੜਾ ਜ਼ਰੂਰੀ ਹੈ। ਕਬੀਰ ਜੀ ਉੱਥੇ ਬੈਠੇ ਨੇ ਕਾਸ਼ੀ ਦੇ ਵਿੱਚ, ਤੇ ਉਹ ਦੇਖੋ ਉਹਨਾਂ ਤੋਂ ਕੋਈ ਗ੍ਰੰਥ ਲੁਕਿਆ ਨਹੀਂ ਆ। ਇੱਕ ਤੇ ਉਹਨਾਂ ਦਾ ਆਪਣਾ ਵੀ ਅਨੁਭਵ ਹੈ, ਪਲੱਸ ਉਹਨਾਂ ਦੇ ਲਾਗੇ ਜਿਹੜਾ ਜਿੱਥੇ ਉਹਨਾਂ ਦੀ ਨਾਲ ਜਿਹੜਾ ਮਤਲਬ ਜਿੱਥੇ ਆਪਾਂ ਫੀਲਡ 'ਚ ਆਪਾਂ ਰਹਿੰਦੇ ਹਾਂ, ਜਿੱਦਾਂ ਆਪਾਂ ਤੁਸੀਂ ਇਕੱਠੇ ਰਹਿੰਦੇ ਹਾਂ, ਤੁਹਾਡੇ ਵਿਚਾਰ ਮੇਰੇ ਵੱਲ ਆਉਂਦੇ, ਮੇਰੇ ਵਿਚਾਰ ਤੁਹਾਡੇ ਵੱਲ ਆਉਂਦੇ। ਗਿਆਨ ਏਦਾਂ ਹੀ ਵੱਧਦਾ, ਗਿਆਨ ਮਗਰੋਂ ਤੇ ਕਿਸ ਹੈ ਤੇ ਪਰਮਾਤਮਾ ਵੱਲੋਂ ਹੀ ਆਇਆ ਵਾ, ਭਾਵੇਂ ਗ੍ਰੰਥਾਂ ਵੇਦਾਂ 'ਚ ਕਹਿ ਲਓ ਜਾਂ ਗ੍ਰੰਥਾਂ ਦੇ ਵਿੱਚ ਵੀ ਕਹਿ ਲਓ। ਨਿੱਜੇ ਸਭ ਜਿੰਨਾ ਵੀ ਗਿਆਨ ਹੈ ਨਾ, ਇਹ ਗਿਆਨ ਜਿਹੜਾ ਹੈ ਤੇ ਪਰਮਾਤਮਾ ਨੇ ਹੀ ਪਾਇਆ। ਬਿਲਕੁਲ ਪਰਮਾਤਮਾ ਨੇ ਪਾਇਆ ਜੀ। ਉਹ ਕਿਸੇ ਸਧਾਰਨ ਬੰਦੇ ਦਾ ਤਾਂ ਕੰਮ ਹੀ ਕੁਛ ਨਹੀਂ ਆ। ਇਹ ਆ ਕਿ ਉੱਥੋਂ ਥੋੜਾ ਜਿਹਾ ਆਪਾਂ ਨੂੰ, ਮੈਂ ਇਹ ਕਹਿ ਸਕਦਾ ਕਿ ਆਈਡੀਆ ਮਿਲ ਜਾਂਦਾ। ਹੁਣ ਉੱਥੇ ਆਈਡੀਆ ਪਤਾ ਕਿੰਨਾ ਕੁ ਆ? ਆਈਡੀਆ ਇੰਨਾ ਕਿ ਇਹ ਪੈਲੀ ਦੇ ਵਿੱਚ ਹੀਰੇ ਹੈਗੇ ਆ ਜਾਂ ਸੋਨੇ ਦੀ ਕੋਈ ਦੇਗ ਦੱਬੀ ਆ, ਪਰ ਲੱਭਣੀ ਇਹੀ ਆ। ਬਿਲਕੁਲ ਸਹੀ ਗੱਲ ਹੈ। ਹਾਂ, ਹੁਣ ਦੱਸੂਗਾ ਤੇ ਕੋਈ ਨਿੱਜਾ ਸਾਹਿਬ ਤਾਂ ਹੀ ਲੱਭਾਂਗੇ। ਹੁਣ ਇੱਥੇ ਮੇਰੇ ਘਰ 'ਚ ਮੈਂ 100 ਸਾਲ ਰਹੀ ਜਾਵਾਂ, ਮੈਨੂੰ ਕਿੱਥੇ ਤੇ ਕੀ ਨੱਪਿਆ? ਬਿਲਕੁਲ ਸਹੀ ਗੱਲ ਹੈ। ਹੁਣ ਤੁਸੀਂ ਮੈਨੂੰ ਕਹੋ ਕਿ ਚਰਨਜੀਤ ਤੇ ਜਿਹੜਾ ਘਰ ਆ ਬੜਾ ਪੁਰਾਣਾ ਹੀ, ਤੇ ਇੱਥੇ ਮੈਂ ਸੁਣਿਆ ਸੀ ਇੱਥੇ ਕੋਈ ਚੀਜ਼ ਨੱਪੀ ਹੈ। ਹੁਣ ਜਦੋਂ ਤੁਹਾਡੇ ਤੋਂ ਮੈਨੂੰ ਇਨਫੋਰਮੇਸ਼ਨ ਮਿਲੀ, ਉਸ ਤੋਂ ਬਾਅਦ ਮੇਰੇ ਮਨ 'ਚ ਇੱਛਾ ਚਾਹ ਪ੍ਰਗਟ ਹੋ ਗਈ ਕਿ ਦੋਨੋਂ ਚੀਜ਼ ਲੱਭੀ ਜਾਵੇ। ਇਸੇ ਤਰ੍ਹਾਂ ਗ੍ਰੰਥ ਵੀ ਜਿਹੜੇ ਸਾਨੂੰ ਇਹੋ ਹੀ ਸਮਝਾ ਰਹੇ ਨੇ ਕਿ ਤੁਸੀਂ ਇੱਕ ਸਧਾਰਨ ਜੀਵਨ ਬਤੀਤ ਕਰ ਰਹੇ ਜੋ, ਇੱਕ ਟੌਪ ਦਾ ਜੀਵਨ ਜਿਹੜਾ ਹੈਗਾ, ਜਿਹਨੂੰ ਅਨਮਨੀ ਅਵਸਥਾ ਕਹਿੰਦੇ ਆ, ਮਨ ਤੋਂ ਬਿਨਾਂ ਆਤਮਾ ਤੱਤ ਕਿਤੇ ਲੀਨ ਹੋਣ ਦੇ ਲਈ ਆਪਾਂ ਸਾਰੀ ਸਾਧਨਾ ਕਰ ਰਹੇ ਹਾਂ। ਹੁਣ ਨਿੱਜਾ ਸਾਹਿਬ, ਇੱਕ ਮੈਂ ਛੋਟਾ ਜਿਹਾ ਨਾ, ਕੱਲ ਦੀ ਮੈਂ ਛੋਟੀ ਜਿਹੀ ਗੱਲ ਸੁਣਾਉਣਾ ਤੁਹਾਨੂੰ, ਬੜੀ ਸ਼ਾਨਦਾਰ ਗੱਲ। ਹਾਂਜੀ ਹਾਂਜੀ। ਮੈਂ ਅੱਜ ਨਾ ਸਵੇਰੇ ਵਾਕ ਕਰਨ ਗਿਆ। ਹਾਂਜੀ। ਇੱਥੇ 500 ਮੀਟਰ ਦੂਰ ਨਾ ਇੱਕ ਸਾਡਾ ਘਰ ਆ। ਹਾਂਜੀ। ਸਭ ਤੋਂ ਪਹਿਲਾਂ ਪੁਰਾਣਾ ਘਰ ਸੀ, ਵੱਡਾ ਘਰ ਸੀ, ਉਹਨੂੰ ਵੇਚ ਕੇ ਨਿੱਕਾ ਜਿਹਾ ਘਰ ਲਿਆ ਸੀ। ਇੱਥੇ ਵਾਹਵਾ ਪੈਸੇ ਹੀ ਲਾਏ। ਤੇ ਆਪ ਜਸਟ ਸੋਚੋ ਕਿ ਸਾਧਨਾ ਦੇ ਨਾਲ ਮੇਰੇ ਜੀਵਨ 'ਚ ਕੀ ਫਰਕ ਪਿਆ। ਆਪ ਜਸਟ ਸੋਚ ਕੇ ਹੈਰਾਨ ਹੋਵੋਗੇ। ਉੱਥੇ ਸਾਲ 1.5 ਸਾਲ ਰਹੇ ਸੀ। ਹਾਂਜੀ। ਉਹ ਮਕਾਨ ਨਾ ਹੀ ਬੜਾ ਵਧੀਆ ਬਣਾਇਆ, ਮਤਲਬ ਛੋਟਾ ਜਿਹਾ ਮਕਾਨ ਸੀ, 100 ਗਜ ਦਾ ਲਾ ਲਓ, 100 ਗਜ ਦਾ, ਬਾਕੀ 30 ਦਾ ਮਕਾਨ, ਡਬਲ ਸਟੋਰੀ ਬਣਾਇਆ, ਬੜਾ ਸੋਹਣਾ ਮੇਮ ਦੇ ਬੱਚੇ ਵਰਗਾ ਮਕਾਨ ਬਣਾਇਆ। ਤੇ ਮੇਰੇ ਮਨ 'ਚ ਮੈਂ ਅੱਜ ਲੱਗ ਹੀ ਲੰਘਿਆ ਤੇ ਮੇਰੇ ਮਨ 'ਚ ਆਇਆ ਕਿ ਖਿਆਲ ਨਹੀਂ ਸੀ ਕਿ ਸਾਡਾ ਮਕਾਨ ਹੈ। ਅਬ ਜਸਟ ਸੋਚੋ ਕੋਈ ਚੀਜ਼ ਛੁੱਟ ਗਈ ਮਗਰੋਂ ਹੀ। ਬਿਲਕੁਲ। ਮੈਂ ਫਿਰ ਇੱਕ ਮਿੰਟ ਧਿਆਨ ਨਾਲ ਵੇਖਿਆ, ਹਾਂ ਮੈਂ ਇਹ ਮਕਾਨ ਤੇ ਸਾਡਾ ਹੀ ਆ, ਪਰ ਕਿਤੇ ਮਨ 'ਚ ਵਿਚਾਰ ਨਹੀਂ ਆਇਆ। ਨਹੀਂ ਤੇ ਨਾਰਮਲੀ ਤੁਹਾਨੂੰ ਪਤਾ ਕਿ ਜਿਹੜੀ ਚੀਜ਼ ਨਾਲ ਆਪਣਾ ਸੰਬੰਧ ਜੁੜ ਜਾਂਦਾ, ਉੱਥੇ ਛੁੱਟਣਾ ਕਿੰਨਾ ਔਖਾ। ਬਿਲਕੁਲ ਸਹੀ ਗੱਲ ਹੈ। ਉਹ ਚੀਜ਼ ਤੇ ਜਿੱਥੇ ਖਾਸ ਕਰਕੇ ਤੁਸੀਂ ਰਹੇ ਹੋ, ਘਰ ਹੋਏ ਜਾਂ ਕੋਈ ਇਨਸਾਨ ਹੋਵੇ ਜਾਂ ਕੋਈ ਵੀ ਚੀਜ਼ ਹੋਵੇ, ਪਰ ਮੈਂ ਇਹ ਮਹਿਸੂਸ ਕਰਦਾ ਕਿ ਸਾਧਨਾ ਕੀ ਕਰਦੀ ਆ, ਭੂਤਕਾਲ ਦੇ ਨਾਲੋਂ ਤੁਹਾਨੂੰ ਡਿਸਕਨੈਕਟ ਕਰ ਦਿੰਦੀ। ਬਿਲਕੁਲ ਡਿਸਕਨੈਕਟ ਕਰ ਦਿੰਦੀ। ਬਿਲਕੁਲ ਸਹੀ। ਤੁਸੀਂ ਵੀ ਚੀਜ਼ ਨੂੰ ਨੋਟਿਸ ਕੀਤਾ ਹੋਣਾ ਕਿ ਤੁਹਾਨੂੰ ਪੁਰਾਣੀਆਂ ਗੱਲਾਂ ਜ਼ਿਆਦਾ ਯਾਦ ਨਹੀਂ। ਇਹ ਨਹੀਂ ਕਿ ਭੁੱਲ ਗਈਆਂ, ਸੁਰਤ ਨਹੀਂ ਜਾਂਦੀ, ਸੁਰਤ ਜਾਂਦੀ ਨਹੀਂ, ਸੁਰਤ ਜਾਂਦੀ ਨਹੀਂ, ਸੁਰਤ ਟਰੈਵਲ ਨਹੀਂ ਕਰਦੀ ਤੁਹਾਡੀ, ਹਨਾ? ਹਾਂ ਬਿਲਕੁਲ। ਹਾਂ, ਤੇ ਇਹਦੇ ਕਰਕੇ ਹੀ ਤੇ ਇਹ ਜੀਵਨ ਦੇ ਵਿੱਚ ਜਦੋਂ ਆਪਣੀ ਸੁਰਤ ਨਹੀਂ ਟਰੈਵਲ ਕਰਦੀ, ਜੇ ਸਭ ਨਾ ਤੇ ਅੱਗੇ ਜਾਂਦੀ ਨਾ ਪਿੱਛੇ ਜਾਂਦੀ, ਤਾਂ ਹੀ ਉੱਥੇ ਪਰਮ ਆਨੰਦ ਪਰਮ ਸ਼ਾਂਤੀ ਮਿਲਣੀ ਆ। ਤੇ ਜਦੋਂ ਆਪਾਂ ਵਿਚਾਰਾਂ 'ਚ ਜਾਈਏ, ਭਾਵੇਂ ਮੈਂ ਏਸੀ 'ਚ ਬੈਠਾ ਹੋਵਾਂ, ਹੁਣ ਬੀਤੀਆਂ ਗੱਲਾਂ ਦੇ ਵਿੱਚ ਜਦੋਂ ਕੋਈ ਮਾੜੀ ਗੱਲ ਹੋਈ ਹੋਵੇ, ਘਟਨਾ, ਆਪਣਾ ਮਨ ਤੇ ਚਿੰਤਨ ਤੇ ਪੁਰਾਣੀ ਚੀਜ਼ ਦਾ ਹੀ ਕਰਦਾ ਨਾ, ਮਾੜੀ ਚੀਜ਼ ਦਾ ਹੀ ਕਰਦਾ। ਏਸੀ ਦੇ ਵਿੱਚ ਵੀ ਜਿਹੜਾ ਬੁਖਾਰ ਚੜ ਜਾਣਾ, ਹਾਂ, ਤੇ ਉਹ ਵਿੱਚ ਮੇਰੇ ਸਿਰ ਨੂੰ ਬੁਖਾਰ ਚੜਿਆ ਜਾਣਾ, ਭਾਵੇਂ ਮੈਨੂੰ ਕਹੋ ਕਿ ਚਰਨਜੀ ਸ਼ਾਂਤ ਹੋ ਜਾ, ਸ਼ਾਂਤ ਹੋ ਜਾ, ਪਰ ਮੈਂ ਕਿੱਥੋਂ ਸ਼ਾਂਤ ਹੋਗਾ। ਬਿਲਕੁਲ। ਹਾਂਜੀ, ਠੀਕ ਹੈ ਜੀ, ਅੱਜ ਦੀ ਵਿਚਾਰ ਆਪਾਂ ਸ਼ੁਰੂ ਕਰੀਏ। ਹਾਂਜੀ, ਅੱਜ ਜਿਹੜੇ ਹੈਗੇ ਆਪਾਂ 49ਵਾਂ ਸ਼ਬਦ ਜਿਹੜਾ ਹੈਗਾ ਕਬੀਰ ਜੀ ਦਾ ਗੌੜੀ ਰਾਗ ਦੇ ਵਿੱਚ ਲੈ ਰਹੇ ਹਾਂ। ਇਹ ਧਿਆਨ ਸਿਮਰਨ ਦੇ ਬਾਰੇ ਜਿਹੜਾ ਨਾ ਕਬੀਰ ਜੀ ਬਹੁਤ ਉਪਕਾਰ ਕਰ ਰਹੇ। ਕਹਿੰਦੇ, ਗੌੜੀ ਪਾਪ ਪੁੰਨ ਦੋਇ ਬੈਲ ਵਿਸਾਹੇ, ਪਵਨ ਪੂੰਜੀ ਪ੍ਰਗਾਸਿਓ। ਕਹਿੰਦੇ ਤੇਰਾ ਪ੍ਰਗਾਸ ਹੋਇਆ ਭਾਈ ਪਿਆਰਿਆ, ਇਹ ਜਿਹੜਾ ਹੈਗਾ ਸੰਸਾਰ ਦੇ ਵਿੱਚ ਤੂੰ ਆਇਆ ਆ ਤੇ ਮਨੁੱਖੀ ਜੂਨ ਮਿਲ ਗਈ ਤੈਨੂੰ, ਤੇਰਾ ਪ੍ਰਗਾਸ ਹੋ ਗਿਆ ਸੰਸਾਰ ਦੇ ਵਿੱਚ, ਦੁਨੀਆ ਦੇ ਵਿੱਚ ਆ ਗਿਆ
ਹੈਰਾਨੀ ਨਾਲ ਦੇਖ ਰਿਹਾ ਤੂੰ ਇਹ 'ਚ ਚਿਲਮਿਲ ਵਿਸਿਆਰ ਦੁਨੀਆ ਫਾਨੀ, ਇਹਦੇ ਵਿੱਚ ਤੇਰਾ ਪ੍ਰਗਾਸ ਹੋ ਗਿਆ ਤੇ ਤੇਰੇ ਕੋਲ 2 ਬੈਲ ਹੈਗੇ, ਇੱਕ ਪਾਪ ਕਰਦਾ ਬੈਲ ਐਟ ਏ ਟਾਈਮ ਇੱਕੋ ਹੀ ਚੱਲਦਾ ਬੈਲ, ਜਾਂ ਤਾਂ ਪਾਪ ਵਾਲਾ ਬੈਲ, ਪਾਪ ਪੁੰਨ 2 ਬੈਲ ਵਿਸਾਹੇ, ਇਹ ਬੈਲ ਨਾਲ ਹੀ ਆਏ ਆ ਤੇਰੇ 2 ਬੈਲ, ਇੱਕ ਪਾਪ ਦਾ ਬੈਲ ਹੈ ਤੇ ਇੱਕ ਪੁੰਨ ਦਾ ਬੈਲ ਹੈਗਾ। ਪਾਪ ਪੁੰਨ 2 ਬੈਲ ਵਿਸਾਹੇ, ਪਵਨ ਪੂੰਜੀ ਪ੍ਰਗਾਸਿਓ। ਹੋਰ ਤੇਰੇ ਕੋਲ ਪੂੰਜੀ ਕੀ ਹੈ? ਪ੍ਰਾਣ ਸ਼ਕਤੀ ਪਵਨ, ਇਹ ਸਵਾਸਾਂ ਦੀ ਪੂੰਜੀ ਹੈਗੀ, ਇਹਦੇ ਨਾਲ ਤੇਰਾ ਪ੍ਰਗਾਸ ਹੋਇਆ ਦੁਨੀਆ ਦੇ ਵਿੱਚ। ਤ੍ਰਿਸ਼ਨਾ ਗੁਣ ਭਰੀ ਘਟ ਭੀਤਰ, ਇਨ ਵਿਦ ਟਾਂਡ ਵਿਸਾਹਿਓ। ਟਾਂਡ ਕਹਿੰਦੇ ਆ ਪਾਏ ਜਿਹੜਾ ਹੈਗਾ ਜੋ ਖੱਟੀ ਕਰਨੀ ਆ ਆਪਾਂ ਨੇ, ਟਾਂਡਾ ਕਹਿੰਦੇ। ਤ੍ਰਿਸ਼ਨਾ ਗੁਣ, ਤ੍ਰਿਸ਼ਨਾ ਦੀ ਕਹਿੰਦੇ ਬੋਰੀ ਹੋਰ ਹੈਗੀ ਹੈ ਤੇਰੇ ਕੋਲ, ਉਹ ਵੀ ਤੂੰ ਲੈ ਕੇ ਹੀ ਆਇਆ ਹੈ ਪਿੱਛੋਂ ਹੀ। ਤ੍ਰਿਸ਼ਨਾ ਐਸੀ ਤ੍ਰਿਸ਼ਨਾ ਹੈ, ਤੇਰਾ ਕਾਰਨ ਸ਼ੀਰ ਹੈਗਾ, ਤਰ੍ਹਾਂ ਤਰ੍ਹਾਂ ਦੇ ਸਵਾਦਾਂ ਦੇ ਵਿੱਚ ਤੂੰ ਘੁੰਮਿਆ ਹੈ। ਹਾਂ ਗੋਰਖੀ ਸਾਹਿਬ, ਅੱਛਾ। ਤ੍ਰਿਸ਼ਨਾ ਗੁਣ ਭਰੀ ਘਟ ਪੀਤਰ, ਇਨ ਵਿਦ ਟਾਂਡ ਵਿਸਾਹਿਓ। ਕਹਿੰਦੇ ਇਸ ਤਰ੍ਹਾਂ ਜਿਹੜਾ ਹੈਗਾ, ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਤੂੰ ਜਿਹੜਾ ਇਹ ਵਪਾਰ ਕਰ ਰਿਹਾ ਹੈ ਪਿਆਰਿਆ। ਇਹ ਪਾਪ ਪੁੰਨ ਦੇ ਬੈਲ ਹੈਗੇ ਆ ਤੇਰੇ, ਪੁੰਨ ਵਾਲਾ ਤਾਂ ਘੱਟ ਹੀ ਚੱਲਦਾ ਹੈ ਬੈਲ, ਉਹ ਤਾਂ ਵਿਹਲਾ ਹੀ ਰਹਿੰਦਾ ਹੈ। ਪਾਪ ਵਾਲਾ ਬੈਲ ਜਿਹੜਾ ਬਹੁਤ ਚੱਲਦਾ ਹੈ ਭਾਈ, ਬਹੁਤ ਚੱਲਦਾ ਹੈ। ਤੇ ਸਵਾਸਾਂ ਦੀ ਪੂੰਜੀ ਜਿਹੜੀ ਮਿਲੀ ਹੈ ਤੈਨੂੰ ਇਸ ਤਰੀਕੇ ਦੇ ਨਾਲ, ਇੱਕ ਤ੍ਰਿਸ਼ਨਾ ਹੈਗੀ ਆ, ਉਹ ਬਾਰ-ਬਾਰ ਜਿਹੜੀ ਹੈਗੀ ਉਹ ਪ੍ਰੇਰਿਤ ਕਰਦੀ, ਆ ਵੀ ਚਾਹੀਦਾ, ਆ ਵੀ ਚਾਹੀਦਾ, ਮਨ ਨੂੰ ਜਿਹੜਾ ਹੈਗਾ ਇਸ ਤਰੀਕੇ ਦੇ ਨਾਲ ਪਦਾਰਥਾਂ ਦੇ ਵਿੱਚ ਲਾਈ ਜਾਂਦੀ ਹੈ। ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਇਹ ਵਪਾਰ ਜਿਹੜਾ ਹੈਗਾ, ਇਹ ਖੱਟੀ ਜਿਹੜੀ ਹੈਗੀ ਆ, ਇਹ ਟਾਂਡ ਜਿਹੜਾ ਟਾਂਡਾ ਜਿਹੜਾ ਹੈਗਾ ਵਿਸਾਇਆ। ਇਸ ਤਰ੍ਹਾਂ ਸਵਾਸ ਜਿਹੜੇ ਹੈਗੇ ਆਪਣੀ ਪੂੰਜੀ ਜਿਹੜੀ ਹੈਗੀ ਵਪਾਰ ਕਰ ਰਹੇ ਆ ਦੁਨੀਆ ਦੇ ਵਿੱਚ, ਜਿੱਥੇ ਤੂੰ ਆਇਆ ਹੈ ਵਪਾਰ ਕਰਨ ਵਾਸਤੇ ਪਰਦੇਸ ਦੇ ਵਿੱਚ। ਐਸਾ ਨਾਇਕ ਰਾਮ ਹਮਾਰਾ, ਸਗਲ ਸੰਸਾਰ ਕੀਓ ਬੰਜਾਰਾ ਰਹਾਓ। ਕਹਿੰਦੇ ਤੂੰ ਕੱਲਾ ਨਹੀਂ ਹੈਗਾ, ਸਾਰਾ ਸੰਸਾਰ ਹੀ ਮਾਲਕ ਨੇ ਵਣਜਾਰਾ ਬਣਾਇਆ। ਇਹੋ ਜਿਹਾ ਨਾਇਕ ਹੈਗਾ ਮੇਰਾ ਰਾਮ, ਉਹ ਮਾਲਕ ਪਰਮਾਤਮਾ ਜਿਹਦੀ ਭਗਤੀ ਕਰਨੀ ਆ। ਰਹਾਓ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਸਾਧ ਸੰਗਤ ਜੀ, ਬੜੀ ਸੋਹਣੀ ਵਿਚਾਰ ਚੱਲਣੀ ਅੱਜ, ਔਰ ਕੋਸ਼ਿਸ਼ ਕਰਿਆ ਕਰੋ ਕਿ ਬਹੁਤ ਵਧੀਆ ਮੌਕਾ ਹੈ, ਘੱਟੋ ਘੱਟ ਵੱਧ ਤੋਂ ਵੱਧ ਟਾਈਮ ਲਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਬਾਣੀ 'ਚ ਵੀ ਕਬੀਰ ਜੀ ਨੇ ਕੱਲ ਸਮਝਾਇਆ ਹੈ ਕਿ ਹੁਣ ਇਹ ਨਹੀਂ ਕਿ 200 ਲੀਟਰ ਪਾਣੀ 'ਚ ਚਮਚਾ ਪਾ ਕੇ ਖੰਡ ਤੇ ਕਹਿ ਦੋ ਕੰਮ ਹੋ ਗਿਆ। ਉਹਦੀ ਕੁਆਂਟੀਟੀ ਵਧਾਓ। ਜਿੱਦਾਂ ਆਪਾਂ ਰੋਟੀ ਨਹੀਂ ਆਪਾਂ ਖਾਂਦੇ ਤੇ ਪੇਟ ਭਰ ਜਾਂਦਾ ਨਿੱਜਰ ਸਾਹਿਬ, ਬਿਲਕੁਲ। ਇਹਦਾ ਮਤਲਬ ਤਾਂ ਹੀ ਬਸ ਕਰਦੇ ਆ ਕਿ ਆਪਾਂ ਥੋੜੀ ਜਿਹੀ ਰੋਟੀ ਖਾ ਕੇ ਬੰਦ ਕਰ ਦਿੰਦੇ ਆ, ਨਹੀਂ ਨਾ ਬੰਦ ਕਰਦੇ, ਪਰ ਸਿਮਰਨ 'ਚ ਆਪਾਂ ਏਦਾਂ ਨਹੀਂ ਕਰਦੇ। ਆਪਾਂ ਥੋੜਾ ਜਿਹਾ ਕਰਕੇ ਤੇ ਬਹਿ ਜਾਂਦੇ ਆ, ਅੱਖਾਂ ਖੋਲ੍ਹਣ ਨੂੰ ਫਿਰਦੇ ਆ। ਉਹ ਕਹਿੰਦੇ ਕਿ ਤੁਸੀਂ ਘੱਟੋ ਘੱਟ 1 ਘੰਟਾ 1.5 ਘੰਟਾ ਜਿੰਨਾ ਹੋਵੇ ਵੱਧ ਤੋਂ ਵੱਧ ਲਾਓ। ਅੱਛਾ, ਕੱਲ ਦੀ ਗੱਲ ਚੱਲੀ ਆ ਤੇ ਅੱਜ ਉਹ ਕੀ ਸਾਨੂੰ ਹੋਰ ਚੰਗੇ ਤਰੀਕੇ ਨਾਲ ਸਮਝਾ ਰਹੇ ਨੇ ਕਿ ਜਦੋਂ ਬੰਦਾ ਪੈਦਾ ਹੁੰਦਾ, ਕਹਿੰਦੇ ਪਾਪ ਤੇ ਪੁੰਨ 2 ਬੈਲ ਵਿਸਾਏ, ਪਵਨ ਪੂੰਜੀ ਪ੍ਰਗਾਸਿਓ। ਹਾਂ, ਸਵਾਸਾਂ ਦੀ ਕਹਿੰਦੇ ਪੂੰਜੀ ਹੈਗਾ ਤੁਹਾਡੇ ਕੋਲ। ਸਵਾਸ ਜਿਹੜੇ ਦੇਖੋ, ਹੁਣ ਕੋਈ ਵੀ ਚੀਜ਼ ਆ, ਜਿੱਦਾਂ ਮੇਰੀ ਬੈਂਕ 'ਚ ਪੈਸਾ ਵਾ ਤੇ ਉਹਦੀ ਵਰਤੋਂ ਕਰਨੀ ਆ। ਆਪ ਜਸਟ ਸੋਚੋ ਕਿ ਤੁਹਾਡੇ ਸਵਾਸ ਤੁਹਾਡੀ ਬੈਂਕ ਦੇ ਬਹੁਤ ਕੀਮਤੀ ਪੈਸੇ ਨੇ, ਔਰ ਏਡੀ ਖਤਰਨਾਕ ਬੈਂਕ ਆ, ਤੁਸੀਂ ਵਧਾ ਨਹੀਂ ਸਕਦੇ ਮੁੜ ਕੇ। ਨਾ ਵਧਾ ਵੀ ਨਹੀਂ ਸਕਦੇ। ਔਰ ਦਿਨੇ 24,000 ਸਵਾਸ ਇੱਕ ਦਿਨ ਦੇ ਹੈਗੇ, ਉਹਨਾਂ ਨੂੰ ਖਰਚ ਕੀਤਾ ਨਹੀਂ ਕੀਤਾ ਉਹਨਾਂ ਨੇ ਉੱਡ ਜਾਣਾ ਹੈ ਬਸ। ਆਹੋ, ਬੜੀ ਟ੍ਰਿਕੀ ਗੇਮ ਜੇ, ਇਹ ਵਧਣੀ ਨਹੀਂ ਆ। ਮੁੜ ਕੇ ਤੁਸੀਂ ਦਵਾਈਆਂ ਦੇਣੀਆਂ ਵਾ ਕਿ ਸਾਰਾ ਕੁਛ ਲੈ ਲਓ, ਮੇਰਾ ਪੈਸਾ ਲੈ ਲਓ। ਹੁਣ ਲੋਕੀ ਸਿਹਤ ਖਰਾਬ ਕਰਕੇ ਪੈਸਾ ਕਮਾ ਲੈਂਦੇ ਨੇ, ਫਿਰ ਉਹੀ ਪੈਸਿਆਂ ਦਾ ਬੈਗ ਚੁੱਕੀ ਫਿਰਦੇ ਕਿ ਸਾਡਾ ਸਰੀਰ ਸਹੀ ਕਰੋ। ਆਪ ਜਸਟ ਦੇਖੋ, ਆਪਾਂ ਕੀ ਕਰਦੇ ਆ, ਪੈਸਾ ਕਮਾਉਂਦੇ ਆ ਸੁੱਖ ਦੇ ਲਈ। ਆਪ ਦੇਖੋ, ਬੰਦਿਆ ਜਿਉਂ ਜੰਮਦਾ ਹੈ ਨਾ, ਉਹਦੀ ਕੋਸ਼ਿਸ਼ ਕੀ ਹੈ? ਸੁੱਖ ਦੀ। ਆਪਾਂ ਕੀ ਕਰ ਰਹੇ ਹਾਂ? ਤੁਸੀਂ ਨੋਟਿਸ ਨਹੀਂ ਕੀਤਾ? ਤੁਹਾਡੇ ਜੀਵਨ ਦਾ ਲਕਸ਼ ਕੀ ਹੈ? ਸੁੱਖ। ਆ ਬੱਚੇ ਕਿਉਂ ਪੈਦਾ ਕਰਦੇ ਹਾਂ ਆਪਾਂ? ਸੁੱਖ। ਕੱਲ ਨੂੰ ਵੱਡੇ ਹੋਣਗੇ, ਸਾਨੂੰ ਸਾਂਭਣਗੇ। ਨੋਟਿਸ ਨਹੀਂ ਕੀਤਾ ਤੁਸੀਂ? ਅਸੀਂ ਸੁੱਖ ਪਾਉਣਾ ਚਾਹੁੰਦੇ ਹਾਂ, ਔਰ ਸਾਡੀ ਜਿੰਨੀ ਵੀ ਕੋਸ਼ਿਸ਼ ਆ ਉਹ ਪੈਸਾ ਕਮਾਉਣ ਵਾਸਤੇ ਆ, ਕਿਉਂਕਿ ਸਾਨੂੰ ਪਤਾ ਹੈ ਪੈਸੇ ਦੇ ਨਾਲ ਹੀ ਸੁੱਖ ਮਿਲਣਾ ਹੈ। ਨਿੱਜਰ ਸਾਹਿਬ, ਬਿਲਕੁਲ। ਅਸੀਂ ਇਕੱਠਾ ਕਿਉਂ ਕਰਦੇ ਹਾਂ ਪੈਸਾ? ਸੁੱਖ ਦੇ ਲਈ। ਕਿਉਂਕਿ ਅਸੀਂ ਦੁੱਖ ਤੋਂ ਭੱਜਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ ਸੁੱਖ ਰਵੇ, ਔਰ ਸਾਨੂੰ ਪਤਾ ਹੈ ਕਿ ਜਿਹੜਾ ਇਹ ਪੈਸਾ ਹੈ ਇਹ ਸੁੱਖ ਦਿੰਦਾ ਹੈ, ਸੰਸਾਰਿਕ ਸੁੱਖ। ਜਿਹਦੇ ਕੋਲ ਪੈਸੇ ਹੋਣ ਤੇ ਉਹਨੂੰ ਤੇ ਨਹੀਂ ਪਤਾ ਹੁੰਦਾ, ਪਰ ਜਿਹਦੇ ਕੋਲ ਨਹੀਂ ਹੋਣ ਉਹਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਪੈਸਾ ਕਿੰਨੀ ਪਾਵਰਫੁਲ ਚੀਜ਼ ਹੈ। ਗੋਰਕੀ ਸਾਹਿਬ, ਪੈਸੇ ਨੇ ਸਰੀਰਿਕ ਸੁੱਖ ਹੀ ਦੇਣੇ ਆ, ਔਰ ਸਰੀਰ ਹੀ ਨਹੀਂ ਹੈਗਾ ਤੇ ਸੁੱਖ ਕਿੱਧਰੋਂ ਲੈ ਲਾਂਗੇ ਆਪਾਂ?
ਹਾਂ ਨਿੱਜਰ ਸਾਹਿਬ, ਉਹ ਤੇ ਗੱਲ ਹੈ ਨਾ ਕਿ ਹੁਣ ਇਹ ਆਮ ਬੰਦੇ ਦੀ ਸੋਚ ਤੇ ਇਹੋ ਹੀ ਹੈ ਨਾ ਕਿ ਪੈਸੇ ਨੇ ਸੁੱਖ ਦੇਣਾ। ਬਿਲਕੁਲ। ਹੁਣ ਉਹ ਸੋਚਦਾ ਕੀ ਹੈ, ਦੇਖੋ ਹੁਣ ਆਮ ਤੌਰ ਤੇ ਤੁਸੀਂ ਦੇਖੋਗੇ ਕਿ ਬੰਦਾ ਜਦੋਂ ਹੁਣ ਮੰਨ ਲਓ ਮੇਰਾ ਕੋਈ ਕੰਪੀਟੀਟਰ ਹੈ, ਮੰਨ ਲਓ ਨਿੱਜਰ ਸਾਹਿਬ ਹੀ ਆ, ਨਿੱਜਰ ਸਾਹਿਬ ਮੇਰੀ ਇੱਕ ਫੈਕਟਰੀ ਆ, ਨਿੱਜਰ ਸਾਹਿਬ ਦੀ ਸੇਮ ਫੈਕਟਰੀ ਆ, ਹੁਣ ਮੇਰੇ ਅੰਦਰ ਕੀ ਦਵੈਸ਼ ਆ ਜਾਣਾ ਕਿ ਨਿੱਜਰ ਸਾਹਿਬ ਦੀ ਫੈਕਟਰੀ ਇਹ ਨਾ ਹੋਵੇ ਕਿ ਅੱਗੇ ਲੰਘ ਜੇ ਤੇ ਮੇਰਾ ਸੁੱਖ ਘੱਟ ਜੇ, ਮੇਰੇ ਪੈਸੇ ਘੱਟ ਆਉਣ ਮੁੜ ਕੇ, ਕਿਉਂਕਿ ਕੰਪੀਟੀਟਰ ਹੈ। ਆਪਾਂ ਵੇਖਿਆ ਲੋਕੀ ਬੰਦਿਆਂ ਨੂੰ ਮਾਰ ਦਿੰਦੇ, ਉਹਦੇ ਵਿੱਚ ਕੀ ਆ, ਪੈੜੀਆਂ ਪੁੜੀਆਂ ਦਾ ਕਾਹਦਾ ਮਸਲਾ, ਇਹੋ ਤੇ ਮਸਲਾ ਵਾ ਕਿ ਉਹਦੀ ਜ਼ਮੀਨ ਖੋਲੋ। ਹੁਣ ਦੇਖੋ ਨਿੱਜਰ ਸਾਹਿਬ ਭਰਾ ਨੂੰ ਮਾਰ ਹੀ ਦਿੰਦੇ ਆ ਪੈਸੇ ਲਈ, ਉਹ ਹੈ ਕੀ ਮਗਰ ਪੈਸਾ ਹੀ ਆ, ਜ਼ਮੀਨ, ਉਹਦਾ ਹਿੱਸਾ ਵੀ ਮੈਨੂੰ ਮਿਲ ਜੇ। ਲੋਕੀ ਵੇਖੋ ਚੰਗੇ ਚੰਗੇ ਰਿਸ਼ਤੇ ਹੋਣਗੇ ਤੇ ਮੁੜ ਕੇ ਕਿੱਡੇ ਵੱਡੇ ਦੁਸ਼ਮਣ ਬਣ ਜਾਂਦੇ ਆ। ਕਿਉਂਕਿ ਪੈਸਾ, ਉਹ ਸੋਚਦੇ ਪੈਸਾ ਸੁੱਖ ਦਊਗਾ, ਪਰ ਪੈਸੇ ਸੇ ਸੁੱਖ ਨਹੀਂ ਹੈਗਾ। ਤਾਈਓ ਤੇ ਬਾਣੀ ਕਹਿ ਕੇ ਗਈ ਨਾ, ਸਰਬ ਜਗਤ ਕਾ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋ ਸੁਖੀਆ। ਬਿਲਕੁਲ ਬਿਲਕੁਲ। ਹਾਂ, ਔਰ ਇਹ ਖਾਸ ਕਰਕੇ ਪੈਸੇ 'ਚ ਸੁੱਖ ਨਹੀਂ ਹੈਗਾ। ਪਲੀਜ਼ ਇਹ ਚੀਜ਼ ਨੂੰ ਆਪਾਂ ਅੰਡਰਸਟੈਂਡ ਕਰੀਏ। ਹਾਂ, ਜ਼ਰੂਰਤਾਂ ਪੂਰੀਆਂ ਕਰ ਸਕਦੇ ਹਾਂ, ਪਰ ਇਹ ਨਹੀਂ ਕਿ ਪਾਗਲ ਨਹੀਂ ਹੋਣ ਦੀ ਲੋੜ ਕਿ ਇਹ ਪੈਸੇ 'ਚ ਸੁੱਖ ਹੈਗਾ। ਸੁੱਖ ਤੇ ਆਤਮਿਕ ਹੈ। ਤੁਹਾਡੀ ਸੁਰਤੀ ਜਦੋਂ ਆਤਮਾ 'ਚ ਲੀਨ ਹੋ ਗਈ, ਅਨਮਨੀ ਅਵਸਥਾ ਬਣ ਗਈ, ਫਿਰ ਸਾਧਾਂ ਨੂੰ ਕੀ ਸਵਾਦਾਂ ਨਾਲ। ਬਿਲਕੁਲ। ਅੱਛਾ, ਹੁਣ ਇੱਥੇ ਦੋ ਗੱਲਾਂ ਕਰਦੇ ਨੇ। ਕਹਿੰਦੇ ਜਦੋਂ ਬੰਦਾ ਪੈਦਾ ਹੁੰਦਾ, ਜੀਵ ਪੈਦਾ ਹੁੰਦਾ, ਸਭ ਤੋਂ ਪਹਿਲਾਂ ਤੇ ਕਹਿੰਦੇ ਇੱਕ ਸਵਾਸਾਂ ਦੀ ਲਿਮਟਿਡ ਇੱਕ ਬੈਂਕ ਆ, ਪੂੰਜੀ ਆ। ਜਿੱਦਾਂ ਕਹਿ ਲਓ ਕਿ ਤੁਸੀਂ ਇੱਕ ਭੜੋਲੇ 'ਚ ਤੁਹਾਡੇ ਦਾਣੇ ਪਏ ਆ ਤੇ ਤੁਸੀਂ ਇੱਕ ਦੋ ਮੁੱਠੀਆਂ ਰੋਜ਼ ਦੀਆਂ ਕੱਢਣ ਦੇ, ਪਰ ਉਹ ਭੜੋਲੇ 'ਚ ਕਿੰਨੇ ਦਾਣੇ ਆ ਤੁਹਾਨੂੰ ਵੀ ਨਹੀਂ ਪਤਾ ਤੇ ਨਾ ਮੈਨੂੰ ਪਤਾ। ਬਿਲਕੁਲ। ਪਰਮਾਤਮਾ ਨੂੰ ਪਤਾ ਜੇ, ਉਹ ਪਤਾ ਨਹੀਂ ਕਦੋਂ ਖਾਲੀ ਹੋ ਜਾਣਾ। ਹੁਣ ਰੋਜ਼ ਦਾ ਰੋਜ਼ ਦਾ ਕੱਢੀ ਜਾਓਗੇ ਇੱਕ ਨਾ ਮੋਟੀ ਮੋਟੀ, ਕੋਈ ਗਰੰਟੀ ਨਹੀਂ ਆ। ਕਈਆਂ ਨੂੰ ਪਹਿਲਾਂ ਵੀ ਜਾਣਾ ਪੈਂਦਾ। ਹੁਣ ਕਈ ਵਾਰੀ ਕਹੀਏ ਕਿ ਭੜੋਲਾ ਤੇ ਨਵਾਂ ਹੁੰਦਾ ਇੱਕਦਮ ਸ਼ਾਨਦਾਰ ਭੜੋਲਾ, ਤੇ ਕਈ ਵਾਰੀ ਭੜੋਲਾ ਅੰਦਰੋਂ ਨੱਕੋ ਨੱਕ ਭਰਿਆ ਹੁੰਦਾ, ਬੰਦਾ 100 ਸਾਲ ਵੀ ਕੱਢ ਜਾਂਦਾ। ਤੋ ਇਹ ਗੱਲ ਬਾਤ ਹੈ, ਠੀਕ ਹੈ ਜੀ। ਹੁਣ ਇੱਥੇ ਦੋ ਗੱਲਾਂ ਕਰਦੇ ਨੇ ਨਿੱਜਰ ਸਾਹਿਬ, ਜਿਹੜੇ ਬੈਲ ਦੀ ਗੱਲ ਕਰਦੇ ਨਾ, ਦੋ ਬੈਲ ਹੈਗੇ, ਇੱਕ ਤਾਂ ਪਾਪ ਤੇ ਪੁੰਨ ਵਾਲਾ। ਉਹ ਨਿੱਜਰ ਸਾਹਿਬ ਉਹੀ ਆ ਕਿ ਇੱਕ ਘਟੀਆ ਬੁੱਧੀ ਹੈ ਤੇ ਇੱਕ ਵਿਵੇਕ ਬੁੱਧੀ ਹੈ। ਬਿਲਕੁਲ ਬਿਲਕੁਲ ਸਹੀ ਗੱਲ ਹੈ। ਹਾਂ, ਉਹੀ ਦੋ ਬੈਲ ਸਾਡੇ ਨਾਲ ਆਉਂਦੇ ਨੇ। ਉਹਦੇ ਵਿੱਚ ਇਹ ਆਪਸ਼ਨ ਸਾਨੂੰ ਪ੍ਰਮਾਤਮਾ ਦਿੰਦਾ ਹੈ। ਉਹ ਪਤਾ ਕੀ ਕਹਿੰਦਾ ਹੈ, ਹੁਣ ਕੱਲ ਦੀ ਕਥਾ ਚੱਲੀ ਹੈ, ਕਥਾ ਚ ਕੀ ਕਿਹਾ, ਸੰਗਤ ਕਰਿਓ, ਸੰਗਤ ਉਹਦੇ ਨਾਲ ਦੂਰ ਭੱਜ ਦਿਓ, ਕਿਉਂਕਿ ਵਿਵੇਕ ਉਹਨਾਂ ਹੀ ਪੈਦਾ ਕਰਨਾ ਵਾ। ਬਿਲਕੁਲ। ਹੁਣ ਲੋਕੀ ਕਹੀ ਜਾਂਦੇ ਆ ਕਿ ਬਾਬਾ ਜੀ ਆਸ਼ੀਰਵਾਦ ਮਾਰੋ ਤੇ ਮੇਰੇ ਅੰਤਰਾਕਰਨ ਚ ਕੁਝ ਦੀਵਾ ਜਗ ਜੇ। ਦੀਵਾ ਕਿਸੇ ਦਾ ਜਗਾਇਆ ਤੇ ਕੰਮ ਨਹੀਂ ਹੁੰਦਾ। ਹਾਂ, ਸੰਗਤ ਕਰੋਗੇ ਤੇ ਤੁਹਾਡੇ ਜਿਹੜੇ ਸੰਸਕਾਰ ਨੇ, ਤੁਹਾਡੇ ਅੰਦਰ ਗੁਣ ਹੁੰਦੇ ਨੇ। ਇਹ ਪ੍ਰਮਾਤਮਾ ਨੇ ਐਸਾ ਕੋਈ ਜੀਵ ਨਹੀਂ ਪੈਦਾ ਕੀਤਾ। ਆ ਵੇਖੋ ਬਾਣੀ ਚ ਕਹਿ ਤਾਂ ਹੈਗਾ ਵਾ, ਆ ਵੇਖੋ ਕਹਿੰਦੇ ਦੇ ਆ, ਤੇਰੇ ਕੋਲ ਦੋ ਹੈਗੇ ਨੇ, ਇੱਕ ਪੁੰਨ ਵਾਲਾ ਤੇ ਇੱਕ ਪਾਪ ਵਾਲਾ। ਬਿਲਕੁਲ। ਗੁਣਾ ਵਾਲਾ। ਹੁਣ ਨਿੱਜਰ ਸਾਹਿਬ, ਹੁਣ ਦੋਨੋਂ ਬਲਦੇ ਆ ਕਿ ਜਦੋਂ ਇਹ ਸੰਗਤ ਕੀਤੀ ਤੇ ਗੁਰੂਆਂ ਦੀ ਸੰਗਤ, ਜਿਹੜੀ ਬਾਣੀ ਦੀ ਆਪਾਂ ਸੰਗਤ ਕਰ ਰਹੇ ਹਾਂ, ਤੇ ਕਬੀਰ ਜੀ ਨੇ ਤਾਂ ਜਿਹੜਾ ਪੁੰਨ ਵਾਲਾ ਬਲਦ ਆ ਉਹਨੂੰ ਖਵਾ ਕੇ ਨਾ, ਕੀ ਕਹਿੰਦੇ, ਖੱਲ ਖਵਾਉਂਦੇ ਆ, ਖੱਲ, ਉਹਦੀ ਖੁਰਾਕ, ਉਹਨੂੰ ਪੱਠੇ ਪਾਉਣਗੇ, ਉਹਦੀ ਸੇਵਾ ਕਰਨਗੇ, ਤੇ ਉਹਨੂੰ ਕੀ ਕਹਿੰਦੇ, ਆਹ ਤੇ ਤਾਂ ਹੀ ਤੇ ਬਲਦ ਤਗੜਾ ਹੋਊ ਨਾ। ਬਿਲਕੁਲ। ਸਧਾਰਨ ਬਲਦ ਚ ਥੋੜੀ, ਪੁੰਨ ਵਾਲੇ ਬਲਦ ਬਹੁਤ ਕਮਜ਼ੋਰ ਆ, ਉਸ ਤੋਂ ਆਪਾਂ ਜ਼ਿਆਦਾ ਕੰਮ ਥੋੜੀ ਲੈਂਦੇ ਆ। ਆਪਾਂ ਜਿਹੜਾ ਪਾਪ ਵਾਲਾ ਬਲਦ ਆ ਉਹਨੂੰ ਬਹੁਤ ਤਗੜਾ ਕਰ ਲਿਆ ਵਾ। ਤੁਸੀਂ ਵੇਖੋ ਸੱਜੇ ਹੱਥ ਤੋਂ ਕੰਮ ਲੈਂਦੇ ਜੋ, ਸੱਜਾ ਹੱਥ ਜਿੰਨਾ ਪਾਵਰਫੁਲ ਹੈ, ਖੱਬੇ ਚ ਉਨੀ ਜਾਨ ਥੋੜੀ ਹੈਗੀ ਆ। ਬਿਲਕੁਲ। ਇਸੇ ਤਰ੍ਹਾਂ ਹੀ ਜਿਹੜੇ ਬਲਦ ਨੂੰ ਆਪਾਂ ਇਸਤੇਮਾਲ ਕਰਾਂਗੇ ਉਹਨੇ ਸਟਰੋਂਗ ਹੋ ਜਾਣਾ। ਤੇ ਬਾਣੀ ਇਹ ਕਹਿੰਦੀ ਹੈ ਕਿ ਦੋਨੇ ਬਲਦ ਹੈਗੇ, ਤੂੰ ਕਿਸ ਤੋਂ ਕੰਮ ਕਰਾਉਂਦੇ ਆ ਵਾ, ਇਹ ਤੇਰੇ ਤੇ ਨਿਰਭਰ ਕਰਦਾ ਹੈ। ਔਰ ਨੰਬਰ 2, ਇਹ ਬਲਦ ਤੇਰੇ ਕੋ ਜਿਹੜੇ ਹੈਗੇ ਆ ਲਿਮਿਟਡ ਪੀਰੀਅਡ ਵਾਸਤੇ ਆ, ਇੱਕ ਸਮਾਂ ਆਊਗਾ ਇਹ ਸਰੀਰ ਤੇ ਤੋਂ ਖੋਲਿਆ ਜਾਏਗਾ। ਹਾਂਜੀ ਨਿੱਜਰ ਸਾਹਿਬ, ਅੱਗੇ ਚੱਲੀਏ। ਤ੍ਰਿਸ਼ਨਾ ਗੁਣ ਭਰੀ ਘਟ ਪੀਤਰ, ਇਹਦੇ ਤ੍ਰਿਸ਼ਨਾ ਦੀ ਬੋਰੀ ਵੀ ਹੈਗੀ ਨਾਲ ਆਈ ਹੈ ਭਾਈ। ਤ੍ਰਿਸ਼ਨਾ ਦੀ ਬੋਰੀ ਤੇਰੇ ਕਾਰਨ ਸਰੀਰ ਦੀ, ਬਸ ਉਹ ਜਿੱਧਰ ਨੂੰ ਕਹਿੰਦਾ ਜੋ ਤ੍ਰਿਸ਼ਨਾ ਆਉਂਦੀ ਹੈ, ਇੰਨੇ ਪਦਾਰਥ ਪਾਏ ਆ, ਬਸ ਉਹ ਜੋ ਸੰਸਕਾਰ ਤੇਰੇ ਬਣੇ ਹੋਏ ਆ ਉਹਦੇ ਹਿਸਾਬ ਦੇ ਨਾਲ ਤੂੰ ਜਿਹੜਾ ਹੈਗਾ ਇਹ ਬਿਜ਼ਨਸ ਕਰਦਾ ਹੈ। ਇਨ ਵਿਧੇ ਟਾਂਡ ਵਿਸਾਇਓ, ਇਸ ਤਰੀਕੇ ਦੇ ਨਾਲ ਤੂੰ ਜਿਹੜਾ ਹੈਗਾ ਪਾਪਾਂ ਵਾਲਾ ਜਿਹੜਾ ਹੈਗਾ, ਪਾਪਾਂ ਦਾ ਹੀ ਭਰੀ ਜਾ ਰਿਹਾ ਆ। ਪਾਪਾਂ ਦੇ ਨਾਲ ਜਿਹੜਾ ਹੈਗਾ ਆਪਣਾ ਟਾਂਡਾ ਜਿਹੜਾ ਹੈਗਾ ਸਵਾਸ ਕਨਵਰਟ ਕਰ ਰਿਹਾ ਹੈ ਭਾਈ। ਹਾਂਜੀ ਵੀਰ ਜੀ, ਬਿਲਕੁਲ ਠੀਕ ਹੈ। ਕਹਿੰਦੇ ਕਿ ਤੁਹਾਡੇ ਅੰਦਰ ਤ੍ਰਿਸ਼ਨਾ ਹੈਗੀ ਹੈ। ਹੁਣ ਤ੍ਰਿਸ਼ਨਾ ਹੀ ਤੇ ਆਪਾਂ ਨੂੰ ਖਿੱਚਦੀ ਹੈ। ਬਿਲਕੁਲ। ਤੁਸੀਂ, ਮੈਂ ਨਾ ਕੱਲ ਮੈਂ ਸਵੇਰੇ, ਅੱਜ ਮੈਂ ਸਵੇਰੇ ਐਕਸਰਸਾਈਜ਼ ਕਰਨ ਗਿਆ, ਮੈਂ ਵੇਖਣ ਡਿਆ ਸੜਕ ਤੇ ਦੁਨੀਆ ਭੱਜੀ ਫਿਰਦੀ ਹੈ, ਸਾਰੇ ਪੈਸੇ ਨੂੰ ਤੇ ਚਾਹੁੰਦੇ, ਹੋਰ ਭੱਜ ਦੌੜ ਕਾਹਦੀ ਹੈ। ਕੋਈ ਵੀ ਬੰਦਾ ਰਕਸ਼ੇ ਵਾਲਾ ਹੈ ਜਾਂ ਰੇਹੜੀ ਤੇ ਕੋਈ ਸਮਾਨ ਵੇਚਣ ਦਿਆ, ਕੋਈ ਬੱਸ ਚਲਾਉਣ ਦਿਆ, ਕੋਈ ਟਰੱਕ ਚਲਾਉਣ ਦਿਆ, ਸਾਰਿਆਂ ਦੀ ਦੌੜ ਸੁੱਖਦੀ ਆ। ਬਿਲਕੁਲ। ਸਾਰੇ ਭੱਜੇ ਫਿਰਦੇ ਆ। ਅੱਜ ਪੈਸਾ ਬਾਹਰ ਕੱਢ ਲਓ ਧਰਤੀ ਤੋਂ, ਸਾਰੀ ਧਰਤੀ ਸ਼ਾਂਤ ਹੋ ਕੇ ਬਹਿ ਜੂਗੀ, ਇਹਨੂੰ ਕੀ ਲੋੜ ਵੀ ਜਾਣ ਦੀ। ਬਿਲਕੁਲ।
ਉਹ ਗੁਰੂ ਗੋਬਿੰਦ ਸਿੰਘ ਜੀ ਤੋਂ ਇੱਕ ਸਵਾਲ ਕੀਤਾ ਸੀ ਉਹਨਾਂ ਨੇ, ਕਹਿੰਦੇ ਕਿ ਦੁਨੀਆ ਕੌਣ ਚਲਾਉਂਦੇ ਹੋ? ਕਹਿੰਦਾ ਮਾਇਆ ਚਲਾਉਂਦੀ। ਕਹਿੰਦਾ ਨਹੀਂ ਤੇ ਰੱਬ ਚਲਾਉਂਦੇ ਆ। ਕਹਿੰਦਾ ਰੱਬ ਨਹੀਂ ਚਲਾਉਂਦੇ, ਰੱਬ ਨੇ ਤੇ ਬਣਾ ਕੇ ਸਾਈਡ ਤੇ ਹੋ ਗਿਆ ਵਾ। ਹੁਣ ਜਿਹੜੀ ਦੁਨੀਆ ਵਾ ਇਹ ਮਾਇਆ ਚਲਾਉਂਦੀ ਆ। ਆਪ ਦੇਖੋ, ਤੁਹਾਨੂੰ ਜਹਾਜ਼ ਬਣਵਾਏ ਨੇ, ਟ੍ਰੇਨਾਂ ਬਣੀਆਂ ਨੇ, ਕੀ ਕਰਨ ਦੇ ਨੇ ਸਾਰੀ ਦੁਨੀਆ? ਹੌਸਪੀਟਲ ਐਰਾ ਵਗੈਰਾ, ਕੋਈ ਜੁੱਤੀ ਕੱਢਣ ਦਿਆ ਹੈ, ਕੋਈ ਝਾੜੂ ਮਾਰਨ ਦਿਆ ਹੈ, ਕੋਈ ਲਿਫਾਫੇ ਚੁੱਕਣ ਦਿਆ ਹੈ। ਇਹ ਸਭ ਦੀ ਗੇਮ ਤੇ ਪੈਸਾ ਹੀ ਆ। ਹਰ ਕੋਈ ਪੈਸਾ ਚਾਹੁੰਦਾ, ਕਿਉਂਕਿ ਉਹਨੂੰ ਪਤਾ ਹੈ ਪੈਸਾ ਮੇਰੇ ਕੋਲ ਹੋਊਗਾ ਸੁੱਖ ਮਿਲੂਗਾ। ਇਹੋ ਚੀਜ਼ ਆਪਾਂ ਸਮਝਣ ਦੀ ਲੋੜ ਆ। ਇੱਥੇ ਕਾਮਨਾਵਾਂ ਦੀ ਗੱਲ ਕੀਤੀ ਗਈ ਆ। ਕਾਮਨਾਵਾਂ ਦਾ ਮਤਲਬ ਹੁੰਦਾ ਹੈ ਸੰਸਕਾਰ। ਜਿੱਦਾਂ ਦਾ ਹੀ ਆਪਾਂ ਪੁਰਾਤਨ ਜੀਵਨ ਬਤੀਤ ਕੀਤਾ ਹੈ ਜਾਂ ਹੁਣ ਵੀ ਆਪਾਂ ਕੋਈ ਜੀਵਨ ਬਤੀਤ ਕਰ ਰਹੇ ਹਾਂ, ਉਹਦੇ ਨਾਲ ਕੀ ਹੁੰਦਾ ਕਿ ਸਾਡੇ ਅੰਦਰ ਨਾ ਕਾਮਨਾਵਾਂ ਦੀ ਇੱਕ ਪ੍ਰਚੰਡ ਅਗਨ ਬਲਦੀ ਹੈ। ਕਿ ਬਾਣੀ ਚ ਇਹੋ ਸਮਝਾਇਆ ਗਿਆ ਕਿ ਇਹ ਵੀ ਤੇਰੇ ਨਾਲ ਹੀ ਆਉਂਦੀ ਹੈ। ਤੂੰ ਜੰਮਿਆ ਨਾ, ਤੇਰੇ ਨਾਲ ਸੀ ਅੰਦਰ। ਬਿਲਕੁਲ। ਔਰ ਜਦੋਂ ਇਹ ਅੱਗ ਬਲੀ ਨਾ ਤੇ ਤੈਨੂੰ ਪਤਾ ਤੂੰ ਸ਼ਾਰਟਕਟ ਹੀ ਲੱਭਣਾ ਵਾ। ਆਹ ਜਿਹੜਾ ਪਾਪ ਵਾਲਾ ਬਲਦਿਆ ਨਾ, ਉਹ ਤੋਂ ਕੰਮ ਲੈਣ ਡਿਆ ਪਿਆ। ਕਿਉਂਕਿ ਉਹਦਾ ਜਿਹੜਾ ਚੰਗਾ ਬਲਦਿਆ ਉਹਦੇ ਤੋਂ ਇਹ ਕੰਮ ਨਹੀਂ ਹੋਣਾ। ਉਹ ਤੇ ਸਲੋ ਬੜਾ। ਨਿੱਜਾ ਸਾਹਿਬ, ਹੁਣ ਮੈਂ ਕਮਾਂ ਇੱਥੇ ਕਰੋੜ ਰੁਪਇਆ ਇਕੱਠਾ ਕਰਾਂ, ਕਿੱਥੋਂ ਆਊਗਾ? ਪਰ ਹਾਂ, ਉਹਦਾ ਜਿਹੜਾ ਪਾਪ ਵਾਲਾ ਬਲਦਿਆ ਉਹਦੇ ਲਈ ਔਖਾ ਕੰਮ ਨਹੀਂ ਹੈਗਾ ਜੇ। ਪਰ ਉਹ ਚੀਜ਼ ਚੰਗੀ ਨਹੀਂ ਹੈਗੀ। ਹਾਂਜੀ ਨਿੱਜਾ ਸਾਹਿਬ, ਅੱਗੇ ਚੱਲੀਏ। ਐਸਾ ਨਾਇਕ ਰਾਮ ਹਮਾਰਾ ਸਗਲ ਸੰਸਾਰ ਕਿਉਂ ਬੰਜਾਰਾ ਰਹਾ। ਕਹਿੰਦੇ ਮਾਲਕ ਐਸਾ ਹੈ ਭਾਈ ਰਾਮ ਪਰਮਾਤਮਾ ਕਿ ਸਾਰਾ ਸੰਸਾਰ ਕਹਿੰਦੇ ਇਸੇ ਵਣਜ ਦੇ ਵਿੱਚ ਲਾਇਆ ਹੋਇਆ ਆ। ਇਹ ਜਿਹੜੇ ਆ ਪਾਪ ਪੁੰਨ ਦੇ ਬੈਲ ਸਾਰਿਆਂ ਨੂੰ ਦਿੱਤੇ ਆ, ਪਵਨ ਪੂੰਜੀ ਜਿਹੜੀ ਦਿੱਤੀ ਹੋਈ ਹੈ, ਸਵਾਸ ਦਿੱਤੇ ਹੋਏ ਆ। ਔਰ ਸਾਰੇ ਤ੍ਰਿਸ਼ਨਾ ਦੇ ਅਧੀਨ ਹੋ ਕੇ ਜਿਹੜੇ ਹੈਗੇ ਆ ਪਾਪ ਵਸਾਈ ਜਾ ਰਹੇ ਆ। ਔਰ ਜਿਹੜਾ ਹੈਗਾ ਜਿਹੜੇ ਕੰਮ ਵਾਸਤੇ ਭੇਜਿਆ ਸੀਗਾ ਉਹ ਨਾਮ ਜਿਹੜਾ ਹੈਗਾ ਨੌਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ, ਉਸ ਪਾਸੇ ਤਾਂ ਕੋਈ ਲੱਗਿਆ ਹੀ ਨਹੀਂ ਹੈ ਭਾਈ। ਰਹਾਓ। ਹਾਂਜੀ ਵੀਰ ਜੀ। ਹਾਂਜੀ, ਦੇਖੋ ਜੀ, ਪ੍ਰਮਾਤਮਾ ਨੇ ਇਹ ਇੱਕ ਐਸੀ ਪ੍ਰਕਿਰਤੀ ਦੀ ਰਚਨਾ ਕੀਤੀ ਹੈ। ਉਹ ਦੇਖ ਲਓ, ਹੁਣ ਉਹਦੀ ਏਦਾਂ ਦੀ ਗੇਮ ਆ, ਬਿਲਕੁਲ ਸਹੀ ਗੇਮ ਆ। ਔਰ ਇਹਦੇ ਵਿੱਚ ਕੋਈ ਲੁਕਾ ਨਹੀਂ ਆ। ਪ੍ਰਮਾਤਮਾ ਕਹਿੰਦਾ ਕਿ ਜੇ ਕੋਈ ਹੈਗਾ ਮਾਈ ਦਾ ਲਾਲ ਤੇ ਇਹ ਗੇਮ ਬੜੀ ਔਖੀ ਪਾਈ ਜੇ। ਵੈਸੇ ਸਧਾਰਨ ਤੌਰ ਤੇ ਕਹਿ ਤੇ ਦਿੰਦੇ ਨੇ ਉੱਥੇ 2 ਮਿੰਟ ਜਾ ਕੇ ਮੱਥਾ ਟੇਕੋ, ਪ੍ਰਸ਼ਾਦ ਚੜਾਓ ਤੇ 2 ਪਾਠ ਪੜੋ, ਕੀਰਤਨ ਸੁਣੋ ਤੇ ਘਰ ਨੂੰ ਆ ਜਾਓ। ਪਰ ਇਹ ਗੇਮ ਏਡੀ ਆਸਾਨ ਨਹੀਂ ਜੇ। ਬਿਲਕੁਲ। ਇਹ ਗੇਮ ਤੇ 24 ਘੰਟੇ ਦੀ ਗੇਮ ਹੈ ਇਹ। ਨਿੱਜਾ ਸਾਹਿਬ, 8 ਪੈਰ ਤੇ ਕਹਿੰਦੇ ਹੋ, 8 ਪੈਰ ਦੀ ਗੱਲ ਕਰਦੇ ਹੋ, 24 ਘੰਟੇ ਦੀ ਗੇਮ ਹੈ। ਇਹ ਨਹੀਂ ਕਿ ਤੁਸੀਂ ਕਹਿੰਦੇ ਕਿ ਮੇਰਾ ਦਮ ਜਿਹੜਾ ਵਾ ਪ੍ਰਮਾਤਮਾ ਦੀ ਯਾਦ ਨਾ ਹੋਵੇ ਤੇ ਜੇ ਉਹ ਲੰਘ ਜੇ ਤੇ ਬਿਰਥਾ ਵਾ। ਬਾਣੀ ਚ ਵੇਖੋ ਬਾਰ-ਬਾਰ ਕਹਿੰਦੇ ਨੇ ਕਿ ਮੇਰਾ ਜੇ ਸਾਹ ਵੀ, ਜੇ ਮੇਰੀ ਸੁਰਤੀ ਪਤਾ ਨਹੀਂ ਕਹਿੰਦੇ ਕਿਹੜੀ ਬਾਣੀ ਚ ਕਹਿ ਕੇ ਸਾਸ ਜਾਂਦਾ ਹੈ, ਉਹ ਹੈਗਾ ਸਾਸ ਜਾਏ ਨਾਮੇ ਬਿਨ ਸੋ ਬਿਰਥਾ ਸਾਸ ਬਿਕਾਰੇ। ਆਓ ਕਰ ਲੋ ਗੱਲ। ਉਹ ਕਹਿੰਦੇ ਆ ਕਿ ਜਦੋਂ ਵੀ ਮੇਰੀ ਸੁਰਤੀ ਥੱਲੇ ਆਈ ਨਾ ਤੇ ਆਹ ਜਿਹੜਾ ਘਟੀਆ ਬੁੱਧੀ ਵਾਲਾ ਬੈਲਦਾ ਨਾ, ਇਹਨੇ ਕੰਮ ਕਰ ਜਾਣਾ। ਬਿਲਕੁਲ। ਇਹ ਉਹਦੇ ਵੇਟ ਕਰਦੇ ਆ ਵਾ। ਉਹ ਕਹਿੰਦਾ ਜਨਾਬ ਨਿੱਜਰ ਸਾਹਿਬ, ਚਰਨਜੀਤ ਹੁਕਮ ਕਰੋ। ਮੇਰੇ ਕੋਲ ਇੰਦਰੀਆਂ ਹੈਗੀਆਂ ਨੇ, ਗਿਆਨ ਇੰਦਰੀਆਂ, ਕਰਮ ਇੰਦਰੀਆਂ। ਮੈਂ 2 ਮਿੰਟ ਲਾਊਂਗਾ ਚੁਗਲੀ ਕਰਨ ਲਈ, ਮੈਂ ਪਰਾਇਆ ਰੂਪ ਤੱਕਣ ਲਈ 1 ਮਿੰਟ ਲਾਵਾਂਗਾ। ਕੀ ਫਰਕ ਪੈਂਦਾ? ਮੈਨੂੰ ਹੁਕਮ ਤੇ ਕਰੋ। ਮੇਰੇ ਕੋਲ ਬਹੁਤ ਸਮਾਨ ਹੈਗਾ, ਇਹਦਾ ਚੰਗਾ ਬਲਦੇ ਆ, ਇਹ ਤੇ ਤੁਰਦਾ ਹੀ ਨਹੀਂ, ਤਾਂ ਢਿੱਲਾ ਬੜਾ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਆਈ ਐਮ ਰੈਡੀ ਟੂ ਗੋ। ਹੁਣ ਉੱਥੇ ਬਾਣੀ ਆਪਾਂ ਨੂੰ ਪਹਿਲਾਂ ਹੀ ਅਲਰਟ ਕਰ ਰਹੀ ਆ। ਇਹ ਬਲਦ ਬਹੁਤ ਪਾਵਰਫੁਲ ਆ। ਥੋੜਾ ਜਿਹਾ ਅਲਰਟ ਕਰ ਰਹੀ ਹੈ ਕਿ ਚੌਕਸ ਹੋਣਾ ਹੈ ਕਿ ਗਲਤ ਬੰਦੇ ਕੋ ਕੰਮ ਨਹੀਂ ਕਰਾਉਣਾ। ਹਾਂਜੀ ਨਿੱਜਰ ਸਾਹਿਬ, ਫਿਰ ਕਹਿੰਦੇ ਕਿ ਪ੍ਰਮਾਤਮਾ ਨੇ ਇਹ ਖੇਡ ਏਦਾਂ ਹੀ ਰੱਖੀ ਹੈ। ਬਿਲਕੁਲ। ਉਹ ਬਿਲਕੁਲ ਲੁਕਾ ਨਹੀਂ ਹੈਗਾ। ਪ੍ਰਮਾਤਮਾ ਚਾਹੁੰਦਾ ਵਾ ਕਿ ਕੋਈ ਇਸ ਮਾਇਆ ਚੋਂ ਨਿਕਲ ਕੇ ਇਹ ਦੇਖੋ। ਆਪ ਜਸਟ ਸੋਚੋ, ਸਾਧ ਸੰਗਤ ਜੀ, ਕਿੱਡਾ ਵੱਡਾ ਚਿੱਤਰਕਾਰ ਆ। ਸਾਰੀ ਧਰਤੀ ਉਹਨੇ ਬਣਾਈ, ਆਪਣੇ ਵਿੱਚੋਂ ਬਣਾਈ, ਇੱਕ ਜੀਵ ਬਣਾਇਆ। ਕਿੱਦਾਂ ਉਹਨਾਂ ਦਾ ਰਿਜ਼ਕ ਪਹੁੰਚ ਰਿਹਾ। ਪਰ ਵੇਖ ਲਓ, ਉਹ ਦੱਸੋ ਉਹਨੂੰ ਪ੍ਰੂਵ ਕਰ ਸਕਦਾ ਕਿ ਪ੍ਰਮਾਤਮਾ ਕਿੱਥੇ ਹੈਗਾ? ਸਾਰਾ ਖੇਲ ਉਹ ਚਲਾਉਂਦੇ ਆ। ਦੱਸੋ, ਆਪ ਤੁਹਾਡੀ ਮੇਰੀ ਆ ਸਾਰੀ ਗੱਲ ਸੁਣਦਾ ਪਿਆ, ਪਰ ਉਹਨੂੰ ਕੋਈ ਆਇਡੈਂਟੀਫਾਈ ਕਰ ਸਕਦਾ ਨਾ? ਆਪ ਤੇ ਗੁਪਤ ਆ, ਕਿਉਂਕਿ ਉਹਦੇ ਚੋਂ ਇਹ ਆਇਆ ਹੈ ਨਾ ਕਿ ਇਹ ਉਹਦੇ ਚੋਂ ਆਇਆ। ਇਸ ਕਰਕੇ ਅਸੀਂ ਉਹਨੂੰ ਆਇਡੈਂਟੀਫਾਈ ਨਹੀਂ ਕਰ ਸਕਦੇ। ਹਾਂ, ਉਹਨੂੰ ਅਨੁਭਵ ਕਰ ਸਕਦੇ ਹਾਂ, ਅਸੀਂ ਪ੍ਰੂਫ ਨਹੀਂ ਕਰ ਸਕਦੇ ਉਹਨੂੰ। ਤੇ ਨਾ ਹੀ ਕੋਈ ਪ੍ਰੂਫ ਕਰ ਸਕਦਾ ਤੇ ਨਾ ਹੀ ਇਹ ਕਹਿ ਸਕਦਾ ਕਿ ਇਹ ਪ੍ਰਕਿਰਤੀ ਜਿਹੜੀ ਆ ਬਿਨਾਂ ਕਿਸੇ ਸ਼ਕਤੀ ਦੇ ਚੱਲਦੀ। ਕਿਉਂਕਿ ਪ੍ਰਮਾਤਮਾ ਜਿਹੜਾ ਹੈ 5 ਤੱਤਾਂ ਦੀ ਸ਼ਕਤੀ ਨਹੀਂ ਹੈਗੀ, ਉਹ ਪਿੱਛੇ ਇੱਕ ਅਲੱਗ ਸ਼ਕਤੀ ਹੈ। ਚੇਤਨਾ ਵੀ ਨਹੀਂ ਹੈਗਾ ਪ੍ਰਮਾਤਮਾ। ਹਾਂ, ਚੇਤਨਾ ਨੂੰ ਕੰਟਰੋਲ ਕਰਨ ਵਾਲੀ ਉਹ ਸ਼ਕਤੀ ਆ। ਆਪਾਂ ਜਿਹੜੇ ਨਾ, ਆਪਾਂ ਚੇਤਨਾ ਹੈ, ਆਪਾਂ ਚੇਤਨਾ ਦੇ ਨਾਲ ਚੱਲਦੇ ਹਾਂ, ਪਰ ਉਹ ਕੋਈ ਅਲੱਗ ਸ਼ਕਤੀ ਹੈ, ਬਹੁਤ ਬਰੀਕ ਸ਼ਕਤੀ।
ਔਰ ਉਹਦੇ ਹੁਕਮ ਵਿੱਚ ਹੀ ਆ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਜਿੱਥੇ ਹੁਕਮ ਕਰ ਦਿੰਦਾ ਹੈ ਨਾ ਸੂਰਜ ਨੂੰ, ਸੂਰਜ ਉੱਥੇ ਘੁੰਮਦਾ ਨਿੱਜਰ ਸਾਹਿਬ। ਬਿਲਕੁਲ। ਤੁਸੀਂ ਜਸਟ ਸੋਚੋ ਸਾਡਾ, ਤੁਸੀਂ ਆਪ ਜਸਟ ਸੋਚੋ, ਮੈਂ ਆਪਣਾ ਹੱਥ ਚੁੱਕਣਾ ਅੱਧਾ ਘੰਟਾ ਤੇ ਮੇਰੀ ਬਾਂਹ ਥੱਕ ਜਾਣੀ ਆ, ਸੋਚ ਪੈ ਜੇ ਭਾਵੇਂ। ਪਰ ਉਹਦੇ ਹੁਕਮ ਨੂੰ ਜਦੋਂ ਸੂਰਜ ਨੂੰ ਕਹਿ ਦਿੰਦਾ ਨਾ, ਉਹ ਸੂਰਜਾ ਤੂੰ ਇੱਥੋਂ ਹਿੱਲਣਾ ਨਹੀਂ, ਤੇ ਸੂਰਜ ਦੀ ਮਜਾਲ ਇੱਕ ਇੰਚ ਵੀ ਹਲੇ। ਬਿਲਕੁਲ। ਇੱਕ ਦਿਨ ਦੀ ਮੈਂ ਗੱਲ ਨਹੀਂ ਕਰਦਾ ਜੇ, ਅਰਬਾਂ ਖਰਬਾਂ ਪਤਾ ਨਹੀਂ ਕਿੰਨੇ ਕੁ ਸਾਲਾਂ ਤੱਕ ਉਹ ਸੂਰਜ ਨਹੀਂ ਹਿੱਲੂ, ਹੁਕਮ ਦੇ ਅੰਦਰ ਹੋ। ਬਿਲਕੁਲ। ਹਾਂਜੀ ਨਿਜਰ ਸਾਹਿਬ। ਕਾਮ ਕ੍ਰੋਧ ਦੋਏ ਭੈ ਜਗਾਤੀ, ਮਨ ਤਰੰਗ ਬਟਵਾਰਾ। ਕਹਿੰਦੇ ਹੁਣ ਇਹ ਬਿਜ਼ਨਸ ਕਿਵੇਂ ਹੋ ਰਿਹਾ ਆ? ਹਾਂ ਜੀ, ਕਿਸੇ ਦਾ ਮਾਈਕ ਖੁੱਲ ਗਿਆ ਜੀ। ਚਮਕੌਰ ਸਿੰਘ ਜੀ। ਚਮਕੌਰ ਜੀ ਤੁਹਾਡਾ ਮਾਈਕ ਔਨ ਹੋ। ਹਾਂਜੀ ਹਾਂਜੀ। ਕਹਿੰਦੇ ਕਾਮ ਕ੍ਰੋਧ ਦੋਏ ਭੈ ਜਗਾਤੀ। ਆ ਦੇਖ ਲਓ ਗੋਰਖੀ ਸਾਹਿਬ, ਉਹ ਮਾੜਾ ਬਲਦ ਜਿਹੜਾ ਹੈਗਾ, ਕਹਿੰਦੇ ਕਾਮ ਕ੍ਰੋਧ ਦੋਏ ਭੈ ਜਗਾਤੀ। ਕਹਿੰਦੇ ਬਸ ਉਹ ਸਾਰਾ ਟੈਕਸ ਤਾਂ ਉਹੀ ਲੈ ਜਾਂਦਾ ਹੈ। ਕਾਮ ਜਿਹੜਾ 80% ਸਵਾਸ ਲੈ ਜਾਂਦਾ ਹੈ। ਕਹਿੰਦੇ ਦੇਖ ਲਓ, ਕ੍ਰੋਧ ਆ ਉਹ ਲੈ ਜਾਂਦਾ, ਬਾਕੀ ਸਵਾਸ ਤਾਂ ਜਿਹੜੇ ਚੰਗੇ ਬਲਦੇ ਤਾਂ 5% ਵੀ ਨਹੀਂ ਆਉਂਦੇ ਹੋਣੇ। ਕਾਮ ਕ੍ਰੋਧ ਦੋਏ ਭੈ ਜਗਾਤੀ, ਮਨ ਤਰੰਗ ਬਟਵਾਰਾ। ਆ ਲਓ ਹੁਣ ਮਨ ਦੀਆਂ ਤਰੰਗਾਂ, ਜਿਹੜਾ ਚਲੋ ਜਿਹੜੇ ਸੰਸਕਾਰ ਹੈਗੇ, ਉਹ ਸੰਸਕਾਰ ਤਾਂ ਪਿਛਲੇ ਸੰਸਕਾਰ ਹੈ ਉਹਨਾਂ ਦੇ ਅਧੀਨ ਚੱਲ ਰਹੇ ਆਪਾਂ। ਉਹ ਜਿਹੜੇ ਹੈਗੇ ਆ, ਆਪਣੇ ਕੋਲ ਤ੍ਰਿਸ਼ਨਾ ਦੀ ਬੋਰੀ ਹੈਗੀ ਆ, ਪਰ ਜਿਹੜੇ ਉਸ ਤੋਂ ਬਾਅਦ ਜਿਹੜਾ ਹੈਗਾ ਮਨ ਦੀਆਂ ਐਸੀਆਂ ਤਰੰਗਾਂ ਉੱਡਦੀਆਂ ਮਨ ਦੇ ਵਿੱਚ, ਉਹ ਤਰੰਗਾਂ ਜਿਹੜੀਆਂ ਵਿਚਾਰ ਜਿਹੜੇ ਹੈਗੇ ਆ, ਉਹ ਤਾਂ ਵੱਟ ਤੇ ਹੀ ਲੁੱਟ ਲੈਂਦੇ ਆ। ਆਪਾਂ ਸਾਰੇ ਬਿਜ਼ਨਸ ਵਾਸਤੇ ਆਏ ਆ, ਆਪਾਂ ਵਪਾਰੀ ਹੈਗੇ ਆ, ਆਪਾਂ ਜਿਹੜੇ ਹੈਗੇ ਸਾਰੇ ਦੇ ਸਾਰੇ ਯਾਤਰੂ ਹੈਗੇ ਆ। ਕਹਿੰਦੇ ਵੱਟ ਤੇ ਹੀ ਲੁੱਟ ਲੈਂਦਾ ਹੈ ਭਾਈ। ਇਹ ਤਰੰਗਾਂ ਜਿਹੜੀਆਂ ਮਨ ਨੂੰ ਵੱਟ ਤੇ ਹੀ ਜਿਹੜੇ ਘੇਰ ਲੈਂਦੀਆਂ, ਔਰ ਕਹਿੰਦੀਆਂ ਆਹ ਕੰਮ ਕਰ ਭਾਈ, ਆਹ ਕਰ। ਪੰਜ ਤੱਤ ਮਿਲ ਦਾਨ ਨਿਬੇਰੈ, ਟਾਂਡਾ ਉਤਰਿਓ ਪਾਰਾ। ਕਹਿੰਦੇ ਪੰਜ ਤੱਤ ਜਿਹੜੇ ਹੈਗੇ, ਪ੍ਰਕਿਰਤੀ ਹੈਗੀ, ਪੰਜਾਂ ਤੱਤਾਂ ਦਾ ਸਰੀਰ ਹੈਗਾ, ਆਪਸ ਵਿੱਚ ਦੋਨੋਂ ਹੀ ਮਿਲ ਕੇ ਦਾਨ ਨਿਬੇੜ ਦਿੰਦੇ ਆ ਭਾਈ। ਜੋ ਮਾਲਕ ਨੇ ਸਵਾਸ ਦਿੱਤੇ ਸੀਗੇ ਸਫਾ ਚੱਟ ਕਰ ਦਿੰਦੇ ਆ ਪੂਰੇ ਦੇ ਪੂਰੇ। ਬਸ ਜੋ ਗੰਦ ਮੰਦ ਇਕੱਠਾ ਕਰਨਾ ਹੈ ਉਹ ਲੱਦ ਕੇ ਬਸ ਟਾਂਡਾ ਪਾਰ ਗਿਆ ਭਾਈ, ਹੋ ਗਿਆ। ਆ ਗਏ ਉੱਥੇ ਧਰਮਰਾਜ ਦੇ ਦੂਤ ਲੈਣ ਵਾਸਤੇ। ਹਾਂਜੀ ਵੀਰ ਜੀ। ਹਾਂਜੀ ਨਿਜੇ ਸਾਹਿਬ। ਹੁਣ ਉਹ ਬਾਣੀ ਜੀ ਦੇ ਵਿੱਚ ਗੁਰੂ ਕਬੀਰ ਜੀ ਸਾਨੂੰ ਇਹ ਸਮਝਾ ਰਹੇ ਨੇ, ਇੱਕ ਤੇ ਪਹਿਲਾਂ ਕਾਮ ਦੀ ਗੱਲ ਕੀਤੀ ਹੈ। ਕਾਮ ਬਹੁਤ ਪਾਵਰਫੁਲ ਹੈ ਸਾਧ ਸੰਗਤ ਜੀ, ਕਾਫੀ ਪਾਵਰਫੁਲ। ਇਹ ਬੰਦੇ ਨੂੰ ਚੰਡਾਲ ਬਣਾ ਦਿੰਦਾ ਹੈ, ਸਾਡੇ ਵਿਵੇਕ ਨੂੰ ਖਤਮ ਕਰ ਦੇ। ਇਸ ਤੋਂ ਬਚਿਆ ਇਹ ਤਦ ਤੱਕ ਖਤਰਾ ਹੈ ਇੱਕ ਤੱਕ ਨਜ਼ਰ ਸਾਹਿਬ ਫੋਨ ਜਾਈ ਜਾਂਦਾ, ਮੈਨੂੰ ਬਲੌਕ ਕਰ। ਹਾਂਜੀ ਹਾਂਜੀ, ਉਹਨੇ ਹਟਾ ਨਹੀਂ, ਮੈਂ ਵੀ ਕੀਤਾ ਬਲੌਕ ਇੱਕ। ਹੁਣ ਸਾਧ ਸੰਗਤ ਜੀ ਇੱਥੇ ਜਿਹੜਾ ਕਾਮ ਹੈ ਨਾ, ਦੇਖੋ ਦੋ ਬਹੁਤ ਪਾਵਰਫੁਲ ਚੀਜ਼। ਹੁਣ ਵੇਖੋ ਹਉਮੈ ਵੀ ਕਿੱਡੀ ਖਤਰਨਾਕ ਚੀਜ਼ ਹੈ। ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਭ ਤੋਂ ਪਾਵਰਫੁਲ ਹੈਗੀ ਹਉਮੈ। ਜਿਹੜਾ ਕਾਮ ਕ੍ਰੋਧ ਨੇ ਇਹਦੇ ਪਿੱਛੇ ਵੀ ਹਉਮੈ ਆ। ਆਪ ਜਸਟ ਸੋਚੋ, ਆ ਦੇਖੋ ਹਰ ਇੱਕ ਛੋਟੇ ਲੈਵਲ ਤੇ ਆਪ ਜੀ ਨੂੰ ਮੈਂ ਸਿਖਾਉਣਾ। ਘਰਾਂ ਦੇ ਵਿੱਚ ਵੇਖਿਆ ਨੀ ਕੋਈ ਬੰਦੇ ਡੋਮੀਨੇਟ ਕਰਦੇ ਦੂਜਿਆਂ ਨੂੰ, ਹਾਵੀ ਹੋਣ ਦੀ ਕੋਸ਼ਿਸ਼ ਕਰਦੇ ਨੇ ਦੂਜੇ ਮੈਂਬਰਾਂ ਤੇ। ਪਿੰਡਾਂ ਦੇ ਵਿੱਚ ਵੇਖੋ ਕੁਛ ਐਸੇ ਬੰਦੇ ਹੋਣਗੇ, ਐਸੇ ਪਰਿਵਾਰ ਹੋਣਗੇ, ਬੰਦੇ ਨਹੀਂ ਹੋਣਗੇ ਪਰਿਵਾਰ ਵੀ ਹੁੰਦੇ ਨੇ, ਉਹ ਦੂਸਰੇ ਆਂਢ ਗੁਆਂਢ ਨੂੰ 5-7 ਘਰਾਂ ਤੇ ਆਪਣਾ ਪ੍ਰਭਾਵ ਪਾਉਣਾ ਚਾਹੁੰਦੇ। ਫਿਰ ਇੱਕ ਐਸੇ ਪਿੰਡ ਵੀ ਹੁੰਦੇ ਆ, ਉਹ ਪਿੰਡ ਦੂਜੇ ਪਿੰਡਾਂ ਤੇ ਪ੍ਰਭਾਵ ਪਾਉਣਾ ਚਾਹੁੰਦੇ। ਫਿਰ ਕਈ ਸ਼ਹਿਰ ਹੁੰਦੇ ਨੇ, ਉਹ ਕਿਸੇ ਰੂਪ ਵੀ ਦੂਜੇ ਨੂੰ ਡੋਮੀਨੇਟ ਕਰਦੇ ਨੇ। ਸਟੇਟਾਂ ਵੀ ਏਦਾਂ ਹੀ ਕਰਦੀਆਂ। ਫਿਰ ਦੇਸ਼ ਵੇਖੋ, ਹੁਣ ਵੇਖੋ ਅਮਰੀਕਾ ਮੁਲਕਾ ਕੰਟਰੀਆਂ ਦੂਜੀਆਂ ਕੰਟਰੀਆਂ ਤੇ ਆਪਣਾ ਪ੍ਰਭਾਵ ਪਾਉਣਾ ਚਾਹੁੰਦੀਆਂ। ਹਉਮੈ ਹੋ, ਸੁਖਮ ਹਉਮੈ। ਹਰ ਕੋਈ ਚਾਹੁੰਦਾ ਕਿ ਮੈਂ ਨੰਬਰ 1 ਤੇ ਰਵਾਂ। ਹੁਣ ਘਰਾਂ ਦੇ ਵਿੱਚ ਵੇਖੋ, ਜੇ ਕਮਜ਼ੋਰ ਬੰਦਾ ਮਿਲ ਗਿਆ ਤਾਂ ਠੀਕ ਆ, ਨਹੀਂ ਮਿਲਿਆ ਤੇ ਮਾਂ ਬਾਪ ਆਪਣੇ ਬੱਚਿਆਂ ਤੇ ਵੀ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰਦੇ। ਇਹ ਵੀ ਉਹ ਚੀਜ਼ਾਂ ਨੇ ਹਉਮੈ। ਬਿਲਕੁਲ, ਕਿਉਂਕਿ ਵੀਕ ਬੰਦਾ ਚਾਹੀਦਾ ਨਾ, ਕਮਜ਼ੋਰ ਚਾਹੀਦਾ। ਹੁਣ ਅਗਲੇ ਬੰਨੇ ਜੇ ਸੱਸ ਹੋਵੇ ਜਾਂ ਨੌਂ ਹੋਵੇ, ਇਹਨਾਂ ਚ ਵੀ ਇਹੋ ਚੀਜ਼ ਹਉਮੈ। ਮੇਰੀ ਸੱਸ ਕਹਿੰਦੀ ਆ ਮੈਂ ਵੀ ਘਰ ਦੀ ਮਾਲਕਣ ਆ, ਨੌਂ ਕਹਿੰਦੀ ਮੈਂ ਵੀ ਨਵੀਂ ਆ, ਤੇ ਉੱਥੇ ਵੀ ਹਉਮੈ। ਤੇ ਹੁਣ ਉਹਦੇ ਵਿੱਚ ਪਤਾ ਕੀ ਪ੍ਰੋਬਲਮ ਕੀ ਹੈ, ਜਦੋਂ ਆਪਾਂ ਇੱਕ ਦੂਜੇ ਨੂੰ ਨੱਪਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਫਿਰ ਸੰਗੀਤ ਨਹੀਂ ਰਹਿ ਜਾਂਦਾ ਜੀਵਨ, ਉਹ ਸੰਗੀਤ ਖਤਮ ਹੋ ਜਾਂਦਾ। ਇਸੇ ਲਈ ਕੋਸ਼ਿਸ਼ ਕਰਿਆ ਕਰੋ, ਕਿਸੇ ਨੂੰ ਦਬਾਓ ਨਾ ਪਲੀਜ਼। ਤੁਹਾਡਾ ਭਲਾ ਵਾ, ਤੁਸੀਂ ਦਬਾਓਗੇ, ਦਬਾਉਣ ਦੇ ਨਾਲ ਤੁਸੀਂ ਥੋੜੀ ਸ਼ਾਂਤ ਰਹਿਣਾ, ਤੁਹਾਡੇ ਅੰਦਰ ਅਸ਼ਾਂਤੀ ਵਧਣੀ ਹੈ। ਕੋਈ ਵੀ ਤਾਰ ਹੈ ਨਾ, ਦੇਖੋ ਰਿਦਮ ਦੇ ਵਿੱਚ ਚੱਲਦੀ ਹੈ। ਜਦੋਂ ਹੁਣ ਸੰਗੀਤ ਤਾਰ ਦੇ ਵਿੱਚੋਂ ਉਦੋਂ ਪੈਦਾ ਹੁੰਦਾ ਵਾ, ਨਾ ਤੇ ਤਾਰਾਂ ਬਹੁਤੀਆਂ ਟਾਈਟ ਤੇ ਨਾ ਤਾਰਾਂ ਬਹੁਤੀਆਂ ਢਿੱਲੀਆਂ।
ਇਹ ਨਿੱਜਰ ਸਾਹਿਬ ਇਹ ਬਹੁਤ ਜ਼ਰੂਰੀ ਹੈ। ਘਰਾਂ ਦੇ ਵਿੱਚ ਜਦੋਂ ਬੈਲੈਂਸ ਹੁੰਦਾ ਨਾ, ਜਦੋਂ ਆਪਾਂ ਇੱਕ ਦੂਜੇ ਤੇ ਹਾਵੀ ਹੋ ਜਾਂਦੇ ਹਾਂ। ਹੁਣ ਵੇਖੋ ਆਮ ਘਰਾਂ 'ਚ ਕਈ ਬੰਦੇ ਹੁੰਦੇ ਨੇ, ਉਹ ਸਾਰੇ ਘਰ ਦੇ ਉੱਤੇ ਨਾ ਬਹੁਤ ਪ੍ਰਭਾਵ ਪਾਉਂਦੇ ਆ। ਠੀਕ ਆ, ਉਹ ਥੋੜਾ ਜਿਹਾ ਪ੍ਰੈਸ਼ਰ ਚਾਹੀਦਾ ਵਾ, ਪਰ ਕਿਸੇ ਨੂੰ ਆਪਾਂ ਡੋਮੀਨੇਟ ਨਹੀਂ ਕਰਨਾ। ਆਪਾਂ ਸਹਿਜ ਵਿੱਚ ਜੀਵਨ ਬਤੀਤ ਕਰਨਾ। ਔਰ ਜੇ ਕੋਈ ਸਾਡੇ 'ਚ ਕੁਝ ਸਾਧਕ ਹੈਗੇ ਆ, ਆਪਾਂ ਸਾਡੇ 'ਚ ਇਹ ਔਗਣ ਆ, ਬਹੁਤ ਵੱਡਾ ਔਗਣ, ਤੇ ਪਲੀਜ਼ ਹੈਗਾ ਤੇ ਇਹਨੂੰ ਅਵਾਇਡ ਕਰਿਆ ਕਰੋ। ਦੂਜੇ ਨੂੰ ਵੀ ਰਾਈਟਸ ਦਿਓ, ਦੂਜੇ ਨੂੰ ਬੋਲਣ ਦਾ ਪੂਰਾ ਮੌਕਾ ਦਿਓ। ਇਹ ਨਹੀਂ ਹੁੰਦਾ ਕਿ ਹਰ ਵਾਰੀ ਆਪਾਂ ਵੀ ਸਹੀ ਹੁੰਦੇ ਆ। ਠੀਕ ਆ, ਡਿਸਪਿਊਟ ਹੋ ਜਾਂਦੇ ਘਰਾਂ 'ਚ, ਤੇ ਜੇ ਆਪਾਂ ਸੋਚੀਏ ਨਾ ਕਿ ਅਗਲੇ ਦੀ ਗਲਤੀ ਹੈ 90%, ਕੁਝ 10-15% ਸਾਡੀ ਵੀ ਮਿਸਟੇਕ ਹੁੰਦੀ। ਔਰ ਇਹ ਚੀਜ਼ ਨੂੰ ਹਮੇਸ਼ਾ ਹੀ ਜਿਹੜਾ ਬੰਦਾ ਐਕਨੋਲੇਜ ਕਰਦਾ ਹੈ, ਉਹ ਤੇ ਸੈਟਲ ਡਾਊਨ ਹੋ ਜਾਂਦੀਆਂ ਗੱਲਾਂ। ਬੈਠ ਕੇ ਆਪਾਂ ਕਈ ਵਾਰੀ ਮਸਲੇ ਹੁੰਦੇ ਆ, ਪਲੀਜ਼ ਉਹਨਾਂ ਨੂੰ ਸੋਲਵ ਕਰਿਆ ਕਰੋ। ਤੇ ਇਹ ਔਗਣ ਨੇ। ਇੱਥੇ ਕ੍ਰੋਧ ਦੀ ਗੱਲ ਕਰਦੇ ਨੇ। ਕ੍ਰੋਧ ਕਾਫੀ ਪਾਵਰਫੁਲ ਚੀਜ਼ ਹੈ। ਕਾਮ ਤੇ ਹੈਗਾ ਹੀ ਹੈਗਾ। ਇਹ ਦੋਨੋਂ ਸ਼ਕਤੀਆਂ ਨਾ ਬੜੀ ਦੂਰ ਤੱਕ ਤੁਹਾਡੇ ਨਾਲ ਚੱਲਣਗੀਆਂ। ਤੁਸੀਂ ਜੇ 4 ਮਹੀਨੇ 3 ਮਹੀਨੇ ਸਾਧਨਾ ਕੀਤੀ ਨਾ, ਤੁਹਾਡਾ ਸੁਭਾਅ ਚਿੜਚਿੜਾ ਹੋ ਜਾਣਾ। ਤੁਸੀਂ ਕੀ ਤੁਹਾਡੇ ਘਰ ਦੇ ਫੀਲ ਕਰਨਗੇ ਕਿ ਇਹ ਬੰਦਾ ਸਗੋਂ ਸ਼ਾਂਤ ਹੋਣਾ ਚਾਹੀਦਾ ਹੈ, ਇਹ ਅਸ਼ਾਂਤ ਕਿਉਂ ਹੋ ਗਿਆ? ਉਹਦਾ ਕਾਰਨ ਵੇਖੋ ਨਿੱਜਰ ਸਾਹਿਬ, ਪੁਰਾਣੇ ਜ਼ਮਾਨੇ 'ਚ ਤੁਸੀਂ ਵੇਖਿਆ ਨੇ ਰਿਸ਼ੀ ਮੁਨੀਆਂ ਨੂੰ ਕ੍ਰੋਧ ਬਹੁਤ ਆਉਂਦਾ ਸੀ। ਉਹਦਾ ਕਾਰਨ ਇਹੋ ਹੀ ਹੈ ਕਿਉਂਕਿ ਹੁਣ એનર્ਜੀ ਜਿਹੜੀ ਆ, ਕਾਮ ਦੀ એનર્ਜੀ ਜਿਹੜੀ ਹੈ ਨਾ ਤੁਹਾਡੇ ਅੰਦਰ ਨਾ ਸਟੋਰ ਹੋਣ ਡੈ ਪਈ ਆ। ਪਹਿਲਾਂ ਤੇ ਤੁਸੀਂ ਕੀ ਕਰਦੇ ਸੀ? ਇਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ 'ਚ ਟਕ ਤੁਹਾਡੀ ਊਰਜਾ ਵੇਸਟ ਹੋ ਰਹੀ ਸੀ। ਤੁਹਾਨੂੰ ਪਤਾ ਨਹੀਂ ਲੱਗਣ ਦਿਆ ਨਾ, ਤੁਸੀਂ ਸਧਾਰਨ ਜੀਵਨ ਬਤੀਤ ਕਰਦੇ ਹੋ। ਹੁਣ ਜਿਵੇਂ ਵਿਵੇਕ ਵਧਿਆ ਨਿੱਜਰ ਸਾਹਿਬ, ਤੁਹਾਡੇ ਅੰਦਰ એનર્ਜੀ ਸਟੋਰ ਹੋਣੀ ਆ। ਬਿਲਕੁਲ। ਹੁਣ ਕੀ ਕਹੋਗੇ ਕਿਦਾਂ એનર્ਜੀ ਸਟੋਰ ਹੋ? ਹੁਣ ਮੰਨ ਲਓ ਮੇਰੇ ਕੋਲ ਬੈਟਰਾ ਹੈ। ਹੁਣ ਇਹ ਜਿਹੜਾ ਅੰਦਰ ਸਾਡੇ ਅੰਤਰਾਂ ਕਰਨ 'ਚ ਇੱਕ ਬੈਟਰਾ ਹੈ। ਨਾਰਮਲੀ ਹੁਣ ਬੈਟਰੀ ਦੀ ਕਪੈਸਿਟੀ ਹੈਗੀ ਹੈ 2 ਪੱਖੇ ਚਲਾਊਗਾ 8-9 ਘੰਟੇ 7 ਘੰਟੇ, ਵਧੀਆ ਬੈਟਰਾ। ਹੁਣ ਮੈਂ ਪੱਖੇ ਵੀ ਛੱਡੇ ਆ, ਇਧਰੋਂ ਮੈਂ ਟੀਵੀ ਵੀ ਲਾ ਕੇ ਬੈਠਾ ਵਾ, ਹੋਰ ਕੂਲਰ ਲਾ ਲਿਆ ਵਾ, ਕਈ ਕੁਝ ਚਾਲੂ ਕੀਤਾ ਵਾ, 5 ਕਿਸਮ ਦੇ ਇਕਵਿਪਮੈਂਟ ਮੈਂ ਸ਼ੁਰੂ ਕੀਤੇ ਨੇ, ਤੇ ਉਹਨਾਂ ਬੈਟਰੀ ਨੂੰ ਡਰੇਨ ਕਰਨਾ। ਇਸੇ ਤਰ੍ਹਾਂ ਹੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੇ ਇਹ ਸਾਡੀ ਅੰਤਰਾਕਰਨ ਚੋਂ। ਆ ਵੇਖੋ ਬਾਣੀ ਕਹਿੰਦੀ ਹੈ ਨਾ ਕਿ ਉਹ ਅੰਦਰੋਂ ਮਾਲ ਚੱਕ, ਸਾਡੇ ਅੰਦਰ ਅੰਮ੍ਰਿਤ ਨੂੰ ਚੁੱਕਦੇ ਨੇ ਉਹ। ਔਰ ਉਹ ਅੰਮ੍ਰਿਤ ਜਿਹੜਾ ਕੰਜ਼ਿਊਮ ਹੁੰਦਾ, ਸਾਨੂੰ ਹਰ ਦਿਨ ਮਿਲਦਾ ਆਤਮਾ ਤੋਂ, ਪਰ ਅਸੀਂ ਕੀ ਕਰਦੇ ਹਾਂ ਨਿੱਜਾ ਸਾਹਿਬ, ਇਹਨਾਂ ਔਗਣਾਂ ਦੇ ਰਾਹੀਂ ਉਹਨੂੰ ਵੇਸਟ ਕਰ ਲੈਂਦੇ ਹਾਂ। ਪ੍ਰਾਪਤੀ ਕੁਛ ਨਹੀਂ ਹੁੰਦੀ। ਪਰ ਜਦੋਂ ਆਪਾਂ ਬੰਦਗੀ ਕਰਦੇ ਹਾਂ, ਫਿਰ ਉਹ ਜਿਹੜਾ ਅੰਮ੍ਰਿਤ ਹੈ ਉਹ ਸਾਡੇ ਅੰਦਰ ਸਟੋਰ ਹੁੰਦਾ, ਬੂੰਦ ਬੂੰਦ ਕਰਕੇ, ਇੱਕੋ ਦਮ ਨਹੀਂ ਇਕੱਠਾ ਹੁੰਦਾ। ਪਰ ਇਹਨੂੰ 2 ਚੀਜ਼ਾਂ ਬਹੁਤ ਛੇਤੀ ਚੱਕਦੀਆਂ ਨੇ, ਇੱਕ ਕਾਮ ਤੇ ਇੱਕ ਕ੍ਰੋਧ। ਔਰ ਕਾਮ ਨੇ ਸਾਰੀ ਦੁਨੀਆ ਗਾਲ ਕੇ ਰੱਖੀ ਹੋਈ ਹੈ। ਆਪ ਦੇਖੋ ਇੰਟਰਨੈਟ ਤੇ, ਮੋਬਾਇਲ ਤੇ ਸਭ ਉਹੀ ਕੋਈ ਚੀਜ਼ਾਂ ਦਿਖਾਉਂਦੇ ਨੇ। ਕੋਈ ਵੀ ਚੀਜ਼, ਪੋਸਟਰ ਵੇਖੋ ਪੋਸਟਰਾਂ ਦੇ ਵਿੱਚ ਕਿੱਦਾਂ ਉਹ ਸੀਨ ਭਰਦੇ ਨੇ। ਅਸਲ ਦੇ ਵਿੱਚ ਪਹਿਲੇ ਦਿਨ ਤੋਂ ਇਨਸਾਨ ਜਿਹੜਾ ਨਾ, ਉਹ ਇਸ ਚੀਜ਼ ਵੱਲ ਬਹੁਤ ਜ਼ਿਆਦਾ ਅਟਰੈਕਟ ਹੁੰਦਾ, ਪ੍ਰਭਾਵਿਤ ਹੁੰਦਾ ਬਹੁਤ। ਇਸ ਕਰਕੇ ਤੁਸੀਂ ਵੇਖੋ ਕੋਈ ਵੀ ਐਡਵਰਟਾਈਜ਼ਮੈਂਟ ਕਰਦੇ ਨੇ, ਉਹਦੇ 'ਚ ਖਾਸ ਕਰਕੇ ਜਿਹੜਾ ਨਗਨ ਸਰੀਰ ਦਿਖਾਉਂਦੇ ਨੇ, ਕਿਉਂਕਿ ਆਮ ਆਦਮੀ ਨਹੀਂ, ਚੰਗੇ ਵੱਡੇ ਬੰਦੇ ਵੀ ਇਸ ਚੀਜ਼ ਤੋਂ ਪ੍ਰਭਾਵਿਤ ਹੁੰਦੇ। ਹਾਂਜੀ ਨਿੱਜਾ ਸਾਹਿਬ, ਤਾਂ ਹੀ ਉਹ ਕਬੀਰ ਜੀ ਸਾਨੂੰ ਸਮਝਾ ਰਹੇ ਨੇ ਕਿ ਇਹ 2 ਬਹੁਤ ਖਤਰਨਾਕ ਨੇ, ਇਸ ਤੋਂ ਬਚ ਕੇ ਰਹਿਣਾ ਹੈ। ਇਹਨਾਂ ਨੇ ਦੇਖ ਲਓ, ਕਾਮ ਕ੍ਰੋਧ ਦੋਏ ਪਏ ਜਗਾਤੀ ਕਹਿੰਦੇ ਸਾਰਾ ਟੈਕਸ ਲੈ ਜਾਣਾ ਇਹਨਾਂ ਨੇ, ਜਿਹੜੀ ਪ੍ਰਾਣ ਸ਼ਕਤੀ ਜਿਹੜੀ ਹੈ ਤੇਰੀ ਸਾਰੀ ਲੈ ਜਾਣੀ ਇਹਨਾਂ ਨੇ। ਔਰ ਮਨ ਤਰੰਗ ਬਟਵਾਰਾ, ਮਨ ਦੀਆਂ ਤਰੰਗਾਂ ਜਿਹੜੀਆਂ ਹੈਗੀਆਂ ਉਹਨਾਂ ਨੇ ਤੈਨੂੰ ਲੁੱਟੀ ਜਾਣਾ ਹੈ, ਵੱਟ ਦੇ ਉੱਤੇ ਹੀ ਪਾਏ। ਹਾਂ, ਬਸ ਤੁਹਾਡੇ ਅੰਦਰ ਚਿੰਤਨ ਚੱਲਣਾ ਇਸੇ ਚੀਜ਼ ਦਾ ਹੀ, ਚਿੱਤ ਦੇ ਵਿੱਚ। ਤੇ ਚਿੱਤ ਨੇ ਜਦੋਂ ਵਿੱਚ ਕੋਈ ਚੀਜ਼ ਚੱਲਦੀ ਹੈ, ਅੱਜ ਨਹੀਂ ਤੇ ਕੱਲ ਨੂੰ ਤੁਸੀਂ ਕਰੋਗੇ। ਤੁਹਾਡੇ ਚਿੱਤ 'ਚ ਕੋਈ ਚੀਜ਼ ਆ ਗਈ ਨਾ, ਤੇ ਉਹ ਚੀਜ਼ ਨੇ ਸ਼ਾਂਤ ਨਹੀਂ ਹੋਣਾ। ਉਹਦੀਆਂ ਤਰੰਗਾਂ ਹਰ ਦਿਨ ਉੱਥੇ ਤੁਸੀਂ ਐਂਪਲੀਫਾਈ ਕਰਨਾ ਉਹਨੂੰ। ਇੱਕ ਸਮਾਂ ਆਊਗਾ ਤੁਸੀਂ, ਤੁਹਾਨੂੰ ਪਤਾ ਨਹੀਂ ਲੱਗਣਾ, ਤੁਸੀਂ ਉਹ ਕੰਮ ਕਰ ਦੇਣਾ। ਇਸ ਕਰਕੇ ਜਦੋਂ ਵੀ ਤੁਸੀਂ ਵਿਹਲੇ ਹੋ, ਇਕੱਲੇ ਹੋ, ਪਲੀਜ਼ ਇਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵਰਗੀਆਂ ਤਰੰਗਾਂ ਜਦੋਂ ਪੈਦਾ ਹੋਣ, ਤੇ ਨਹੀਂ ਇਹਨਾਂ ਨੂੰ ਜ਼ਿਆਦਾ ਪਾਵਰਫੁਲ ਨਹੀਂ ਹੋਣ ਦੇਣਾ। ਕਿਉਂਕਿ ਛੋਟੀ ਤਰੰਗ ਆ, ਤੁਸੀਂ ਕੰਟਰੋਲ ਕਰ ਸਕਦੇ ਜੋ, ਪਰ ਜਦੋਂ ਸਮੁੰਦਰ ਦੀ ਛੱਲ ਬਣ ਗਈ ਨਾ, ਸੁਨਾਮੀ, ਫਿਰ ਬਹੁਤ ਔਖਾ ਨਿੱਜਰ ਸਾਹਿਬ। ਫਿਰ ਤੇ ਬਹੁਤ ਨੁਕਸਾਨ ਹੈ, ਫਿਰ ਤੇ ਘਰਾਂ ਦੇ ਘਰ ਬਰਬਾਦ ਹੋ ਜਾਂਦੇ ਆ। ਬਿਲਕੁਲ। ਪਰ ਫਿਰ ਬੰਦਾ ਪਛਤਾਉਂਦਾ ਜ਼ਰੂਰ ਆ ਕਿ ਇਹ ਜਿਹੜੀ ਤਰੰਗ ਸੀ, ਇਹ 6 ਮਹੀਨੇ ਪਹਿਲਾਂ ਛੋਟੀ ਜਿਹੀ ਤਰੰਗ ਸੀ, ਮੈਨੂੰ ਖਤਮ ਕਰ ਸਕਦਾ ਸਾਂ, ਪਰ ਤੁਸੀਂ ਇਹਨੂੰ ਖਤਮ ਨਹੀਂ ਕੀਤਾ। ਤੁਸੀਂ ਉਹਨੂੰ ਚਿੱਤ 'ਚ ਹਰ ਦਿਨ 15-20 ਮਿੰਟ, ਅੱਧਾ ਘੰਟਾ, ਸਾਰਾ ਦਿਨ ਚਿੰਤਨ ਚੱਲਦਾ ਹੈ। ਔਰ ਜਿਹੜੀ ਚੀਜ਼ ਦਾ ਚਿੰਤਨ ਚੱਲਦਾ ਹੈ, ਉਸੇ ਹੀ ਕਿਸਮ ਦਾ ਹੀ ਜੀਵਨ ਬਤੀਤ ਕਰਦੇ ਆ। ਤੁਸੀਂ ਚਾਹੇ ਕਾਮ ਨੂੰ ਲੈ ਲਓ, ਕ੍ਰੋਧ ਨੂੰ ਲੈ ਲਓ, ਲੋਭ ਨੂੰ ਲੈ ਲਓ, ਮੋਹ ਨੂੰ ਲੈ ਲਓ, ਜਾਂ ਹੰਕਾਰ ਨੂੰ ਲੈ ਲਓ। ਇਸੇ ਕਿਸਮ ਦੀ ਜਿਹੜੀ ਵੀ ਤਰੰਗ ਤੁਹਾਡੇ ਅੰਦਰ ਚੱਲਦੀ ਹੈ, ਔਰ ਉਸੇ ਹੀ ਕਿਸਮ ਦਾ ਤੁਹਾਡਾ ਜੀਵਨ ਹੋਵੇ। ਹਾਂਜੀ ਨਿੱਜਰ ਸਾਹਿਬ ਕਹਿੰਦੇ 5 ਤੱਤ ਮਿਲ ਦਾਨ ਨਿਵੇਰੈ, ਟਾਂਡਾ ਉਤਰਿਓ ਪਾਰਾ। ਕਹਿੰਦੇ 5 ਤੱਤਾਂ ਦਾ ਸਰੀਰ ਸੀਗਾ, ਸਵਾਸ ਮਿਲੇ ਸੀਗੇ, ਬਸ ਪਏ
ਪੰਜਾਂ ਤੱਤਾਂ ਦੇ ਸਰੀਰ ਨੇ, ਪੰਜਾਂ ਤੱਤਾਂ ਦੀ ਦੁਨੀਆ ਆਕਾਰ ਜਿਹੜਾ ਹੈਗਾ ਪਦਾਰਥ ਜਿਹੜਾ ਹੈ ਇਹਨਾਂ ਦੇ ਨਾਲ ਮਿਲ ਕੇ ਦਾਨ ਨਿਬੇੜ ਦਿੱਤਾ ਔਰ ਹੋ ਗਿਆ ਜਿਹੜਾ ਹੈਗਾ ਮੇਰੀ ਮਨੁੱਖੀ ਜੂਨ ਖਤਮ ਹੋ ਗਈ ਪਈ, ਟਾਂਡਾ ਉਤਰਿਓ ਪਾਰਾ। ਇਸੇ ਤਰੀਕੇ ਦੇ ਨਾਲ ਸਾਰਿਆਂ ਦਾ ਜਿਹੜਾ ਹੈਗਾ ਆਪਣਾ ਮਨੁੱਖੀ ਸਰੀਰ ਜਿਹੜਾ ਹੈਗਾ ਇਹ ਕੌਡੀ ਬਦਲੇ, ਜਿਹੜਾ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ, ਇਹ ਚਲੇ ਜਾਂਦਾ ਹੈ ਭਾਈ। ਹੁਣ ਇਸ ਤੋਂ ਬਾਅਦ ਜਿਹੜਾ ਹੈਗਾ ਕਬੀਰ ਜੀ ਦੱਸਦੇ ਆ ਕਿ ਜਿਹੜੇ ਧਿਆਨ ਸਿਮਰਨ ਕਰਦੇ ਆ, ਜਿਨ੍ਹਾਂ ਨੂੰ ਬ੍ਰਹਮ ਗਿਆਨ ਆ ਜਾਂਦਾ ਹੈ, ਜਿਨ੍ਹਾਂ ਦੇ ਕੋਲ ਸ਼ਬਦ ਬ੍ਰਹਮ ਆ ਜਾਂਦਾ, ਜਿਨ੍ਹਾਂ ਦੇ ਕੋਲ ਜਿਹੜਾ ਹੈਗਾ ਗਾਈਡ ਮਿਲ ਜਾਂਦੇ ਜਿਨ੍ਹਾਂ ਨੂੰ, ਉਹਨਾਂ ਦਾ ਕੀ ਹੁੰਦਾ ਹੈ? ਕਹਿਤ ਕਬੀਰ ਸੁਨੋ ਰੇ ਸੰਤੋ, ਸੰਤੋ ਕਿਉਂ ਕਿਹਾ ਬਈ ਸਾਧਨਾ ਕਰਨ ਵਾਲਿਓ ਸੁਣ ਲਓ। ਕਹਿਤ ਕਬੀਰ ਸੁਨੋ ਰੇ ਸੰਤੋ ਅਬ ਐਸੀ ਬਣ ਆਈ, ਕਹਿੰਦੇ ਹੁਣ ਮੇਰੀ ਐਸੀ ਮੇਰੇ ਅੰਦਰ ਆਹ ਚੀਜ਼ ਆ ਗਈ ਹੈ ਭਾਈ, ਮੈਂ ਨਹੀਂ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਆਪਣਾ ਜਿਹੜਾ ਹੈਗਾ ਇਹ ਮਨੁੱਖੀ ਜਨਮ ਜਿਹੜਾ ਹੈਗਾ ਇਹ ਗਵਾ ਰਿਹਾ, ਮੈਂ ਨਹੀਂ ਗਵਾਉਂਦਾ ਇਸ ਤਰੀਕੇ ਦੇ ਨਾਲ, ਮੇਰੇ ਅੰਦਰ ਤਾਂ ਪਰਿਵਰਤਨ ਆ ਗਿਆ। ਧਿਆਨ ਸਿਮਰਨ ਕਰਨ ਦੇ ਨਾਲ ਕੀ ਹੋ ਗਿਆ? ਕਹਿਤ ਕਬੀਰ ਸੁਨੋ ਰੇ ਸੰਤੋ ਅਬ ਐਸੀ ਬਣ ਆਈ, ਘਾਟੀ ਚੜ੍ਹਤ ਬੈਲ ਇੱਕ ਥਾਕਾ ਚਲੋ ਗੌਨ ਛਿਟਕਾਈ। ਕਹਿੰਦੇ ਮੇਰਾ ਬੈਲ ਜਿਹੜਾ ਸੀਗਾ ਪਾਪਾਂ ਵਾਲਾ ਉਹ ਤਾਂ ਥੱਕ ਗਿਆ, ਉਹ ਨਹੀਂ ਹੁਣ ਕੁਛ ਕਰਦਾ ਬਸ, ਕਿਉਂਕਿ ਗੱਡੀ ਜਿਹੜੀ ਹੈ ਦੋ ਬੈਲ ਨਹੀਂ, ਦੋ ਪਾਸੇ ਨਹੀਂ ਲੈ ਜਾ ਸਕਦੇ, ਇੱਕ ਬੈਲ ਚੱਲੂਗਾ ਦੂਜਾ ਚੁੱਪ ਹੁੰਦਾ, ਇੱਕੋ ਹੀ ਬੈਲ ਲੈ ਕੇ ਜਾਂਦਾ। ਕਹਿੰਦੇ ਜਿਹੜਾ ਦੂਸਰਾ ਜਿਹੜਾ ਹੈਗਾ ਇਹ ਪਾਪ ਵਾਲਾ ਬੈਲ ਸੀਗਾ, ਕਹਿੰਦੇ ਉਹ ਤਾਂ ਬਸ ਥੱਕ ਗਿਆ, ਉਹ ਨਹੀਂ ਹੁਣ ਕੁਛ ਕਰਦਾ, ਤੇ ਗੱਡੀ ਜਿਹੜੀ ਹੈ ਪੁੰਨ ਵਾਲਾ ਬੈਲ ਹੀ ਲੈ ਕੇ ਜਾ ਰਿਹਾ ਆ। ਔਰ ਧਿਆਨ ਸਿਮਰਨ, ਔਰ ਮੈਂ ਜਿਹੜੀ ਤ੍ਰਿਸ਼ਨਾ ਦੀ ਬੋਰੀ ਸੀਗੀ ਮੇਰੇ ਅੰਦਰ, ਜਿਹੜੇ ਸੰਸਕਾਰ ਸੀਗੇ ਉਹ ਵੀ ਮੈਂ ਪਰੇ ਸੁੱਟਤੇ ਪਾਏ, ਕਿਉਂਕਿ ਚੜ੍ਹਾਈ ਕਰਨੀ ਆ, ਘਾਟੀ ਚੜ੍ਹਤ, ਘਾਟੀ ਬਹੁਤ ਔਖੀ ਹੈ ਇਹ ਧਿਆਨ ਸਿਮਰਨ ਕਰਨਾ। ਇਹ ਕਿਉਂਕਿ ਜਿੰਨਾ ਆਪਣੇ ਕੋਲ ਜਿੰਨਾ ਭਾਰ ਹੌਲਾ ਓਨਾ ਆਪਾਂ ਜਿਹੜਾ ਸਾਥ ਤੋਂ ਮੂਹਰੇ ਸਭ ਤੋਂ ਅੱਗੇ, ਜਿਹਦੇ ਕੋਲ ਘੱਟ ਭਾਰ ਆ ਸਾਰਿਆਂ ਤੋਂ ਅੱਗੇ ਹੋਏਗਾ ਭਾਈ। ਕਹਿੰਦੇ ਮੈਂ ਤਾਂ ਪੂਰੀ ਦੀ ਪੂਰੀ ਬੋਰੀ ਛਿਟਕਾਤੀ, ਕਹਿੰਦੇ ਪਰੇ ਸੁੱਟਤੀ ਤ੍ਰਿਸ਼ਨਾ ਦੀ ਬੋਰੀ। ਹਾਂਜੀ ਵੀਰ ਜੀ। ਹਾਂਜੀ ਸਾਧ ਸੰਗਤ ਜੀ ਬਹੁਤ ਵਧੀਆ ਉਹਨਾਂ ਨੇ ਸਮਝਾਇਆ, ਕਹਿੰਦੇ ਪੰਜ ਤੱਤ ਮਿਲ ਦਾਨ ਨਿਬੇੜ ਟਾਂਡਾ ਉਤਰਿਓ ਪਾਰ। ਹੁਣ ਇਹ ਜਿਹੜਾ ਪੰਜਾਂ ਤੱਤਾਂ ਦਾ ਸਰੀਰ ਨਿੱਜਰ ਸਾਹਿਬ, ਇਹਦੇ ਨਾਲ ਹੀ ਤੇ ਪਾਰ ਜਾ ਸਕਦੇ ਹਾਂ। ਬਿਲਕੁਲ। ਇਹ ਸਰੀਰ ਹੀ ਸਾਡੇ ਕੋਲ ਹੈਗਾ ਵਾ, ਤੰਦਰੁਸਤ ਆ, ਇਸ ਕਰਕੇ ਇਹਦੀ ਕਦਰ ਕਰਿਆ ਕਰੋ, ਕੋਸ਼ਿਸ਼ ਕਰੋ। ਅੱਜ ਮੈਂ ਡਾਕਟਰ ਕੋਲ ਗਿਆ, ਮੈਨੂੰ ਕਹਿੰਦਾ 5-6 ਕਿਲੋ ਵਜਨ ਹੋਰ ਘਟਾ ਨਿੱਜਰ ਸਾਹਿਬ, ਜਦ ਕਿ ਮੇਰਾ 94 ਕਿਲੋ ਵਜਨ ਹੀ 104 ਕਿਲੋ, ਕਹਿੰਦਾ ਤੂੰ ਹੋਰ ਘਟਾਓ, ਕਹਿੰਦਾ ਤੇਰਾ ਢਿੱਡ ਆ ਤੇਰੀ ਰੀੜ੍ਹ ਦੀ ਹੱਡੀ ਨੂੰ ਅੱਗੇ ਖਿੱਚ ਰਿਹਾ, ਕਹਿੰਦਾ ਜਿੱਦਾਂ ਕਹਿੰਦਾ ਮੋਢੇ ਤੇ ਡੋਲੂ ਟੰਗੇ ਇੱਕ ਸਾਈਡ ਤੇ ਬੈਗ ਟੰਗਿਆ, ਉਹ ਕੀ ਕਰੂਗਾ, ਤੇਰਾ ਮੋਢਾ ਦੰਦੀ ਬਣਾ ਹੋਊਗਾ। ਬਿਲਕੁਲ। ਕਹਿੰਦਾ 3-4 ਕਿਲੋ ਢਿੱਡ ਨਾਲ ਤੇਰੇ ਵਜਨ ਪਤਾ ਵਾ, ਤੇ ਰੀੜ੍ਹ ਦੀ ਹੱਡੀ ਸਿੱਧੀ ਕਿੱਥੋਂ ਰਹਿਣੀ ਆ, ਕਹਿੰਦਾ ਵਾਂਸ ਨਾ ਬੰਨ ਤੇ ਵਾਂਸ ਨੂੰ ਜ਼ੋਰ ਜਿਹਾ ਨਹੀਂ ਪਾਉਂਦਾ। ਮੈਂ ਕਿਹਾ ਕਈਆਂ ਦੇ ਢਿੱਡ ਦੇ ਤੇ 40-40 ਕਿਲੋ ਵੱਧ ਜੋੜਿਆ ਲੋਕਾਂ ਨੇ, ਤੇ ਉਹਨਾਂ ਦਾ ਕੀ ਹਾਲ ਹੋਊਗਾ? ਕਹਿੰਦਾ ਉਹਨਾਂ ਦਾ ਉਹਨਾਂ ਜ਼ਿਆਦਾ ਲੋਡ ਹੈ, ਇਸ ਕਰਕੇ ਵਜਨ ਨੂੰ ਮੇਨਟੇਨ ਕਰਿਆ ਕਰੋ। ਅੱਛਾ, ਹੁਣ ਇੱਥੇ ਸਾਧ ਸੰਗਤ ਜੀ ਆਪਾਂ ਨੂੰ ਕੀ ਸਮਝਾ ਰਹੇ ਨੇ? ਕਹਿੰਦੇ ਕਿ ਜੇ ਤੁਸੀਂ ਪਾਰ ਲੰਘਣਾ ਤੇ ਇਹਦੇ ਲਈ ਵਿਚਾਰ ਕਰਨਾ ਪਊਗਾ। ਹੁਣ ਜੇ ਆਪਾਂ ਸੋਚਾਂਗੇ ਤੇ ਲੰਘ ਹੀ ਜਾਵਾਂਗੇ, ਆਪਾਂ ਸੋਚਿਆ ਨਹੀਂ ਤੇ ਕਿੱਥੋਂ ਲੰਘਾਂਗੇ। ਹਾਂਜੀ ਨਿੱਜਰ ਸਾਹਿਬ। ਕਹਿਤ ਕਬੀਰ ਸੁਨੋ ਰੇ ਸੰਤੋ ਅਬ ਐਸੀ ਬਣੀ ਆਈ, ਘਾਟੀ ਚੜ੍ਹਤ ਬੈਲ ਇੱਕ ਥਾਕਾ। ਕਹਿੰਦੇ ਜਿਹੜਾ ਹੈਗਾ ਪਾਪਾਂ ਵਾਲਾ ਬੈਲ ਜਿਹੜਾ ਹੈਗਾ ਉਹ ਥੱਕ ਗਿਆ, ਉਹਦੇ ਤੋਂ ਨਹੀਂ ਮੈਂ ਹੁਣ ਕੰਮ ਲੈਂਦਾ, ਉਹ ਕੰਮ ਕਰਦਾ ਹੀ ਨਹੀਂ ਹੁਣ, ਮੈਂ ਬਿਲਕੁਲ ਬੰਦ ਕੀਤਾ ਹੋਇਆ ਉਹਨੂੰ। ਤੇ ਚਲੋ ਗੌਨ ਛਿਟਕਾਈ, ਤੇ ਜਿਹੜੀ ਮੇਰੀ ਤ੍ਰਿਸ਼ਨਾ ਦੀ ਬੋਰੀ ਸੀ ਉਹ ਵੀ ਮੈਂ ਸੁੱਟ ਦਿੱਤੀ ਆ। ਹੁਣ ਮੈਂ ਚੜ੍ਹਾਈ ਚੜ੍ਹ ਰਿਹਾ, ਹੁਣ ਤਾਂ ਅੰਦਰ ਧਿਆਨ ਸਿਮਰਨ ਕਰਕੇ ਸੁਰਤ ਜਿਹੜੀ ਆਤਮਾ ਵੱਲ ਜਾ ਰਹੀ ਹੈ। ਹਾਂਜੀ ਵੀਰ ਜੀ। ਬਿਲਕੁਲ ਠੀਕ ਹੈ ਜੀ। ਆਪ ਜੀ ਨੂੰ ਪਹਿਲਾਂ ਵੀ ਕਿਹਾ ਸੀ ਕਿ ਉਹ ਇੱਕ ਬਲਦ, ਦੋਨੋਂ ਬਲਦ ਆ, ਇੱਕ ਪਾਪ ਵਾਲਾ ਇੱਕ ਪੁੰਨ ਵਾਲਾ। ਜਿਹਨੂੰ ਤੁਸੀਂ ਰਾਸ਼ਨ ਪਾਤਾ ਨਾ ਉਹਨੇ ਤਗੜਾ ਹੋ ਜਾਣਾ। ਤੇ ਹੁਣ ਤੁਸੀਂ ਵੇਖਿਆ ਨੀ, ਦੋ ਟਰੈਕਟਰਾਂ ਨੂੰ ਖਿੱਚੀ ਜਾਂਦੇ ਨੇ ਆਮ YouTube ਤੇ ਵਗੈਰਾ ਫੇਸਬੁੱਕ ਤੇ, ਉਹ ਮੁੰਡੇ ਟਰੈਕਟਰ ਦੇ ਵਿੱਚ ਟੋਚਨ ਜਾ ਪਾ ਲੈਂਦੇ, ਤੇ ਜਿਹੜਾ ਟਰੈਕਟਰ ਤਾਕਤਵਰ ਆ ਉਹ ਮਾੜੇ ਟਰੈਕਟਰ ਨੂੰ ਖਿੱਚ ਲੈਂਦਾ। ਹੁਣ ਸੰਗਤ ਦੇ ਵਿੱਚ ਕੀ ਹੋਣਾ ਕਿ ਜਿਹੜਾ ਟਰੈਕਟਰ ਤੁਹਾਡਾ ਕਮਜ਼ੋਰ ਆ ਨਾ, ਜਿਹਨੂੰ ਪੁੰਨ ਵਾਲਾ ਬਲਦ ਕਹਿੰਦੇ ਆ, ਉਸ ਚ ਪਾਵਰ ਹੋਣੀ ਹੈ। ਕਿਉਂਕਿ ਬਾਣੀ ਕੀ ਕਰ ਰਹੀ ਹੈ? ਬਾਣੀ ਤੁਹਾਡੇ ਅੰਦਰ ਕੁਛ ਨਹੀਂ ਭੇਜ ਰਹੀ, ਇਸੇ ਲਈ ਤੇ ਬਾਣੀ ਕਹਿੰਦੀ ਸੰਗਤ ਕਰਨੀ ਪੈਣੀ, ਤੈਨੂੰ ਹਰ ਦੇਣਾ। ਕਿਉਂਕਿ ਸੰਗਤ ਦੇ ਨਾਲ ਕੀ ਹੋਣਾ ਕਿ ਬੂੰਦ ਬੂੰਦ ਕਰਕੇ ਗਿਆਨ ਅੰਦਰ ਪ੍ਰਵੇਸ਼ ਕਰੇਗਾ। ਕਾਫੀ ਵੱਡਾ ਮਟੀਰੀਅਲ ਹੈ। ਫਿਰ ਤੁਹਾਡੇ ਅੰਦਰ ਗਿਆਨ ਜਿਵੇਂ ਜਿਵੇਂ ਗਿਆਨ ਜਾਣਾ ਨਾ, ਤੇ ਤੁਹਾਨੂੰ ਆਪਣੀਆਂ ਸ਼ਕਤੀਆਂ ਦਾ ਪਤਾ ਲੱਗ ਜਾਣਾ। ਸ਼ਕਤੀਆਂ ਦਾ ਪਤਾ ਲੱਗ ਜਾਣਾ ਕਿ ਤੁਹਾਨੂੰ ਪਤਾ ਲੱਗ ਜਾਣਾ ਹੈ ਕਿ ਇਹ ਚੁਗਲੀ ਹੈ, ਇਹ ਨਿੰਦਿਆ ਹੈ, ਇਹ ਪਾਪ ਆ, ਇਹ ਪੁੰਨ ਹੈ। ਬਾਣੀ ਕੀ ਕਰ ਰਹੀ ਹੈ? ਬਾਣੀ ਵਿਵੇਕ ਤੇ ਪੈਦਾ ਕਰ ਰਹੀ ਹੈ ਨਾ। ਨੋਰਮਲੀ ਤੌਰ ਤੇ ਆਪਾਂ ਤੇ ਵਹਿੰਦੇ ਨਹੀਂ, ਆਪਣੇ ਕੋਲ ਗਿਆਨ ਦੀ ਗੱਲ ਥੋੜੀ, ਆਪਾਂ ਤੇ ਸਾਰੀ ਵਿਦਿਆ ਦੀ ਥੋੜੀ ਗੱਲ ਕਰਦੇ ਹਾਂ, ਆਪਾਂ ਅਵਿਦਿਆ ਦੀ ਗੱਲ ਕਰਦੇ ਹਾਂ।
ਆਪਾਂ ਸਹੀ ਨੂੰ ਗਲਤ ਸਮਝਦੇ ਹਾਂ, ਗਲਤ ਨੂੰ ਸਹੀ ਸਮਝਦੇ ਹਾਂ। ਪਰ ਬਾਣੀ ਤੇ ਉਹ ਕਹਿੰਦੀ ਹੈ ਕਿ ਗਲਤ ਆ ਹੀ ਤੇ ਆ ਸਹੀ। ਉਹ ਕਹਿੰਦੀ ਹੈ ਇਹ ਫਰੂਟ ਹੀ ਏਦਾਂ ਦਾ ਤੇ ਆਹ ਫਰੂਟ ਹੀ ਏਦਾਂ ਦਾ, ਜੇ ਤੂੰ ਆਹ ਖਾਵੇਂਗਾ ਤੂੰ ਤੰਦਰੁਸਤ ਹੋਵੇਂਗਾ। ਪਰ ਇੱਕ ਆਹ ਫਰੂਟ ਹੋਰ ਵੀ ਉਹ ਇਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵਾਲਾ ਹੈ ਤੇ ਇਹ ਵੀ ਬੜੇ ਮਿੱਠੇ ਆ, ਪਰ ਇਹ ਤੇਰੇ ਲਈ ਚੰਗੇ ਨਹੀਂ ਹੈਗੇ। ਪਰ ਜੇ ਖਾਏਂਗਾ ਤਾਂ ਕੀ ਹੋਊਗਾ, ਤੇਰਾ ਸਰੀਰ ਵੀ ਤੇ ਕੰਨ ਵੀ ਗਲ ਜਾਣਾ ਹੈ, ਤੇਰਾ ਅੰਤਰਾ ਕੰਨ ਵੀ ਗਲ ਜਾਏਗਾ, ਨੁਕਸਾਨ ਹੋ ਜਾਏਗਾ, ਤੇਰਾ ਡੈਮੇਜ ਹੋ ਜਾਏਗਾ, ਫਿਰ ਪਰਲੇ ਪਾਰ ਨਹੀਂ ਪਹੁੰਚਾ ਸਕਦਾ। ਤੇ ਫਿਰ ਕਹਿੰਦੇ ਕਿ ਕੀ ਹੋਇਆ, ਸੰਗਤ ਕਰਦੇ ਗਏ, ਸਾਧਨਾ ਕੀਤੀ, ਸੰਗਤ ਕੀਤੀ, ਸਾਧਨਾ ਕੀਤੀ, ਬਾਰ-ਬਾਰ ਕਰਨ ਦੇ ਨਾਲ ਕੀ ਹੋ ਗਿਆ ਕਿ ਕਹਿੰਦੇ ਜਿਹੜਾ ਮੇਰਾ ਬਲਦ ਸੀ ਨਾ, ਜਿਹੜਾ ਕਮਜ਼ੋਰ, ਹੁਣ ਉਹ ਪਾਵਰਫੁਲ ਹੋ ਗਿਆ ਵਾ। ਔਰ ਰੇੜੇ ਨੂੰ ਉਹ ਖਿੱਚੀ ਫਿਰਦਾ ਵਾ। ਰੇੜੇ ਤੋਂ ਭਾਵ ਸਾਨੂੰ ਉੱਪਰ ਲੈ ਕੇ ਜਾ ਰਿਹਾ ਹੈ। ਹੁਣ ਜਿਹੜੀ ਵਿਵੇਕ ਬੁੱਧੀ ਹੈ ਤੁਹਾਨੂੰ ਚੱਕੂਗੀ, ਉਹ ਕਹੂਗੀ ਕਰੋੜ ਰੁਪਇਆ ਪਿਆ ਨਾ, ਮੈਂ ਥੁੱਕਣਾ ਵੀ ਨਹੀਂ ਹੋਰ ਤੇ ਜੇ ਹਜੇ ਵੀ ਦਿਲ ਕਰਦਾ ਹੈ ਕਿ ਚੁੱਕ ਲਈਏ ਤੇ ਹਜੇ ਸਮਝ ਲਓ ਕਿ ਤੁਹਾਡਾ ਜਿਹੜਾ ਚੰਗਾ ਬੈਲਦ ਹੈ ਨਾ, ਉਹ ਕਮਜ਼ੋਰ ਹੈ। ਜੇ ਜੰਨਤ ਵੀ ਔਗਣ ਕਰੇ, ਬਾਣੀ ਕਹਿੰਦੀ ਜੰਨਤ ਵੀ ਔਗਣ ਕਰੇ, ਜੇ ਤੁਹਾਡਾ ਮਨ ਕਰਦਾ ਹਜੇ ਵੀ ਔਗਣ ਕਰਨ ਨੂੰ, ਮਾੜੇ ਕੰਮ ਕਰਨ ਨੂੰ, ਸਮਝ ਲਓ ਕਿ ਹਜੇ ਤੁਹਾਨੂੰ ਹੋਰ ਮਿਹਨਤ ਕਰਨ ਦੀ ਲੋੜ ਆ। ਤੁਸੀਂ ਕੀ ਕਰੋ, ਘਬਰਾਉਣਾ ਨਹੀਂ, ਖੰਡ ਵਧਾਓ। ਕਬੀਰ ਜੀ ਗੱਲ ਕਹਿ ਰਹੇ ਸੀ ਨਾ, ਖੰਡ ਨੂੰ ਵਧਾਓ। ਕਿਤੇ ਇਹ ਨਾ ਸੋਚਿਓ ਕਿ ਥੋੜੀ ਜਿਹੀ ਖੰਡ ਪਾ ਕੇ ਤੁਹਾਡਾ ਕੰਮ ਕਿਉਂ ਨਹੀਂ ਹੋ ਰਿਹਾ। ਇਹਦੇ ਪਿੱਛੇ ਕਾਰਨ ਇਹੋ ਹੀ ਹੈ ਕਿ ਖੰਡ ਘੱਟ ਪਾ ਰਹੇ ਜੇ ਤੁਸੀਂ। ਬਿਲਕੁਲ, ਧਿਆਨ ਸਿਮਰਨ ਦਾ ਸਮਾਂ ਵਧਾਓ। ਹਾਂ, ਤੇ ਥੋੜਾ ਜਿਹਾ ਵਧਾਓ ਤੇ ਥੋੜੀ ਜਿਹੀ ਮਿਹਨਤ ਜ਼ਿਆਦਾ ਕਰਨ ਦੀ ਲੋੜ ਹੈ। ਉਹ ਕਹਿੰਦੇ ਕਿ ਜ਼ਮੀਨ ਤੇਰੀ ਵੀ ਪੂਰੀ ਕੰਮ ਦੀ ਹੈ, ਬਲਦ ਜਿਹੜਾ ਤੇਰਾ ਵੀ ਵਧੀਆ ਦਿੱਤਾ ਰੱਬ ਨੇ, ਪਰ ਤੈਨੂੰ ਥੋੜੀ ਜਿਹੀ ਇਨਵੈਸਟਮੈਂਟ ਜ਼ਿਆਦਾ ਕਰਨੀ ਪਊਗੀ। ਤੁਸੀਂ ਕਹੋਗੇ ਕਿੱਦਾਂ ਮੈਂ ਇਨਵੈਸਟਮੈਂਟ ਵੱਧ ਕੀਤਾ ਕੀ ਹੋਊਗਾ, ਪਰ ਕਈ ਵਾਰੀ ਵੇਖੋ ਆਪਣੇ ਕੋਲ ਪੈੜੀਆਂ ਹੁੰਦੀਆਂ ਨਾ, ਪੈੜੀਆਂ 'ਚ ਕਿਸਾਨਾਂ ਨੂੰ ਪੈੜੀਆਂ, ਮੈਂ ਤੇ ਕਿਸਾਨ ਦਾ ਬੱਚਾ, ਤੇ ਪੈੜੀਆਂ ਕਈ ਵਾਰੀ ਬੜੀਆਂ ਜਰਖੇਜ ਹੁੰਦੀਆਂ ਨੇ, ਐਵੇਂ ਨਹੀਂ ਹੋ ਜਾਂਦੀਆਂ। ਉਹ ਪਹਿਲਾਂ ਕਿਸੇ ਨੇ ਮਿਹਨਤ ਕੀਤੀ ਉੱਥੇ। ਔਰ ਕਈ ਵਾਰੀ ਜਦੋਂ ਵੰਡ ਹੁੰਦੀ ਆ, ਉਹ ਫਿਰ ਹਲਕੀ ਪੈੜੀ ਹੁੰਦੀ ਆ। ਹਲਕੀ ਪੈੜੀ ਵੀ ਵਧੀਆ ਬਣ ਜੂਗੀ, ਪਰ ਉੱਥੇ ਥੋੜੀ ਜਿਹੀ ਜ਼ਿਆਦਾ ਮਿਹਨਤ ਕਰਨੀ ਪਊਗੀ। ਉੱਥੇ ਪਾਣੀ ਦਾ ਅਰੇਂਜਮੈਂਟ ਕਰਨਾ ਪਊਗਾ, ਐਰਾ ਵਗੈਰਾ। ਇਸੇ ਤਰ੍ਹਾਂ ਕਹਿੰਦੇ ਨੇ ਕਿ ਤੁਸੀਂ ਆਪਣੇ ਅੰਦਰ ਥੋੜੀ ਜ਼ਿਆਦਾ ਮਿਹਨਤ ਕਰੋ, ਮਿੱਠਾ ਜ਼ਿਆਦਾ ਪਾਓ, ਬੰਦਗੀ ਜ਼ਿਆਦਾ ਕਰੋ। ਤੇ ਕਹਿੰਦੇ ਫਿਰ ਕੀ ਹੋਊਗਾ, ਤੇ ਫਿਰ ਕਹਿੰਦੇ ਦੂਜਾ ਥੱਕ ਜੂਗਾ। ਹੁਣ ਤਗੜੇ ਦੇ ਗਾਰੀ ਕੀ ਕਰ ਲੂਗਾ ਕੋਈ। ਬਿਲਕੁਲ, ਉਹ ਤੇ ਸਾਡੇ ਗਿਆਨ ਕਰਕੇ, ਸਾਡੇ ਭਰਮ ਕਰਕੇ ਅਸੀਂ ਸੱਚ ਨੂੰ ਝੂਠ ਸਮਝ ਲਿਆ, ਝੂਠ ਨੂੰ ਸੱਚ ਸਮਝ ਲਿਆ। ਇਸੇ ਕਰਕੇ ਤੇ ਉਹ ਪਾਪ ਵਾਲਾ ਬਲਦ ਤਗੜਾ ਹੋਈ ਜਾ ਰਿਹਾ ਸੀ। ਤੇ ਪਰ ਜਦੋਂ ਸਾਨੂੰ ਗਿਆਨ ਹੋ ਗਿਆ, ਬਾਣੀ ਤੇ ਮਨਾ ਕੀਤਾ ਕਿ ਚੁਗਲੀ ਨਹੀਂ ਕਰਨੀ, ਤੂੰ ਨਿੰਦਿਆ ਨਹੀਂ ਕਰਨੀ, ਚਰਨਜੀਤ ਝੂਠ ਨਹੀਂ ਬੋਲਣਾ, ਤੂੰ ਰਾਗ ਨਹੀਂ ਕਰਨਾ, ਦਵੈਸ਼ ਨਹੀਂ ਕਰਨਾ, ਤੂੰ ਈਰਖਾ ਨਹੀਂ ਕਰਨੀ ਕਿਸੇ ਦੇ ਨਾਲ, ਤੂੰ ਪਰਾਇਆ ਹੱਕ ਨਹੀਂ ਮਾਰਨਾ, ਇਮਾਨਦਾਰੀ ਨਾਲ ਜੀਵਨ ਬਤੀਤ ਕਰਨਾ। ਤੇ ਉਹਦੇ ਨਾਲ ਕੀ ਹੋਊਗਾ, ਇਹ ਗੱਲਾਂ ਐਵੇਂ ਥੋੜੀ ਹੈ। ਜੇ ਮੈਂ ਇਹਨਾਂ ਨੂੰ ਜ਼ਿੰਦਗੀ 'ਚ ਇੰਪਲੀਮੈਂਟ ਕਰੂੰਗਾ ਤੇ ਮੇਰੇ ਅੰਤਰਾਕਰਨ 'ਚ ਆਤਮਿਕ ਸ਼ਕਤੀ ਪੈਦਾ ਹੋ ਜਾਣੀ ਆ, ਮੇਰੇ ਆਤਮ ਬਹੁਤ ਪਤਾ ਹੋ ਜਾਣਾ। ਨਿੱਜਰ ਸਾਹਿਬ, ਬਿਲਕੁਲ, ਪੁੰਨ ਵਾਲਾ ਬੈਲ ਤਗੜਾ ਹੋ ਜਾਣਾ। ਹਾਂ, ਉਹ ਧਰਮ ਦਾ ਬਲਦ ਹੈਗਾ, ਉਹ ਧਰਮ ਆ ਗਿਆ। ਧਰਮ ਤੇ ਇਹੋ ਹੀ ਕਹਿੰਦੇ ਆ ਨਾ ਕਿ ਜੀਵਨ ਨੂੰ ਸਹੀ ਤਰੀਕੇ ਨਾਲ ਬਤੀਤ ਕਰੋ। ਉਹ ਥੋੜੀ ਕਹਿੰਦੇ ਕਿ ਜਾ ਕੇ ਮੰਦਿਰ ਬਣਾ ਦੇ। ਬਿਲਕੁਲ, ਧਰਮ ਤੇ ਕਹਿੰਦਾ ਕਿ ਪਹਿਲੀ ਗੱਲ ਤੂੰ ਆਪਣੇ ਐਕਸ਼ਨ ਤੇ ਸਹੀ ਕਰ, ਬੇਸਿਕ। ਬਾਕੀ ਭਗਤੀ ਨੇ ਜੀਵਨ ਚੁੱਕੀ ਜਾਣਾ ਆਪਣੇ ਆਪ ਹੀ। ਹਾਂਜੀ ਨਿੱਜਰ ਸਾਹਿਬ, ਅੱਗੇ ਚੱਲੀਏ। ਹਾਂਜੀ ਵੀਰ ਜੀ, ਅਗਲਾ ਸ਼ਬਦ ਇਸੇ ਦਾ ਅਗਲਾ ਮਤਲਬ ਜਿਹੜਾ ਹੈਗਾ, ਇਹੀ ਯਾਤਰਾ ਜਿਹੜੀ ਹੈਗੀ ਆ, ਦੇਖੋ ਲਿੰਕ ਅੱਗੇ ਜਾ ਰਿਹਾ ਹੈ। ਤੇ ਕਬੀਰ ਜੀ ਕਹਿੰਦੇ ਦੇਖ ਲਾ ਪਿਆਰਿਆ, ਹਾਲੇ ਵੀ ਜਿਹੜਾ ਹੈਗਾ ਤੇਰੇ ਕੋਲ ਹੈਗਾ ਸਮਾਂ, ਹਾਲੇ ਤੇਰੇ ਕੋਲ ਹੈਗਾ, ਤੂੰ ਹਾਲੇ ਜਿਹੜੇ ਪਾਸੇ ਮਰਜੀ ਜਿਹੜਾ ਤੂੰ ਕਰ ਸਕਦਾ, ਜਿਹੜੇ ਕੰਮ ਵਾਸਤੇ ਆਇਆ ਆ। ਕਹਿੰਦੇ ਗੌੜੀ ਪੰਚਪਦਾ ਪੇਵਕੜੇ ਦਿਨ 4 ਹੈ, ਸਾਹੁਰੜੇ ਜਾਣਾ। ਦੇਖ ਲਾ ਪਿਆਰਿਆ, ਸਹੁਰੇ ਜਾਣਾ ਪੈਣਾ ਹੈ ਤੈਨੂੰ, ਇੱਥੇ ਪੇਕੇ ਘਰ ਦੇ ਵਿੱਚ ਹੀ ਨਹੀਂ ਬੈਠੇ ਰਹਿਣਾ। 4 ਦਿਨ ਦੀ ਚਾਂਦਨੀ ਹੈਗੀ ਆ, ਫਿਰ ਦੇਖ ਲਾ ਬਾਅਦ 'ਚ ਤੇਰਾ ਹਿਸਾਬ ਕਿਤਾਬ ਹੋਣਾ ਹੈ। ਪੇਵਕੜਾ ਦਿਨ 4 ਹੈ, ਸਾਹੁਰੜੇ ਜਾਣਾ। ਹੁਣ ਸਹੁਰੇ ਜਿਹੜੇ ਹੈਗੇ, 2 ਸਹੁਰੇ ਹੈਗੇ ਭਾਈ। ਆਪਸ਼ਨ ਆਪਣੇ ਕੋਲ ਹੈਗਾ, ਆਪਸ਼ਨ ਹੈਗਾ ਇਨਸਾਨ ਦੇ ਕੋਲ, ਬਈ ਕਿਹਦੇ ਨਾਲ ਵਿਆਹ ਕਰਾਉਣਾ ਹੈ। ਇੱਕ ਤਾਂ ਮੌਤ ਹੈਗੀ ਹੈ ਭਾਈ, ਇੱਕ ਪਰਮਾਤਮਾ ਹੈਗਾ ਜਿਹਦੇ ਨਾਲ ਮਰਜ਼ੀ ਵਿਆਹ ਕਰਾ ਸਕਦੇ। ਫਰੀਦ ਜੀ ਕਹਿੰਦੇ ਜਿੱਤ ਦਿਹਾੜੇ ਤਨ ਵਰੀ ਸਾਹੇ ਲੈ ਲਿਖਾਏ, ਮਲਕ ਜੇ ਕੰਨੀ ਸੁਣੀਂਦਾ ਮੂੰਹ ਦਿਖਾ ਲਿਆਏ। ਉਹ ਮੌਤ ਦੇ ਨਾਲ ਵਿਆਹ ਕਰਾ ਲਿਆ ਭਾਈ। ਇਸੇ ਵਾਸਤੇ ਹੁਣ ਕਬੀਰ ਜੀ ਕਹਿ ਰਹੇ ਆ, ਕਹਿੰਦੇ ਬਈ ਸਹੁਰੇ ਤਾਂ ਜਾਣਾ ਪਊਗਾ ਤੈਨੂੰ, ਇੱਥੇ ਨਹੀਂ ਰਹਿ ਸਕਦਾ ਤੂੰ, ਇਹ ਤਾਂ ਪੇਕਾ ਘਰ ਹੈਗਾ, ਇੱਥੇ ਥੋੜੀ ਨਾ ਜਾਏ। ਇੱਥੇ ਤਾਂ ਪੇਕੇ ਘਰ 'ਚ ਜਿਹੜਾ ਚੰਗੇ ਗੁਣ ਸਿੱਖ ਕੇ, ਚਾਹੇ ਤੂੰ ਜਿਹੜਾ ਕਾਲ ਦੇ ਨਾਲ ਜਿਹੜਾ ਹੈਗਾ ਮੌਤ ਦੇ ਨਾਲ ਵਿਆਹ ਕਰਾ ਲਾ, ਚਾਹੇ ਤੂੰ ਪਰਮਾਤਮਾ ਦੇ ਨਾਲ ਵਿਆਹ ਕਰਾ ਲਾ, ਤੇਰੀ ਆਪਣੀ ਖੁਸ਼ੀ ਹੈਗੀ। ਜਿੱਧਰ ਵਰ ਤੂੰ ਚੂਜ਼ ਕਰਨਾ ਹੈ,
ਮਾਲਕ ਨੇ ਭੇਜਿਆ ਹੈ, ਮਾਲਕ ਨੇ ਪੂਰੀ ਫਰੀडम ਦਿੱਤੀ ਹੋਈ ਹੈ। ਬੇਵਕੜਾ ਦਿਨ ਚਾਰ ਹੈ ਸਾਹੁਰੜੇ ਜਾਣਾ, ਅੰਧਾ ਲੋਕ ਨਾ ਜਾਣੇ ਮੂਰਖ ਆਣਾ। ਕਹਿੰਦੇ ਅੰਧਾ ਲੋਕੀ ਜਿਹੜੇ ਹੈਗੇ ਨਹੀਂ ਸਮਝਦੇ, ਮੂਰਖ ਹੈਗੇ ਆ, ਸਿਆਣੇ ਹੈਗੇ ਆ, ਸਮਝਦੇ ਨੇ ਵੀ ਸਮਾਂ ਖਤਮ ਹੋ ਜਾਣਾ ਹੈ ਫਿਰ, ਤੇ ਮੌਤ ਨੇ ਤਾਂ ਉਹਨੇ ਤਾਂ ਵਰ ਲੈ ਹੀ ਜਾਣਾ, ਉਹਨੇ ਤਾਂ ਲੈ ਹੀ ਜਾਣਾ ਫਿਰ। ਜੇ ਤੂੰ ਪਰਮਾਤਮਾ ਵੱਲ ਨੂੰ ਨਹੀਂ, ਪਰਮਾਤਮਾ ਨੂੰ ਚੂਜ਼ ਕੀਤਾ, ਆਪਣੇ ਪਤੀ ਨੂੰ ਨਹੀਂ ਲੱਭਿਆ, ਨਹੀਂ ਜਿਹੜਾ ਹੈਗਾ ਅੰਦਰ ਧਿਆਨ ਸਿਮਰਨ ਕੀਤਾ, ਤੇ ਭਾਈ ਮੌਤ ਨੇ ਤਾਂ ਆ ਕੇ ਤੈਨੂੰ ਵਰ ਕੇ ਲੈ ਹੀ ਜਾਣਾ ਹੈ। ਅੰਧਾ ਲੋਕ ਨਾ ਜਾਣੇ, ਨਹੀਂ ਜਾਣਦੇ ਪਾਏ, ਅੰਨੇ ਹੈਗੇ, ਆਪਾਂ ਨੂੰ ਅਗਿਆਨਤਾ ਦੇ ਵਿੱਚ ਹੈਗੇ ਆ, ਜੀ ਚੋਗਾ ਪਾਇਆ ਇਹਦੇ ਵਿੱਚ ਹੀ ਫਸੇ ਹੋਏ ਆ। ਅੰਧਾ ਲੋਕ ਨਾ ਜਾਣੇ ਮੂਰਖ ਆਣਾ, ਕਹੋ ਡੱਡੀਆ ਬਾਂਧੇ ਧਨ ਖੜੀ, ਪਾਹੂ ਘਰ ਆਏ ਮੁਕਲਾਊ ਆਏ ਰਹਾਓ। ਕਹਿੰਦੇ ਕੀ ਕਰ ਰਹੀ ਹੈ ਕੁੜੀ, ਆਪਾਂ ਕੀ ਕਰ ਰਹੇ ਹਾਂ, ਆਪਾਂ ਹੈਗੇ ਕੁੜੀ, ਆਪਾਂ ਹੈਗੇ ਵਿਆਹੁਣ ਵਾਲੇ ਭਾਈ। ਕਹਿੰਦੇ ਹਲੇ ਕੀ ਕਰ ਰਹੀ ਹੈ, ਕਹਿੰਦੇ ਡੱਡੀਆ ਬਾਂਧੇ ਧਨ ਖੜੀ। ਕਹਿੰਦੇ ਬਸ ਉਹ ਘਰ ਦੀ ਜਿਹੜੀ ਹੈਗੀ, ਉਹ ਜਿਹੜੇ ਅੱਧਾ ਜਿਹੜੀ ਛੋਟੀ ਜੀ ਜਿਹੜੀ ਹੈਗੀ ਕੱਪੜੇ ਜਿਹੜੇ ਹੈਗੇ ਘਰ ਵਾਲੇ ਕੱਪੜੇ, ਗੰਦੇ ਮੰਦੇ ਜਿਹੜੇ ਕੰਮ ਕਰਨ ਵਾਲੇ ਕੱਪੜੇ ਪਾਏ ਹੋਏ ਆ, ਵਿਆਹ ਵਾਲੇ ਤੇ ਕੱਪੜੇ ਵੀ ਨਹੀਂ ਪਾਏ, ਤਿਆਰੀ ਨਹੀਂ ਕੀਤੀ ਉਹਨੇ ਵਿਆਹ ਦੀ। ਕਹੋ ਡੱਡੀਆ ਬਾਂਧੇ ਧਨ ਖੜੀ, ਉਸ ਤਰ੍ਹਾਂ ਹੀ ਹੈਗੀ ਅਵੇਸਲੀ ਦੀ ਅਵੇਸਲੀ, ਪਾਹੂ ਘਰ ਆਏ ਮੁਕਲਾਊ ਆਏ। ਆ ਗਏ ਭਾਈ ਪ੍ਰਾਹੁਣੇ, ਉਹ ਤਾਂ ਕਾਲ ਤਾਂ ਆ ਗਏ, ਉਹਦੇ ਜਿਹੜੇ ਹੈਗੇ ਧਰਮਰਾਜ ਦੇ ਦੂਤ ਤਾਂ ਆ ਗਏ ਮੁਕਲਾਉਣ ਵਾਸਤੇ, ਮੁਕਲਾਵਾ ਲੈਣ ਵਾਸਤੇ। ਰਹਾਓ। ਹਾਂਜੀ ਵੀਰ ਜੀ। ਠੀਕ ਹੈ ਸਾਧ ਸੰਗਤ ਜੀ, ਕਬੀਰ ਜੀ ਥੋੜਾ ਜਿਹਾ ਆਪਾਂ ਨੂੰ ਹੈਵੀ ਡੋਜ਼ ਦੇ ਰਹੇ ਕਿ ਉੱਟਾ ਜਦੋਂ ਬਿਮਾਰੀ ਵੱਡੇ ਤੇ ਟੀਕਾ ਵੱਡਾ ਹੀ ਲਾਉਣਾ ਆਪਾਂ ਨੂੰ। ਹੁਣ ਕਈਆਂ ਨੂੰ ਮੈਂ ਵੀ ਟੀਕਾ ਲਾ ਹੀ ਦਿੰਦਾ, ਛੋਟਾ ਮੋਟੇ ਟੀਕੇ ਨੇ ਨਹੀਂ ਜਾ ਕਰਦੇ, ਤੇ ਮੈਂ ਵੱਡਾ ਟੀਕਾ ਲਾਉਂਗਾ ਫੇਰ ਹੀ ਗੱਲ ਬਣਨੀ ਹੈ। ਕਹਿੰਦੇ ਨਾ ਕਿ 100 ਸੁਨਿਆਰ ਦੀ ਤੇ 1 ਲੋਹਾਰ ਦੀ। ਹਾਂ ਕਬੀਰ ਜੀ ਦੀਵਾਨ ਚੁੱਕ ਕੇ ਲਗਾਏ ਨੇ ਵੱਡਾ ਥੋੜਾ। ਠੀਕ ਹੈ ਜੀ, ਹਾਂ ਬੋਲੋ ਜੀ, ਪਹਿਲੀ ਬੋਲੋ ਜੀ। ਤੁਕ ਨਹੀਂ ਜੈਸਾ ਬੇਵਕੜਾ ਦਿਨ ਚਾਰ ਹੈ ਸਾਹੁਰੜੇ ਜਾਣਾ। ਕਹਿੰਦੇ ਪੇਕੇ ਘਰ 'ਚ 4 ਦਿਨ ਹੈ ਤੇਰੇ ਕੋਲ ਭਾਈ, ਜਿੰਨਾ ਵੀ ਸਮਾਂ ਹੈਗਾ ਤੇਰੇ ਕੋਲ ਥੋੜਾ ਹੈਗਾ, ਲਿਮਟਿਡ ਹੈਗਾ, ਸਹੁਰੇ ਜਾਣਾ ਜ਼ਰੂਰੀ ਹੈਗਾ, ਜਾਣਾ ਹੀ ਪਊਗਾ। ਹਾਂਜੀ ਵੀਰ। ਉਹ ਕਹਿੰਦੇ ਆ ਕਿ ਤੈਨੂੰ ਪਤਾ ਹੈਗਾ, ਥੋੜਾ ਜਿਹਾ ਧਿਆਨ ਦਿੱਤਾ ਚਰਨ ਜੀ, ਸਵੇਰ ਤੋਂ ਉੱਠ ਜਾਂਦਾ ਤੇ ਮੂੰਹ ਚੱਕ ਕੇ ਤੁਰਿਆ ਜਾਂਦਾ, ਕੋਈ ਕੰਮ ਹੀ ਫੇਰ ਪਹੁੰਚ ਜਾਂਦਾ, ਬੜਾ ਬਿਜ਼ੀ ਆ, ਬਹੁਤ ਕੰਮ ਹੈ ਤੈਨੂੰ। ਲੋਕੀ ਕਹਿੰਦੇ ਆ ਕਿ ਚੱਲ ਬੰਦਗੀ ਕਰ ਲੈ, ਤੂੰ ਕਹਿੰਦਾ ਬਈ ਹਜੇ ਤੇ ਸਿਰ ਖੁਰਕ ਨੂੰ ਟਾਈਮ ਨਹੀਂ। ਹਾਂ ਜੇ ਤਾਂ ਬੁੱਢਿਆਂ ਦਾ ਕੰਮ ਹੈਗਾ। ਉਹ ਕਹਿੰਦੇ ਸਿਰ ਖੁਰਕ ਨੂੰ ਟਾਈਮ ਨਹੀਂ। ਅੱਛਾ ਉਹ ਫਿਰ ਸਕੀਮ ਜੀ ਸੁਣਾਉਂਦੇ ਹੁੰਦੇ ਆ, ਕਹਿੰਦੇ ਹਜੇ ਤੇ ਮਰਨ ਨੂੰ ਟਾਈਮ ਨਹੀਂ ਹੈਗਾ। ਉਹ ਕਹਿੰਦੇ ਤੇਰੇ ਕੋਲ ਟਾਈਮ ਨਹੀਂ ਹੈਗਾ, ਪਰ ਉਹ ਕੋ ਬਥੇਰਾ ਟਾਈਮ ਹੀ ਜਦੋਂ ਆ ਗਿਆ ਨਾ। ਉਹ ਇੱਕ ਨਾ ਬਾਬਾ ਜੀ ਬੈਠਾ ਸੀ, ਕਾਫੀ ਦੁਖੀ ਸੀ, ਤੇ ਉਹ ਏਦਾਂ ਹੀ ਰੁੱਖ ਥੱਲੇ ਬੈਠਾ ਤੇ ਬੜਾ ਕੰਮ ਕੁਮੂੜਾ ਪੈਣਾ, ਜੀਵਨ ਚ ਸੰਘਰਸ਼ ਬਹੁਤ ਨਿਚਲਦਾ, ਤੇ ਐਵੇਂ ਹੀ ਕਹਿਤਾ ਜਿੱਦਾਂ ਆਪਾਂ ਬੋਲ ਹੀ ਦਿੰਦੇ ਹਾਂ, ਪਰਮਾਤਮਾ ਇਹਦੇ ਨੂੰ ਚੰਗਾ ਮੈਨੂੰ ਮੌਤ ਹੀ ਦੇ ਦੇ, ਕਿਹੜਾ ਮੇਰਾ ਜੀਵਨ ਹੈ ਏਡਾ ਮਾੜਾ, ਮੈਂ ਦੁੱਖਾਂ ਨਾਲ ਭਰਿਆ। ਉਹ ਲਾਗੇ ਕਿਤੇ ਜਮਦੂਤ ਲੰਘਣ ਦੇ ਨਿਚਲ ਸਾਹਿਬ, ਉਹ ਬਾਬੇ ਵੱਲ ਆ ਗਿਆ, ਕਹਿੰਦਾ ਬਾਬਾ ਤੇਰੀ ਆਵਾਜ਼ ਚ ਬੜਾ ਤੜਫ ਸੀ, ਬੜਾ ਦੁੱਖ ਸੀ, ਬੜਾ ਦਰਦ ਸੀ, ਤੇ ਮੈਂ ਤੇ ਜਾਣਾ ਤੇ ਚੁੱਕਣਾ ਤੇ ਕਿਸੇ ਹੋਰ ਨੂੰ, ਪਰ ਤੇਰਾ ਨੰਬਰ ਪਹਿਲਾਂ ਲਾ ਦਿੰਦੇ ਆਪਾਂ। ਬਾਬੇ ਦੀਆਂ ਅੱਖਾਂ ਖੁੱਲ ਗਈਆਂ, ਬਾਬਾ ਖਲੋ ਗਿਆ, ਬਾਬੇ ਨੇ ਲੱਕ ਦੀ ਹੱਡੀ ਸਿੱਧੀ ਕਾਲੀ ਨਿਚਲ ਸਾਹਿਬ। ਬਿਲਕੁਲ ਭਰਾਵਾ ਮੈਂ ਤੇ ਓਦਾਂ ਹੀ ਕਹਿਣ ਆ, ਮੈਂ ਤੇ ਸ਼ੁਗਲ ਕਰਨ ਆ, ਤੈਨੂੰ ਕਿੰਨੇ ਕਿਹਾ ਜਾਣਦਾ, ਕਹਿੰਦਾ ਦੁਬਾਰਾ ਇੱਥੇ ਨਾ ਵੀ। ਉਹ ਮੈਂ ਤੇ ਓਦਾਂ ਹੀ ਸ਼ੁਗਲ ਕਰਨ ਆ, ਗਰਮੀ ਬੜੀ, ਤੇ ਮੈਂ ਚਲੋ ਸੋਚ ਕੇ ਆਦਤ ਬਣੀ ਆ, ਰੱਬਾ ਮੈਨੂੰ ਚੁੱਕ ਲਾ। ਮੈਂ ਤੇ ਸ਼ੁਗਲ ਕੀਤਾ, ਮਜ਼ਾਕ ਕੀਤਾ, ਤੂੰ ਤਾਂ ਸੀਰੀਅਸ ਹੀ ਹੋ ਗਿਆ, ਇੱਥੇ ਨਾ ਵੀ ਦੁਬਾਰਾ, ਮੇਰਾ ਟਾਈਮ ਆ ਫਿਰ ਵੀ ਨਾ ਵੀ। ਭੈਣ ਤੋਂ ਭਾਵ ਆ ਇਹ ਜੀਵਨ ਜਿਹੜਾ ਹੈਗਾ ਬੜਾ ਕੀਮਤੀ ਹੈ, ਇਹਦੀ ਕਦਰ ਕਰੀਏ। ਇਹ ਨਾ ਕਿ ਬਾਬੇ ਨੂੰ ਐਵੇਂ ਰੌਲਾ ਪਾਈ ਜਾਏਗੀ, ਮੁੜ ਕੇ ਸਿਆਪਾ ਪੈ ਜਾਏ, ਜਮਦੂਤ ਕੋਈ ਘੜੀ ਅੱਗੇ ਖਲੋ ਜੇ, ਫਿਰ ਕਵੇ ਚਲੋ ਚਰਨ ਜੀ ਦੀ ਬੈਗੜੀ ਤਿਆਰ ਕਰੋ, ਦੀਵਾਨੇ ਬੁਲਾਇਆ ਤੁਹਾਨੂੰ, ਮੁੜ ਕੇ ਸਵਾਦੀ ਪੰਡ ਨਾਲ ਜਾਣੀ ਹੂੰ। ਇਸ ਤੋਂ ਪਹਿਲਾਂ ਕਹਿੰਦੇ ਥੋੜਾ ਧਿਆਨ ਦੇ, ਸੀਰੀਅਸ ਹੋ ਜਾ। ਇਹ ਕਬੀਰ ਜੀ ਸਾਨੂੰ ਇਹ ਸਮਝਾ ਰਹੇ ਨੇ, ਮਜ਼ਾਕ ਨਹੀਂ ਹੈਗਾ, ਸੀਰੀਅਸ, ਵੈਰੀ ਸੀਰੀਅਸ ਬਿਜ਼ਨਸ। ਤੂੰ ਜਿਹਨੂੰ ਬੜਾ ਲਾਈਟਲੀ ਹੌਲੀ ਜਿਹੀ ਪਲੇ ਕਰ ਰਿਹਾ ਨਾ, ਮਤਲਬ ਕਹਿਣ ਤੋਂ ਭਾਵ ਕਹਿੰਦਾ ਕਿ ਜਿੱਦਾਂ ਜ਼ਿੰਦਗੀ ਦੀ ਗੇਮ ਹੈ, ਤੇਰੇ ਕੋਲ 6 ਬੋਲਾਂ ਹੈਗੀਆਂ ਨੇ, 6 ਬੋਲਾਂ ਨੇ ਤੇਰੇ ਜੀਵਨ ਦਾ ਫੈਸਲਾ ਕਰਨਾ ਹੈ ਕਿ ਤੂੰ ਗੇਮ ਜਿੱਤਣੀ ਹੈ ਕਿ ਹਾਰਨੀ ਹੈ। ਇਹ 6 ਬੋਲਾਂ ਬੜੀਆਂ ਇੰਪੋਰਟੈਂਟ ਨੇ, ਸਾਰੀ ਦੁਨੀਆ ਤੇਰੇ ਲਈ ਵੇਖਣ ਦੀ, ਉਹ ਧਿਆਨ ਨਾਲ ਖੇਡ। ਇਹਨਾਂ ਵੀ ਲਾਈਟਲੀ ਬੋਲਾਂ ਵੇਸਟ ਕਰ ਲੈ। ਜਿਵੇਂ ਜਿਵੇਂ ਬੋਲਾਂ ਘਟਦੀਆਂ ਗਈਆਂ ਨਾ ਸਾਧ ਸੰਗਤ ਜੀ, ਗੇਮ ਔਖੀ ਹੋ ਜਾਣੀ। ਜੋ ਬਿਲਕੁਲ ਹੁਣ ਤਾਂ ਬਹੁਤ ਮੌਕੀ। ਹੁਣ ਤੁਸੀਂ ਵੇਖੋ ਕ੍ਰਿਕਟ ਚ ਕਿਤੇ ਵੇਖੋ ਖਿਡਾਰੀ, ਮੈਂ ਤੇ ਕਿਤੇ ਵੇਖਿਆ ਨੀ ਮੈਚ ਜ਼ਿਆਦਾ ਚ, ਪਰ ਜਿਵੇਂ ਜਿਵੇਂ ਰਨ ਘਟਦੇ ਜਾਂਦੇ ਆ ਨਾ, ਤੇ ਉਹ
ਮਤਲਬ ਰਨ ਥੋੜੇ ਜਿਹੇ ਰਹਿ ਜਾਂਦੇ ਆ ਤੇ ਉਧਰ ਬੋਲਾਂ ਘਟ ਜਾਂਦੀਆਂ ਨੇ, ਬੜਾ ਸਸਪੈਂਸ ਪੈ ਜਾਂਦਾ। ਫਿਰ ਤੇ ਜਾਨ ਤੇ ਪੈ ਜਾਂਦੀ ਖਿਡਾਰੀ ਤੇ, 5 ਬੋਲਾਂ ਤੇ 5 ਹੀ ਰਨ ਚਾਹੀਦੇ ਨੇ, ਤੇ ਕਈ ਵਾਰੀ 4 ਬੋਲਾਂ 'ਚ 6 ਰਨ ਚਾਹੀਦੇ ਨੇ, ਕਈ ਵਾਰੀ 2 ਬੋਲਾਂ 'ਚ 6 ਰਨ ਚਾਹੀਦੇ ਨੇ। ਕਿੰਨਾ ਪ੍ਰੈਸ਼ਰ। ਉਹੀ ਸਾਡਾ ਜੇ ਹੁਣ ਤੁਸੀਂ ਕਿਤਾ ਕਿੰਨੀਆਂ ਕੁ ਬੋਲਾਂ ਵੇਸਟ ਕਰ ਲਈਆਂ ਆਪਣੀਆਂ, ਮੈਂ ਆਪਣੀਆਂ ਕਿਤਾ ਕਿੰਨੀਆਂ ਕਰ ਲਈਆਂ। ਹਜੇ ਆਪਾਂ ਜਾਣਾ ਵਾ ਕਿਤੇ, ਠੀਕ ਹੈ ਨਜਰ ਸਾਹਿਬ। ਉਹ ਕਹਿੰਦੇ ਆ ਕਿ ਸਹੁਰੇ ਘਰ ਜਾਣਾ ਵਾ ਤੇ ਤੂੰ ਤੇ ਪੇਕੜੇ ਦੇ ਘਰ ਬੈਠਾ ਹੈ ਤੇ ਤੂੰ ਤੇ ਪੱਕਾ ਡੇਰਾ ਲਾਇਆ, ਇੱਥੇ ਪਤਾ ਹੀ ਨਹੀਂ, ਜਾਣਾ ਹੀ ਨਹੀਂ ਕਿਤੇ, ਪਰ ਤੈਨੂੰ ਪਤਾ ਹੈ ਜਾਣਾ ਹੈ। ਠੀਕ ਹੈ, ਅੱਗੇ ਚਲੀ ਨਜਰ ਸਾਹਿਬ। ਅੰਧਾ ਲੋਕ ਨਾ ਜਾਣੀ ਮੂਰਖ ਆਣਾ, ਕਹਿੰਦੇ ਨਹੀਂ ਸਮਝਦੇ ਆ, ਅਗਿਆਨਤਾ ਦੇ ਵਿੱਚ ਅੰਨੇ ਹੋਏ ਪਏ ਆ। ਕਹਿੰਦੇ ਸਵਾਦਾਂ ਦੇ ਵਿੱਚ, ਰਸਾਂ ਕਸਾਂ ਦੇ ਵਿੱਚ ਮੂਰਖ ਹੈਗੇ ਤੇ ਆਣੇ ਹੈਗੇ, ਕਹਿੰਦੇ ਆਣੇ ਵੀ ਹੈਗੇ, ਗਿਆਨ ਵੀ ਨਹੀਂ ਹੈਗਾ। ਹਾਂਜੀ ਵੀਰ। ਹਾਂ ਬਸ ਉਹੀ ਹੈ, ਕਹਿੰਦੇ ਕਿ ਉਹ ਬੰਦਾ ਸੋਚਦਾ ਕਿ ਅੱਜ ਦਾ ਦਿਨ ਬੈਠਾ ਤੇ ਕੱਲ ਦਾ ਕਿਨੇ ਦਿੱਤਾ, ਮਰਨ ਤੋਂ ਬਾਅਦ ਕੌਣ ਵੇਂਦਾ, ਇਹੋ ਹੀ ਬੰਦਾ ਸੋਚਦਾ। ਬਿਲਕੁਲ। ਪਰ ਬੰਦਿਆ ਤੂੰ ਨਹੀਂ ਸੋਚਦੇ, ਤੇਰੀਆਂ ਅੱਖਾਂ ਉੱਖਾਂ ਕਿੰਨੇ ਡਿਜ਼ਾਈਨ ਕੀਤੀਆਂ, ਕਿੰਨੇ ਦੰਦ ਦੁੰਦ ਲਾਏ, ਤੈਨੂੰ ਤੇਰੀ ਅਕਲ ਨੀ ਕੰਮ ਕਰਦੀ, ਤੇ ਜ਼ਬਾਨ ਪਾਈ ਹੈ, ਕਿੱਡੀ ਮਸ਼ੀਨ ਤੇਰੇ ਅੰਦਰ ਚੱਲਦੀ ਹੈ, ਬੜੀ ਵੱਡੀ ਫੈਕਟਰੀ ਬਣ ਸਕਦੀ ਹੈ ਜਿਹੜੀ ਚੱਲਣ ਦੀ ਹੈ। ਤੂੰ ਨਹੀਂ ਵੇਂਦਾ ਪਿਆ ਪ੍ਰਕਿਰਤੀ ਕੀ ਹੈ, ਕਿੱਥੋਂ ਸੂਰਜ ਆਉਂਦਿਆ ਵਾ, ਇਹ ਤੇਰੇ ਪਿਓ ਨੇ ਚਾੜਿਆ ਰਾਤੀ ਜਿਹੜਾ ਸ਼ੌਂਕ ਡੁੱਬ ਜਾਂਦਾ। ਇਹ ਪਾਣੀ ਸਮੁੰਦਰ ਚ ਕੌਣ ਲਾਉਂਦੇ ਆ, ਤੂੰ ਲਾਉਂਦੇ ਆ। ਇਹਦੀਆਂ ਮੱਛੀਆਂ ਨੇ, ਇੰਨੇ ਕੀੜੇ ਨੇ, ਕਿੱਥੋਂ ਆਉਂਦੇ ਨੇ। ਇਹ ਹਵਾ ਕੌਣ ਚਲਾਉਂਦੇ ਆ ਵਾ, ਇੱਕ ਦਿਨ ਹੀ ਮਾੜੀ ਜਿਹੀ ਗਰਮੀ ਪੈਂਦੀ ਲੋਕੀ ਤੋਬਾ ਤੋਬਾ ਕਰਦੇ ਆ, ਇਹ ਹਵਾ ਕੌਣ ਚਲਾਉਂਦੇ ਆ, ਇਹ ਮੀਂਹ ਕੌਣ ਪਾਉਂਦੇ ਆ ਵਾ, ਇਹ ਡਿਜ਼ਾਈਨਿੰਗ ਕਿਹਨੇ ਕੀਤੀ ਹੈ, ਧਰਤੀ ਕੌਣ ਘੁਮਾਉਂਦੇ ਆ ਵਾ। ਤੂੰ ਕੀ ਸੋਚਣ, ਤੂੰ ਏਦਾਂ ਹੀ ਚੱਲ ਜਾਏਗਾ। ਉਹਦੀ ਨਜ਼ਰ ਤੋਂ ਕੁਛ ਵੀ ਨਹੀਂ ਬਚਿਆ। ਇਹ ਧਰਤੀ ਤੇ ਪਤਾ ਕੋਈ ਨਹੀਂ, ਪਤਾ ਨਹੀਂ ਕਿੰਨੀਆਂ ਹੋਰ ਧਰਤੀਆਂ ਨੇ, ਸਭ ਦੀ ਨਜ਼ਰ ਹੈਗੀ ਹੈ। ਬਿਲਕੁਲ। ਇੱਥੋਂ ਤੱਕ ਦੁੱਖੋਂ में ਵੀ ਤੁਸੀਂ ਸਾਹ ਲੈਂਦੇ ਜੋ, ਤੁਸੀਂ ਕੀ ਸੋਚਦੇ ਉਹਨੂੰ ਪਤਾ ਹੈ ਤੁਹਾਡੇ ਬਾਰੇ। ਕਹਿੰਦੇ ਤੇ ਕਬੀਰ ਜੀ ਕਹਿੰਦੇ ਨੇ, ਉਹ ਜਿਹੜੇ ਤੇਰੇ ਅੰਦਰ ਤਰੰਗਾਂ ਪੈਦਾ ਹੋ ਰਹੀਆਂ ਨੇ, ਉਹ ਉਹਨਾਂ ਬਾਰੇ ਵਿਚਾਰ। ਫਿਰ ਇਹੋ ਆਪਾਂ ਨੂੰ ਇਹ ਸਮਝਾ ਰਹੇ ਨੇ ਕਿ ਤੂੰ ਇੱਕ ਮੂਰਖਾਂ ਨੂੰ ਅਯਾਨਾ ਨਾ ਬਣ, ਥੋੜਾ ਜਿਹਾ ਗਿਆਨ ਪ੍ਰਾਪਤ ਕਰ। ਨਹੀਂ ਪਤਾ ਲੱਗਣ ਦਿਆ। ਹੁਣ ਇਹ ਥੋੜੀ ਕਿ ਉਹਨੇ MBBS ਦੀ ਕਿਤਾਬ ਪੜ੍ਹਿਆ ਮੈਨੂੰ ਪਤਾ ਲੱਗ ਜੂ ਡਾਕਟਰ ਦਾ ਕੀ ਕੰਮ ਆ। ਤੈਨੂੰ ਸੰਗਤ ਕਰਨੀ ਪੈਣੀ ਆ। ਸੰਗਤ ਦਾ ਮਤਲਬ ਕਿ ABC ਤੋਂ ਸ਼ੁਰੂ ਕਰੇਗਾ, ਫਿਰ ਤੈਨੂੰ MBBS ਦੀ ਕਿਤਾਬ ਤੇਰੇ ਗਾੜੀ ਰੱਖਾਂਗੇ, ਤੈਨੂੰ ਪਤਾ ਲੱਗੂਗਾ ਕਿਤਾਬ 'ਚ ਕੀ ਲਿਖਿਆ। ਪਰ ਫਿਰ ਤੂੰ ਡਾਇਰੈਕਟ ਪੜ੍ਹੀ ਜਾ ਰਿਹਾ ਵਾ ਬਿਨਾਂ ਸੰਗਤ ਤੋਂ। ਛੋਟਾ ਬੱਚੇ ਨੂੰ, ਤੁਸੀਂ 5ਵੀਂ 7ਵੀਂ ਦੇ ਬੱਚੇ ਨੂੰ ਦੋ ਕਿਹੜਾ ਮਰਜ਼ੀ ਕਿਤਾਬ ਔਖੀ ਉਹਨੇ ਪੜ੍ਹ ਲੈਣੀ ਆ, ਪਰ ਉਹ ਥਿਊਰੀ ਨਹੀਂ ਸਮਝ ਪਾਊਗਾ ਜੋ ਇੱਕ ਡਾਕਟਰ ਸਮਝ ਪਾਊਗਾ, ਕਿਉਂਕਿ ਉਸਨੇ ਉਸ ਫੀਲਡ 'ਚ ਬਹੁਤ ਜ਼ਿਆਦਾ ਕੰਮ ਕੀਤਾ। ਇੱਥੇ ਵੀ ਕਬੀਰ ਜੀ ਸਾਨੂੰ ਕਹਿੰਦੇ ਨੇ ਕਿ ਸੰਗਤ ਜ਼ਰੂਰ ਕਰਿਆ। ਸੰਗਤ ਦੇ ਵਿੱਚ ਬੜੀ ਰੰਗਤ ਆਉਂਦੀ, ਉੱਥੇ ਪਰਮਾਤਮਾ ਆਪ ਹੀ ਸਾਨੂੰ ਗਿਆਨ ਕਰਾਉਂਦਾ, ਕਿਸੇ ਦੇ ਵੀ ਤਰੀਕੇ 'ਚ ਕਹਿ ਲਓ, ਬਾਣੀ ਦੇ ਰੂਪ 'ਚ ਆਪਾਂ ਨੂੰ ਉਹ ਸਮਝਾਉਂਦਾ। ਇੱਥੇ ਕਹਿੰਦੇ ਆ ਕਿ ਤੁਸੀਂ ਮੂਰਖਾਂ ਵਾਂਗੂ, ਅਜਾਣਿਆਂ ਵਾਂਗੂ ਗਲਤ ਨਾ ਗੇਮ ਖੇਡ। ਹਾਂ, ਬਾਲਾਂ ਵੇਸਟ ਨਾ ਕਰ। ਸੀਰੀਅਸ, ਇਟ ਇਜ਼ ਵੈਰੀ ਸੀਰੀਅਸ। ਉਹ ਸਾਨੂੰ ਅਲਰਟ ਕਰ ਰਹੇ ਨੇ, ਡਰਾਉਂਦੇ ਪਏ ਨੇ ਕਿ ਤੂੰ ਏਦਾਂ ਨਾ ਕਰ, ਮੂਰਖਾਂ ਵਾਲਾ ਕੰਮ ਨਾ ਕਰ, ਕਿਉਂਕਿ ਗੱਡੀ ਤੋਂ ਭਜਾਈ ਜਾਂਦੇ ਆ, ਮੁੜ ਕੇ ਬ੍ਰੇਕ ਤੇ ਤੋਂ ਲੱਗਣੀ ਨਹੀਂ, ਫਿਰ ਤੇਰੀ ਗਾਂ ਦੀ ਗਾਂ ਹੀ ਤੁਰਿਆ ਜਾਣਾ ਅਗਲੇ ਬੰਨੇ, ਬੰਨੇ ਕਿੱਥੇ ਚੱਲ ਜਾਣਾ। ਹਾਂਜੀ ਨਜਰ ਸਾਹਿਬ ਅੱਗੇ ਚੱਲੀਏ। ਕਹੋ ਡੱਡੀਆਂ ਬਾਂਧੇ ਧਨ ਖੜੀ, ਪਾਹੂ ਘਰ ਆਏ ਮੁਕਲਾਊ ਆਏ। ਲਓ ਹੋ ਗਿਆ। ਕਹਿੰਦੇ ਹਾਲੇ ਤੱਕ ਤੂੰ ਵੇਸਟ ਹੀ ਕਰੀ ਜਾ ਰਿਹਾ ਸੀ, ਉਧਰੋਂ ਜਿਹੜਾ ਹੈਗਾ ਖਤਮ ਹੀ ਹੋ ਗਈਆਂ ਬਾਲਾਂ। ਆ ਗਏ ਜਿਹੜੇ ਹੈਗੇ ਧਰਮਰਾਜ ਦੇ ਦੂਤ ਆ ਗਏ ਮੁਕਲਾਵਾ ਲੈਣ ਵਾਸਤੇ, ਪ੍ਰਾਹੁਣੇ ਆ ਗਏ ਭਾਈ, ਹੁਣ ਸਾਂਭ ਉਹਨਾਂ ਨੂੰ, ਰਹਾਓ। ਹਾਂਜੀ ਵੀਰ ਜੀ। ਆਹੋ ਉਹ ਕਹਿੰਦੇ, ਉਹ ਤਾਂ ਤੁਕ ਦੇ ਵਿੱਚ ਪਹਿਲਾਂ ਵੀ ਬੋਲਿਆ, ਜਿੰਨੀ ਨਾਮ ਤੇ ਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਬਿਲਕੁਲ। ਔਰ ਜਿਨ੍ਹਾਂ ਨੇ ਨਿੱਜਰ ਸਾਹਿਬ, ਜਿਨ੍ਹਾਂ ਨੇ ਗੇਮ ਖੇਡਣੀ, ਉਹ ਸ਼ੁਰੂ ਤੋਂ ਹੀ ਚੰਗੀ ਗੇਮ ਖੇਡਦੇ ਆ, ਸਟਾਰਟਿੰਗ ਤੋਂ ਹੀ ਕਰਦੇ ਨੇ ਆਪਣੀ। ਉਹਨੂੰ ਪਤਾ ਗੇਮ ਕਿੰਨੀ ਆ, ਟਾਸਕ ਕਿੰਨੀ ਆ। ਉਹ ਸਭ ਤੋਂ ਪਹਿਲੇ ਕਿ ਤੈਨੂੰ ਤਾਂ ਬਾਣੀ ਕਹਿੰਦੀ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲਸਾਦ ਸੰਗਤ ਭਜ ਕੇਵਲ ਨਾ। ਹਾਂਜੀ ਵੀਰ। ਜਦੋਂ ਹੜ੍ਹ ਆਉਂਦਾ ਨਾ, ਪੁਰਾਣੇ ਸਮਿਆਂ ਦੇ ਵਿੱਚ, ਅੱਜ ਤੋਂ 30 ਸਾਲ 25 ਸਾਲ ਪਹਿਲਾਂ ਹੜ੍ਹ ਬਹੁਤ ਆਉਂਦੇ ਸੀ, ਤੇ ਹੜ੍ਹ ਤੋਂ ਪਹਿਲਾਂ ਅਨਾਉਂਸਮੈਂਟ ਹੁੰਦੀ ਸੀ ਕਿ ਭਾਈ ਪਾਣੀ ਆ ਰਿਹਾ, ਜੋ ਡੈਮ ਦਾ ਪਾਣੀ ਛੱਡਣਾ ਵਾ ਤੇ ਸੇਫ ਜਗ੍ਹਾ ਤੇ ਚੱਲ ਜਾਓ। ਤੇ ਸਿਆਣੇ ਬੰਦੇ ਜਿਹੜੇ ਹੁੰਦੇ ਨੇ ਉਹ ਕੀ ਕਰਦੇ ਨੇ, ਉਹ ਫਿਰ ਜ਼ਿਆਦਾ ਲਾਲਚ ਨਹੀਂ ਕਰਦੇ, ਕੀਮਤੀ ਸਮਾਨ ਚੱਕਦੇ, ਡੰਗਰ ਡੁੰਗਰ ਲੈ ਕੇ ਉੱਚੀਆਂ ਜਗ੍ਹਾ 'ਚ ਚੱਲ ਜਾਂਦੇ ਸੀ। ਇਸੇ ਤਰ੍ਹਾਂ ਕਬੀਰ ਜੀ ਸਾਨੂੰ ਕਹਿ ਰਹੇ ਨੇ ਕਿ ਇਸ ਤੋਂ ਪਹਿਲਾਂ ਪਾਣੀ ਆ ਜੇ, ਛਾਲਾ ਆ ਜੇ, ਚੰਗੀ ਜਗ੍ਹਾ ਤੇ ਚੱਲ ਜਾਓ। ਉਹੀ ਕਹਿੰਦੇ ਜਿੰਨਾ ਨਾਮ ਤੇ ਆਇਆ ਗਏ ਮਸਕਤ ਘਾਲ। ਮਸਕਤ ਦਾ ਮਤਲਬ ਕਿ ਮਿਹਨਤ ਕੀਤੀ, ਘਾਲ ਨਾ ਘਾਲੀ, ਕੋਈ ਫਰੀ ਚ ਨਹੀਂ ਕਿਹਾ ਕਿ ਨਾਮ ਜਪੇ ਤਾਂ ਬੜਾ ਸੌਖਾ ਜੀਵਨ ਚ। ਕਹਿੰਦੇ ਮਸਕਤ ਘਾਲ, ਇਹ ਮੁੱਖ ਉਜਲੇ ਨਾਨਕ ਕੀਤੀ ਛੁੱਟੀ ਨਾਲ। ਹਾਂਜੀ, ਉਹਨਾਂ ਦੇ ਮੁੱਖ ਉਜਲੇ ਹੋ ਜਾਂਦੇ। ਉਹ ਫਿਰ ਜਾਂਦੇ, ਉਹਨਾਂ ਨੂੰ ਧਰਮਰਾਜ ਕੁਝ ਨਹੀਂ ਕਹਿੰਦਾ। ਇਹ ਕਹਿੰਦਾ ਇਹ ਤਾਂ ਬੰਦਾ ਬਹੁਤ ਮਿਹਨਤੀ ਹੈ, ਇਹਨੇ ਤਾਂ ਬਹੁਤ ਮਿਹਨਤ ਕੀਤੀ ਹੈ,
ਇਹਨੇ ਨੰਬਰ 1 ਤੇ ਲਿਸਟ ਤੇ ਰੱਖਿਆ ਕੰਮ ਤੇ ਕੰਮ ਕੰਪਲੀਟ ਕਰ ਲਿਆ, ਪੇਪਰ ਪੂਰਾ ਕੰਪਲੀਟ ਕੀਤਾ, 100 ਤੋਂ 100 ਨੰਬਰ ਦਾ ਪੇਪਰ ਕਰਕੇ ਬੰਦਾ ਬਾਹਰ ਆ ਗਿਆ, ਉਹਨੇ ਪਾਸ ਹੋਣਾ ਹੀ ਹੋਣਾ ਵਾ। ਬਿਲਕੁਲ ਡਰ ਤੇ ਉਹਨੂੰ ਆ ਨਾ, ਜਿੰਨੇ ਮੇਰੇ ਅੱਗੇ ਨੇ 20-25% ਕੰਮ ਕੀਤਾ ਹੈ ਤੇ 70-80% ਪੇਪਰ ਕੀਤਾ ਹੀ ਨਹੀਂ, ਪਾਸ ਕਿੱਥੋਂ ਹੋਣਾ? 33% ਨੰਬਰ ਚਾਹੀਦੇ ਸੀ ਮੈਨੂੰ, ਪੇਪਰ ਹੀ ਪੂਰਾ ਨਹੀਂ ਕੀਤਾ ਮੈਂ। ਕਿਉਂਕਿ ਮੈਂ ਕੀ ਕਰਨਾ ਸੀ, ਪੇਪਰ ਦੀ ਜਗ੍ਹਾ ਤੇ ਮੈਂ ਕੁਝ ਹੋਰ ਕਰ ਰਿਹਾ ਸਾਂ। ਕਬੀਰ ਕਹਿੰਦੇ ਕਿ ਉਹ ਪੇਪਰ ਵੱਲ ਧਿਆਨ ਦਿਓ ਜਿਹੜਾ ਤੁਹਾਡਾ ਮੇਨ ਹੈ। ਹਾਂਜੀ ਜੀ ਸਰ, ਤੁਹਾਡੇ ਲਾਗੇ ਆ ਕੇ ਖੜੇ ਹੋ ਗਏ ਨਾ ਤੇ ਫਿਰ ਮੁਸ਼ਕਿਲ ਹੋ ਜਾਏਗੀ। ਉਹਨਾਂ ਕਹਿੰਦਾ ਪੇਪਰ ਟਾਈਮ ਅਪ, ਬਸ ਬਸ ਬਿਲਕੁਲ ਬਿਲਕੁਲ। ਕਿੰਨੇ ਘੰਟੇ ਹੋ ਗਏ? ਉਹ ਕਹਿੰਦੇ, ਮੈਂ ਕਹਿੰਦਾ ਥੋੜਾ ਜਿਹਾ ਬੈਲੈਂਸ ਆ, ਥੋੜਾ ਮੈਨੂੰ ਆਨਸਰ ਤਾਂ ਕਰ ਲੈ। ਉਹ ਕਹਿੰਦੇ ਭਰਾਵਾ 3 ਘੰਟੇ ਪੂਰੇ ਹੋ ਗਏ ਆ, ਕਾਨੂੰਨ ਆ। ਬਿਲਕੁਲ, ਆ ਪੇਪਰ ਫੜਾ ਦੇ ਬਸ। ਮੈਂ ਕਹਿੰਦਾ 2 ਲਾਈਨਾਂ ਮੇਰੀਆਂ ਮੇਰਾ ਪੂਰਾ ਹੋ ਜੂ। ਉਹ ਕਹਿੰਦੇ ਟਾਈਮ ਨਹੀਂ ਹੈਗਾ ਤੇਰੇ ਕੋਲ, ਹੁਣ ਤੂੰ ਕਿੱਥੋਂ ਪੂਰਾ ਕਰੇਗਾ? ਹੁਣ ਤੂੰ, ਤੇਰੇ ਕੋਲ ਸਮਾਂ ਨਹੀਂ ਹੈਗਾ। ਉਹ ਪੇਪਰ ਨੇ ਜੇ ਸਭ ਖੋਲ ਹੀ ਦੇਣਾ। ਬਿਲਕੁਲ ਖੋਲ ਲੈਂਦੇ। ਹਾਂ ਤੇ ਬਸ ਇਹ ਵੀ ਪੇਪਰ ਉਹਨਾਂ ਖੋਲ ਲੈਣਾ ਜੋ। ਆਪਣੇ ਕੋ ਅਜੇ ਸਵਾਸ ਹੈਗੇ। ਕਬੀਰ ਜੀ ਕਹਿੰਦੇ ਆ ਕਿ ਇਹ ਪੇਪਰ ਨੂੰ ਧਿਆਨ ਨਾ ਕਰੋ। ਠੀਕ ਹੈ ਜੀ, ਅੱਗੇ ਚੱਲੀ। ਰਾਹ ਓਏ ਜੋ ਦਿਸੈ ਖੂਹੜੀ ਕੌਣ ਲਾਜ ਵਹਾਰੀ। ਕਹਿੰਦੇ ਹਾਲੇ ਵੀ ਜਿਹੜਾ ਹੈਗਾ, ਦੇਖ ਲੈ ਤੇਰੇ ਕੋਲ ਸਮਾਂ ਹੈਗਾ, ਹਾਲੇ ਵੀ ਤੂੰ ਜਿਹੜਾ ਹੈਗਾ, ਜਿਹੜੇ ਹੈਗੇ ਤੇਰੇ ਜਿਹੜੇ ਹੈਗੇ ਗਿਆਨ ਇੰਦਰੀਆਂ, ਜਿਹੜੀਆਂ ਅੱਖਾਂ, ਕੰਨ, ਨੱਕ, ਸਾਰਾ ਜਿਹੜਾ ਹੈਗਾ ਮੂੰਹ, ਇਹਨਾਂ ਦੇ ਨਾਲ ਚਮੜੀ, ਇਹਨਾਂ ਦੇ ਨਾਲ ਹਾਲੇ ਵੀ ਜਿਹੜਾ ਹੈਗਾ ਇਹ ਤੂੰ ਜਿਹੜਾ ਹੈਗਾ ਸਵਾਦ ਪਦਾਰਥ ਰਸ ਕਸ ਜਿਹੜੇ ਖੂਹ ਦੇ ਵਿੱਚ ਮਾਲਕ ਨੇ ਪਾਏ ਸੰਸਾਰ ਦੇ ਵਿੱਚ, ਤੇ ਇਹਨਾਂ ਨੂੰ ਕੱਢੀ ਜਾ ਰਹੇ ਹਾਲੇ ਤੱਕ ਇਹਨਾਂ ਦੇ ਦੁਆਰਾ। ਹੋਏ ਜੋ ਦਿਸੇ ਖੂੜੀ ਕੌਣ ਲਾਜ ਵਹਾਰੀ। ਲਾਜ ਕਹਿੰਦੇ ਰੱਸੀ, ਇਹ ਰੱਸੀਆਂ ਤੂੰ ਹਾਲੇ ਵੀ ਲਮਕਾਈਆਂ ਹੋਈਆਂ, ਕਾਮ ਦੀ, ਕ੍ਰੋਧ ਦੀ, ਲੋਭ ਦੀ, ਮੋਹ ਦੀ, ਹੰਕਾਰ ਦੀ, एक ज्ञान इंद्रियां दे द्वारा। होए जो दिसे खूड़ी कौन लाज बहारी, लाज घड़ी स्यों टूट पड़ी, उठ चली पनिहारी। लो उन्होंने तोड़ती पाई, समा खत्म हो गया, घड़े दे नाल ही लाज तोड़ती, जेड़ा शरीर सीगा वो भी भनता उन्होंने। लाज घड़ी स्यों टूट पड़ी, उठ चली पनिहारी। बस लै गए पनिहारी नूं फड़ के, ਜਿਹੜੀ ਭਰ ਰਹੀ ਸੀ ਫਟਾਫਟ ਸਵਾਦ, ਆ ਵੀ ਸਵਾਦ, ਆ ਵੀ ਸਵਾਦ, ਆ ਵੀ ਖਾ ਲਓ, ਆ ਵੀ ਭੋਗ ਲਓ, ਆ ਵੀ ਕਰ ਲਓ, ਸਾਰਾ ਘੜਾ ਕੁੜਾ ਭੰਨਤਾ ਸਾਰਾ। ਹਾਂਜੀ ਵੀਰ ਜੀ। ਠੀਕ ਹੈ ਸਾਧ ਸੰਗਤ ਜੀ, ਉਹ ਕਹਿੰਦੇ ਕਿ ਇੰਦਰੀਆਂ ਦੇ ਭੋਗਾਂ 'ਚ ਨਾ ਗ੍ਰਸਤ ਹੋਈ। ਹਾਂ, ਕਿਉਂਕਿ ਤੂੰ ਡੇਲੀ ਸਵੇਰ ਤੋਂ ਸ਼ੁਰੂ ਹੋ ਜਾਂਦਾ ਹੈ, ਉਹ ਭੋਗਾਂ ਦੇ ਵਿੱਚ ਹੀ ਜੀਵਨ ਬਤੀਤ ਕਰਦਾ। ਦੇਖ ਲਓ ਆਪਾਂ ਕੀ ਕਰਦੇ ਹਾਂ, ਸਾਡਾ ਜੀਵਨ ਦਾ ਮਕਸਦ ਹੀ ਮੈਨੂੰ ਤਾਂ ਲੱਗਦਾ ਅਸੀਂ ਭੋਗਣ ਵਾਸਤੇ ਹੀ ਆਏ ਹਾਂ। ਬਿਲਕੁਲ ਇਹੀ ਹੈ, ਇਹੀ ਮਕਸਦ ਹੈਗਾ, 99% ਇਹੀ ਮਕਸਦ ਬਣਾਇਆ ਹੋਇਆ। ਅਸੀਂ ਇੰਦਰੀਆਂ ਦੇ ਰਾਹੀਂ ਹੁਣ ਭੋਗਦੇ ਹਾਂ। ਹੁਣ ਵੇਖ ਲਓ, ਹੁਣ ਇੰਦਰੀਆਂ ਜਦੋਂ ਨਹੀਂ ਹੁੰਦੀਆਂ ਤੇ ਫਿਰ ਸਤਿ ਸ੍ਰੀ ਅਕਾਲ ਹੀ ਹੋ ਜਾਂਦੀ। ਅੱਖਾਂ ਬੰਦ ਕਰ ਦੋ ਤੇ ਅੱਖਾਂ ਜਦੋਂ ਹੁਣ ਅੱਖਾਂ ਜੋਤੀ ਚਲ ਗਈ ਤੇ ਸਤਿ ਸ੍ਰੀ ਅਕਾਲ ਆ। ਫਿਰ ਉਹ ਇੱਕ ਰਸ ਟੁੱਟ ਗਿਆ। ਫਿਰ ਮੂੰਹ ਦਾ ਜ਼ਬਾਨ ਹੈ, ਹੁਣ ਜ਼ਬਾਨ ਹੀ ਨਹੀਂ ਹੈਗੀ, ਕਿੱਥੋਂ ਭੋਗੋਗੇ? ਕੰਨਾਂ ਦੇ ਨਾਲ ਸੁਣਦਾ, ਹੁਣ ਜਦੋਂ ਬੋਲੇ ਹੋ ਜਾਣਗੇ ਤੇ ਕਿੱਥੋਂ ਸੁਣਨਾ? ਉਸੇ ਤਰ੍ਹਾਂ ਕਹਿੰਦੇ ਕਿ ਜਦੋਂ ਮਸ਼ੀਨ ਬੰਦ ਹੋ ਗਈ ਨਾ ਫਿਰ ਤੈਨੂੰ ਮੁਸ਼ਕਿਲ ਹੋ ਜਾਣੀ ਤੇ ਇਹ ਨਾ ਹੋਵੇ ਕਿ ਤੂੰ ਇਹਨਾਂ ਭੋਗਾਂ ਦੇ ਵਿੱਚ ਹੀ, ਹੁਣ ਕਹਿੰਦੇ ਕਿ ਖੂਹ ਦੇ ਵਿੱਚੋਂ ਪਾਣੀ ਤੇ ਕੱਢ ਪੀ ਜਾਂਦੇ ਆ, ਬੜਾ ਸਵਾਦ ਲੱਗਣ ਦਿਆ, ਪਰ ਇਹ ਕੋਈ ਚੰਗਾ ਪਾਣੀ ਨਹੀਂ ਹੈ, ਇੰਦਰੀਆਂ ਦਾ ਪਾਣੀ ਹੈ, ਇਹ ਭੋਗ ਆ। ਕਿਉਂਕਿ ਇਹ ਤੈਨੂੰ ਕਰਮ ਦੇ ਅੰਦਰ, ਤੈਨੂੰ ਕਰਮ ਜੇ ਤੂੰ ਕਰਮ ਕਰ ਰਿਹਾ ਨਾ, ਉਹਦੇ ਅੰਦਰ ਇੱਕ ਸੰਸਕਾਰ ਰੂਪੀ ਇੱਕ ਕੁੰਡੀ ਚੁੱਕੀ ਹੋਈ ਹੈ, ਉਹ ਤੈਨੂੰ ਮੁੜ ਕੇ ਮੁਸ਼ਕਿਲ ਪੈਦਾ ਕਰੇਗੀ। ਇਸ ਕਰਕੇ ਕੁੰਡੀ, ਕੋਈ ਚੀਜ਼ ਖਾਣ ਤੋਂ ਪਹਿਲਾਂ, ਭੋਗ ਨੂੰ ਭੋਗਣ ਤੋਂ ਪਹਿਲਾਂ ਥੋੜਾ ਜਿਹਾ ਵਿਵੇਕ ਤੋਂ ਕੰਮ ਲਵੀਂ, ਕਿਉਂਕਿ ਫ੍ਰੀ ਨਹੀਂ ਹੈਗਾ, ਨਥਿੰਗ ਇਜ਼ ਫ੍ਰੀ। ਪਰ ਤੈਨੂੰ ਲੱਗਦਾ ਸਭ ਕੁਛ ਫ੍ਰੀ ਹੈ। ਉਹ ਕਹਿੰਦਾ ਕਿ ਜੇ ਤੂੰ ਇਹਨੂੰ ਫ੍ਰੀ ਸਮਝ ਕੇ ਔਰ ਇਹ ਸਮਝਦਾ ਹੈ ਇੱਕ ਪਾਗਲ ਮੱਛੀ ਦੇ ਵਾਂਗੂ ਜੋ ਉਹਦਾ ਖਾਈ ਜਾਂਦਾ ਹੈ, ਇਹ ਸਮਾਂ ਆਊਗਾ ਤੇਰੇ ਸੰਗ ਦੇ ਵਿੱਚ ਹੁੱਕ ਫਸ ਜਾਏਗੀ, ਤੈਨੂੰ ਬਹੁਤ ਪ੍ਰੋਬਲਮ ਹੋ ਜਾਣੀ। ਹਾਂਜੀ ਨਿਜਾ ਸਾਹਿਬ ਅੱਗੇ ਹੁਣ ਕਹਿੰਦੇ ਆ, ਦੇਖੋ ਹੁਣ ਨਿਕਲਣ ਦਾ ਰਸਤਾ ਦੱਸ ਰਿਹਾ ਭਾਈ। ਕਹਿੰਦੇ ਭਾਈ ਦੇਖ ਲਾ, ਸਾਹਿਬ ਹੋਏ ਦਿਆਲ, ਕਿਰਪਾ ਕਰੇ। ਕਹਿੰਦੇ ਮਾਲਕ ਨੇ ਕਿਰਪਾ ਕਰਨੀ ਹੈ, ਦਿਆਲ ਵੀ ਮਾਲਕ ਨੇ ਹੋਣਾ ਹੈ। ਆਪਣਾ ਕਾਜ ਸਵਾਰੇ, ਤਾਂ ਤੂੰ ਆਪਣਾ ਕੰਮ ਸਵਾਰ ਸਕਦਾ ਹੈ ਭਾਈ। ਮਾਲਕ ਦਿਆਲ ਹੋਣਾ ਚਾਹੀਦਾ ਤੇ ਕਿਰਪਾ ਕਰਨੀ ਚਾਹੀਦੀ ਹੈ। ਕਹਿੰਦੇ ਕਿਵੇਂ ਕਰੂਗਾ? ਜੇ ਤੂੰ ਕਿਰਪਾ ਮੰਗੇਗਾ ਭਾਈ, ਜੇ ਤੂੰ ਮਾਲਕ ਦੇ ਅੱਗੇ ਬੇਨਤੀ ਕਰੇਗਾ ਵੀ ਮੈਨੂੰ ਗਿਆਨ ਦੇ, ਮੈਨੂੰ ਗਾਈਡ ਭੇਜ, ਮੈਨੂੰ ਦੇ ਬ੍ਰਹਮ ਗਿਆਨ, ਮੈਨੂੰ ਦੇ ਰਸਤਾ, ਮੈਂ ਕਿਵੇਂ ਤੇਰੇ ਵੱਲ ਆਵਾਂ। ਸਾਹਿਬ ਹੋਏ ਦਿਆਲ, ਕਿਰਪਾ ਕਰੇ, ਆਪਣਾ ਕਾਜ ਸਵਾਰੇ, ਤਾਂ ਸੁਹਾਗਣ ਜਾਣੀਏ ਗੁਰ ਸ਼ਬਦ ਵਿਚਾਰੇ। ਕਹਿੰਦੇ ਸੁਹਾਗਣ ਤਾਂ ਹੋ ਸਕਦੀਆਂ, ਤਾਂ ਤੂੰ ਪਤੀ ਨੂੰ ਵਰ ਸਕਦੀਆਂ, ਪਰਮਾਤਮਾ ਨੂੰ ਵਰ ਸਕਦੀਆਂ, ਜੇ ਗੁਰੂ ਦੇ ਸ਼ਬਦ ਨੂੰ ਵਿਚਾਰ ਲਏਂਗੀ ਤੂੰ, ਜੇ ਗਿਆਨ ਲੈ ਲਏਂਗੀ, ਜੇ ਗੁਰੂ ਦੇ ਸ਼ਬਦ ਦੇ ਅਨੁਸਾਰ ਆਪਣੇ ਆਪ ਨੂੰ ਘੜ ਲਏਂਗੀ। ਪਹਿਲਾਂ ਤਾਂ ਵਿਚਾਰਨਾ ਹੈ ਵੀ ਇਹ ਬ੍ਰਹਮ ਗਿਆਨ ਕੀ ਕਹਿ ਰਿਹਾ ਹੈ। ਜੇ ਬ੍ਰਹਮ ਗਿਆਨ ਨੂੰ ਵਿਚਾਰ ਲਿਆ, ਧਿਆਨ ਸਿਮਰਨ ਕਰ ਲਿਆ ਤੇ ਸੁਹਾਗਣ ਹੋ ਜਾਏਂਗੇ। ਹਾਂਜੀ ਵੀਰ ਜੀ।
ਠੀਕ ਹੈ ਜੀ। ਹੁਣ ਪਹਿਲੀ ਤੁਕ ਤੇ ਵੇਖ ਲਓ ਗੁਰੂ ਜੀ ਸਾਨੂੰ ਕੀ ਕਬੀਰ ਜੀ ਕੀ ਸਮਝਾ ਰਹੇ ਨੇ। ਉਹ ਕਹਿ ਰਹੇ ਨੇ, ਸਾਧ ਹੋਏ ਦਿਆਲ ਕਿਰਪਾ ਕਰੇ ਆਪਣਾ ਕਾਰਜ ਸਵਾਰੇ। ਦਿਆਲ ਤੇ ਹੈਗਾ ਹੀ ਉਹ, ਬਿਲਕੁਲ ਉਹਦਾ ਨਾਮ ਦਿਆਲ। ਹੋਰ ਦਿਆਲ ਕੀ ਹੋਵੇ? 24 ਆਪਾਂ ਨੂੰ ਸੰਗਤ ਮਿਲ ਰਹੀ ਆ, 2 ਟਾਈਮ ਸੰਗਤ ਚੱਲਣ ਦੀ ਆ, ਤੇ ਇਹਦੇ ਬਾਵਜੂਦ ਵੀ ਕੋਈ ਮੂਰਖ ਡੁੱਬ ਜੇ ਤੇ ਡੁੱਬ ਜੇ। ਉਹਦੇ ਵਿੱਚ ਸਭ ਉਹਦੀ ਮਰਜ਼ੀ ਹੈ। ਇੰਨਾ ਸ਼ੁੱਧ ਗਿਆਨ ਜੇ ਹਜੇ ਵੀ ਸਾਡੇ ਬੁੱਧੀ ਨਹੀਂ ਕੰਮ ਕਰਦੀ, ਗ੍ਰੰਥਾਂ ਜਿਹਦੇ ਚ ਲਿਖਿਆ ਉਹ ਇਹ ਤੁਹਾਡੇ ਸਾਹਮਣੇ ਦੱਸਦਾ ਆਪਾਂ। ਹਾਂ ਬਿਲਕੁਲ ਸਹੀ ਗੱਲ। ਬਾਵਜੂਦ ਇਹਦੇ ਇਹ ਪਹਿਲਾਂ ਤਾਂ ਤੁਸੀਂ ਕਹਿ ਸਕਦੇ ਸੀ ਕਿ ਸਾਨੂੰ ਨਹੀਂ ਪਤਾ, ਕਿਉਂਕਿ ਦੱਸਣ ਵਾਲੇ ਵੀ ਤੇ ਆਪਣੇ ਕੋਲੋਂ ਦੱਸੀ ਜਾਂਦੇ ਸੀ ਨਾ, ਪਤਾ ਕੀ ਜੋੜੀ ਜਾਂਦੇ ਸੀ। ਅਸੀਂ ਤੇ ਜੋ ਹੈਗਾ ਜਥਾਰਕ ਸੱਚ, ਜੋ ਕਬੀਰ ਸਾਹਿਬ ਨੇ ਕਿਹਾ, ਗੁਰੂ ਨਾਨਕ ਪਾਤਸ਼ਾਹ ਨੇ ਕਿਹਾ, ਦੂਜੇ ਗੁਰੂਆਂ ਨੇ ਕਿਹਾ, ਭਗਤਾਂ ਨੇ ਕਿਹਾ, ਅਸੀਂ ਤੇ ਉਹਨੂੰ ਇੱਕਦਮ ਓਪਨ ਕਰਤਾ। ਇੰਨਾ ਹਲਕਾ ਜਿੱਦਾਂ ਬੇਬੀ ਫੂਡ ਬਣਾਤਾ, ਇੰਨਾ ਸਰਲ। ਬਹੁਤ ਵਧੀਆ ਜੀ, ਬਿਲਕੁਲ ਸਹੀ ਹੈ। ਇੰਨਾ ਆਸਾਨ। ਔਰ ਇੱਕ ਚੀਜ਼ ਗ੍ਰੰਥ ਦੀ ਕੋਈ ਵੀ ਚੀਜ਼ ਆਪਾਂ ਗੱਪ ਨਹੀਂ ਮਾਰਦੇ, ਆਪਾਂ ਡਰਦੇ ਹਾਂ ਪ੍ਰਮਾਤਮਾ ਜੋ ਸਾਨੂੰ ਦਿੱਤਾ ਹੈ। ਇੱਕ ਚੀਜ਼ ਨੇ ਜਿਹੜਾ ਸਭ ਐਕਸਪਲੇਨ ਕਰਕੇ ਹੁਣ ਤੇ ਥਾਲੀ ਦੇ ਸਾਹਮਣੇ ਆ ਤੁਹਾਡੇ ਪਿਆ। ਜੇ ਹਜੇ ਵੀ ਨਹੀਂ ਕੋਈ ਖਾਂਦਾ ਤੇ ਉਹਦੀ ਮਰਜ਼ੀ ਹੈ ਨਾ। ਆਪਾਂ ਨਾ ਉਹ ਨਹੀਂ ਖਾਂਦਾ ਤੇ ਸਾਡਾ ਕੋਈ ਨੁਕਸਾਨ ਥੋੜੀ ਹੈਗਾ, ਸਾਨੂੰ ਉਹਦਾ ਫਲ ਮਿਲ ਰਿਹਾ। ਅਸੀਂ ਜੇ ਆਹ ਸਾਧਨਾ ਕਰਾ ਰਹੇ ਹਾਂ, ਜੇ ਅਸੀਂ ਥੋੜਾ ਬਹੁਤਾ ਬੋਲਦੇ ਹਾਂ ਤੇ ਇਹ ਵੀ ਸਾਡਾ ਭਗਤੀ 'ਚ ਐਡ ਹੋ ਰਿਹਾ। ਬਿਲਕੁਲ। ਰਹਿ ਜੇ ਤੇ ਕੋਈ ਰਹਿ ਜੇ। ਹੁਣ ਕਨੈਕਟਰ ਜਿਹੜਾ ਹੁੰਦਾ ਹੈ, ਡਰਾਈਵਰ ਦਾ ਕੰਮ ਹੈ ਬੱਸ ਨੂੰ ਚਲਾਉਣਾ। ਉਹ ਵਾਜਾ ਦਿੰਦਾ ਹੈ, ਇਹ ਬੱਸ ਤਰਨ ਤਾਰਨ ਜਾਣੀ ਜੋ, ਇਹ ਬੱਸ ਲੁਧਿਆਣੇ ਜਾਣੀ ਜੋ। ਚੜ ਗਿਆ ਤੇ ਚਲ ਜੂਗਾ, ਨਹੀਂ ਚੜਿਆ ਤੇ ਬੈਠਾ ਰਹਿ ਗਿਆ। ਹੁਣ ਕੋਈ ਨਕਲੀ ਬੱਸ ਤੇ ਵੀ ਚੜ ਜਾਓ, ਪਰ ਉਹ ਬੱਸ ਕਿਤੇ ਲੈ ਜਾਣੀ ਆ। ਪਰ ਇਹ ਸਾਡਾ ਫਰਜ਼ ਹੈ ਹੋਕਾ ਦੇਣਾ। ਹੁਣ ਉਹ ਕਹਿੰਦੇ ਕਿ ਪ੍ਰਮਾਤਮਾ ਜਿਹੜਾ ਉਹ ਦਿਆਲ ਆ, ਉਹਨੂੰ ਹੋਕਾ ਦੇਣ ਦਿਆ, ਚਾਹੇ ਕਿਸੇ ਦੇ ਰੂਪ ਵਿੱਚ ਦੇਣ ਦੇ ਨੇ। ਜਿਸ ਗ੍ਰੰਥਾਂ ਦੇ ਰੂਪ ਚ ਪ੍ਰਮਾਤਮਾ ਹੀ ਤੇ ਬੋਲਣ ਦਿਆ। ਬਿਲਕੁਲ। ਜੇ ਨਹੀਂ ਦੱਸੂਗਾ ਤੇ ਨਿੱਜਾ ਸਾਹਿਬ ਫਿਰ ਫੇਅਰ ਗੇਮ ਥੋੜੀ ਹੋਈ, ਫਿਰ ਤੇ ਚੀਟਿੰਗ ਹੋ ਗਈ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਜੇ ਹੁਣ ਪਰਮਾਤਮਾ ਨੇ ਕੋਈ ਐਗਜ਼ਾਮ ਪਾਸ ਕਰਵਾਉਣਾ ਹੈ ਤੇ ਪਹਿਲਾਂ ਉਹਦੇ ਬਾਰੇ ਸਾਨੂੰ ਜਿਹੜਾ ਪੜ੍ਹਾਈ ਤਾਂ ਕਰਵਾਉਣੀ ਪੈਣੀ ਹੈ ਸਾਨੂੰ। ਹਾਂ, ਤੇ ਉਹ ਕਹਿੰਦੇ ਆ ਕਿ ਹੁਣ ਅੱਗੇ ਲਿਖਿਆ ਵਾ, ਤਾਂ ਸੋਹਣੀ ਸੁਹਾਗਣ ਜਾਣੀਏ ਗੁਰ ਸ਼ਬਦ ਵਿਚਾਰੇ। ਉਹ ਕਹਿੰਦੇ ਸੁਹਾਗਣ ਨਹੀਂ ਬਣਦੀ ਤੂੰ, ਸ਼ਬਦ ਨੂੰ ਤੈਨੂੰ ਵਿਚਾਰਨਾ ਪਊਗਾ। ਗ੍ਰੰਥਾਂ ਦੇ ਵਿੱਚ ਜਿਹੜੇ ਗੁਰੂ ਸਾਨੂੰ ਸ਼ਬਦਾਂ ਦੇ ਰੂਪ ਚ ਕੀ ਕਹਿ ਕੇ ਗਏ ਨੇ, ਬਿਲਕੁਲ ਉਹ ਤੇ ਕਹਿ ਕੇ ਗਏ ਨੇ ਕਿ ਤੂੰ ਭਗਤੀ ਕਰਨੀ ਆ, ਬੰਦਗੀ ਕਰਨੀ ਆ, ਘੱਲਣੀ ਆ, ਨਾਮ ਨੂੰ ਧਿਆਉਣਾ ਹੈ, ਨਾਮ ਨੂੰ ਪ੍ਰਗਟ ਕਰਨਾ ਹੈ। ਫਿਰ ਦੱਸਿਆ ਕਿ ਕਿਹੜੀਆਂ ਚੀਜ਼ਾਂ ਕਰਨੀਆਂ ਨੇ, ਕਿਹੜੀਆਂ ਚੀਜ਼ਾਂ ਨਹੀਂ ਕਰਨੀਆਂ ਨੇ। ਹੁਣ ਇਹਦੇ ਬਾਵਜੂਦ ਵੀ ਹੁਣ ਮੈਨੂੰ ਲਿਖਿਆ ਕਿ ਇਹ ਚਰਨਜੀਤ ਜਿਹੜੀ ਚਾਹ ਵਾ ਤੇਰੇ ਲਈ ਬਹੁਤ ਮਾੜੀ ਹੈ। ਤੇ ਨਿੱਜਾ ਸਾਹਿਬ ਜੀ, ਮੈਨੂੰ ਵੀ ਪਤਾ ਚਾਹ ਮੇਰੇ ਲਈ ਬਹੁਤ ਮਾੜੀ ਆ, ਮੇਰੇ ਸਰੀਰ 'ਚ ਨੁਕਸ ਪਾਉਂਦੀ। ਇਹਦੇ ਬਾਵਜੂਦ ਮੈਂ 3-4 ਕੱਪ ਲਵੇਟਣੇ ਆ, ਤੇ ਕਸੂਰ ਕਿਹਦਾ ਫਿਰ? ਬਿਲਕੁਲ ਇਹੀ ਗੱਲ ਆ। ਹੁਣ ਦੇਖ ਲਓ, ਦੇ ਰਿਹਾ ਗਿਆਨ ਤਾਂ ਆਪਾਂ ਨੂੰ ਜਿਹੜਾ ਹੈਗਾ, ਗੁਰੂ ਤਾਂ ਗਿਆਨ ਦੇ ਰਿਹਾ। ਹੁਣ ਇਹਦੇ ਬਾਅਦ ਬਾਲ ਤਾਂ ਆਪਣੇ ਕੋਰਟ 'ਚ ਆ ਗੁਰਕੀ ਸਾਹਿਬ, ਬਾਲ ਤਾਂ ਇਨਸਾਨ ਦੇ ਕੋਰਟ ਦੇ ਵਿੱਚ ਹੈਗੀ ਆ ਵੀ ਆਪਣਾ ਕਾਰ ਸਵਾਰਨਾ ਹੈ ਤੇ ਨਹੀਂ ਸਵਾਰਨਾ। ਦੇਖੋ ਹਾਲੇ ਵੀ ਆਪਸ਼ਨ ਤਾਂ ਇਹ ਜੋ ਆਪਾਂ ਜੇ ਵਿਚਾਰ ਕਰ ਰਹੇ ਹਾਂ, ਗੁਰੂ ਕਬੀਰ ਸਾਹਿਬ ਬੋਲ ਰਹੇ ਆ ਤੇ ਕਬੀਰ ਸਾਹਿਬ ਬੋਲ ਰਹੇ ਤੇ ਆਪਣੀ ਮਰਜ਼ੀ ਆ, ਆਪਾਂ ਇਹਨੂੰ ਐਕਸੈਪਟ ਕਰੀਏ, ਆਪਣੇ ਅੰਦਰ ਲਾਗੂ ਕਰੀਏ ਕਿ ਨਾ ਕਰੀਏ। ਇਹ ਤਾਂ ਹਾਲੇ ਬਾਲ ਤਾਂ ਆਪਣੇ ਕੋਰਟ 'ਚ ਹੀ ਹੈਗੀ ਆ। ਹਾਂਜੀ ਵੀਰ ਜੀ। ਇਹਦੇ ਵਿੱਚ ਨਿੱਜਾ ਸਾਹਿਬ ਕੋਈ ਵੀ ਕੁਦਰਤ ਵੈਸੇ ਇਨਸਾਨ ਨੂੰ ਕੁਛ ਕਹਿੰਦੀ ਥੋੜੀ। ਨਿੱਜਾ ਸਾਹਿਬ ਇਹ ਇਨਸਾਨ ਦੀ ਆਪਣੀ ਮਰਜ਼ੀ ਆ, ਉਹਨੇ ਐਕਸੈਪਟ ਕਰਨਾ ਜਾਂ ਨਹੀਂ ਕਰਨਾ, ਉਹ ਜੀਵ ਦੀ ਆਪਣੀ ਮਰਜ਼ੀ। ਜੀਵ ਦੀ ਇੱਛਾਵਾਂ ਹੁੰਦੀਆਂ ਨੇ, ਜੇ ਕਾਮਨਾਵਾਂ ਹੈਗੀਆਂ ਨਿੱਜਾ ਸਾਹਿਬ ਫਿਰ ਤੇ ਐਕਸੈਪਟ ਕਰਨਾ ਥੋੜਾ ਔਖਾ। ਤੇ ਜਦੋਂ ਥੋੜਾ ਜਿਹਾ ਆਪਾਂ ਵਿਵੇਕ ਤੋਂ ਕੰਮ ਲੈਂਦੇ ਹਾਂ, ਸੰਗਤ ਕਰੀ ਜਾਂਦੇ ਹਾਂ, ਪਰ ਸੰਗਤ 'ਚ ਬਹੁਤ ਦਮ ਜੇ। ਆਪ ਜਸਟ ਦੇਖੋ, ਪਾਣੀ ਧਾਰਾ ਇੰਨੀ ਨਿਰਮਲ ਹੁੰਦੀ ਹੈ, ਬਿਲਕੁਲ ਹੀ ਪਾਣੀ ਦੀ ਧਾਰਾ ਤੇ ਬੜੇ ਵੱਡੇ ਪੱਥਰਾਂ ਨੂੰ ਕੱਟ ਦਿੰਦੀ ਹੈ। ਇਸੇ ਤਰ੍ਹਾਂ ਜਦੋਂ ਆਪਾਂ ਸੰਗਤ ਕਰਦੇ ਹਾਂ, ਹਰ ਦਿਨ ਸੰਗਤ ਕਰਦੇ ਹਾਂ, ਉਹ ਗੁਰਮੁਖਾਂ ਦੀ, ਬ੍ਰਹਮ ਗਿਆਨੀਆਂ ਦੀ ਸੰਗਤ ਕਰ ਰਹੇ ਹਾਂ, ਆਪਾਂ ਹਰ ਦਿਨ ਪੜ੍ਹਦੇ ਹਾਂ, ਔਰ ਸਾਨੂੰ ਵੀ ਗਿਆਨ ਪ੍ਰਾਪਤ ਹੁੰਦਾ ਹੈ। ਔਰ ਤੁਹਾਨੂੰ ਦੱਸਣ ਦੇ ਨਾਲ ਤੁਹਾਡਾ ਵੀ ਭਲਾ, ਨਾਲ ਸਾਡਾ ਵੀ ਭਲਾ। ਬਹੁਤ ਜ਼ਿਆਦਾ, ਸਾਡਾ ਤਾਂ ਬਹੁਤ, ਮੇਰਾ ਤਾਂ ਬਹੁਤ ਜ਼ਿਆਦਾ ਵੀਰ ਜੀ, ਬਹੁਤ ਜ਼ਿਆਦਾ। ਇਹ ਤਾਂ ਬਿਲਕੁਲ ਸਾਡੇ ਸਵਾਸ ਵੀ ਉੱਥੇ ਲਿਖੇ ਲੱਗ ਰਹੇ ਨੇ। ਔਰ ਸਾਰਾ ਦਿਨ ਮੈਂ ਉੱਡਿਆ ਫਿਰਦਾ, ਭਾਵੇਂ ਮੈਂ ਕੁਛ ਵੀ ਨਹੀਂ ਭਗਤੀ ਕੀਤੀ, ਮੈਨੂੰ ਕਿਤੇ ਕੀਤਾ ਨਹੀਂ, ਪਰ ਮੇਰੇ ਦੀ ਤਾਂ ਬਹੁਤ ਵੱਡੀ ਗੱਲ ਹੈ ਨਾ। ਮਾਣ ਹੁੰਦਾ ਕਿ ਅਸੀਂ ਕੁਛ ਤੇ ਚੰਗਾ ਕੰਮ ਕਰ ਰਹੇ ਹਾਂ। ਨਾ ਤੁਸੀਂ ਮੈਨੂੰ ਜਾਣੋ, ਨਾ ਨਿੱਜਰ ਸਾਹਿਬ ਨੂੰ ਜਾਣੋ, ਅਸੀਂ ਕਿੱਥੋਂ ਦੇ ਆ, ਨਾ ਕਿਤੇ ਮਿਲੇ ਨਾ ਗਿਲੇ। ਆਪ ਪਰਮਾਤਮਾ ਦੇ ਸਬੱਬ ਬਣਿਆ ਨਿੱਜਰ ਸਾਹਿਬ। ਬਿਲਕੁਲ ਮਾਲਕ ਪਰਮਾਤਮਾ ਦੀ ਮਿਹਰ ਹੈ ਜੀ। ਬਿਲਕੁਲ। ਹਾਂ, ਇੱਕ ਮਾਈ ਦਾ ਫੋਨ ਆਇਆ ਸੀ, ਕਹਿੰਦੀ ਪੁੱਤਰ ਸਾਡਾ ਧਿਆਨ ਰਹਿੰਦਾ ਕਿ ਕਦੋਂ 8 ਵਜਣ, ਸਾਰਾ ਦਿਨ ਅੰਦਰ ਰਹਿੰਦਾ ਕਿ ਸੰਗਤ ਕਰਨੀ ਆ, ਇੱਕ ਜ਼ਿੰਦਗੀ ਦਾ ਹਿੱਸਾ ਬਣ ਚੁੱਕਿਆ। ਜਿੱਦਾਂ ਦਵਾਈ ਖਾਈਦੀ ਹੈ ਨਾ, ਉਸੇ ਤਰ੍ਹਾਂ ਸਾਡਾ ਇੱਕ ਜ਼ਿੰਦਗੀ ਦੀ ਰੂਟੀਨ ਬਣ ਚੁੱਕੀ ਹੈ ਕਿ ਸਾਨੂੰ ਉਹ ਪਰਮਾਤਮਾ ਦੀ ਬਾਣੀ ਦੀ ਪ੍ਰਾਪਤ ਚਾਹੀਦੀ, ਔਰ ਉਹ ਮਿਲਦੀ ਪਈ। ਔਰ ਸਾਡੇ ਜੀਵਨ 'ਚ ਬੜਾ ਸਕੂਨ ਆ, ਔਰ ਸਾਡੇ ਮਸਲੇ ਹੱਲ ਹੋ ਗਏ।
ਜ਼ਿੰਦਗੀ ਉਲਝੀ ਪਈ ਸੀ, ਸੁਲਝ ਗਈ ਆ। ਔਰ ਤੁਸੀਂ ਵੀ ਦੇਖੋ ਕਿ ਤੁਹਾਡੇ ਅੰਦਰ ਸਭ ਕੁਝ ਸੁਲਝ ਜਾਣਾ, ਕਿਉਂਕਿ ਪ੍ਰਮਾਤਮਾ ਦਾ ਨਾਮ ਬੜਾ ਪਾਰੋ, ਉਹ ਹਾਲਤ ਤੇ ਪਲਤ ਦੋਨੋਂ ਹੀ ਸਵਾਰਦਾ। ਹਾਂਜੀ ਨਿਜਰ ਸਾਹਿਬ ਅੱਗੇ ਕਹਿ ਰਹੇ, ਕਹਿੰਦੇ ਕਿਰਤ ਕੀ ਬਾਂਦੀ ਸਭ ਫਿਰੈ ਦੇਖੋ ਵਿਚਾਰੀ, ਕਹਿੰਦੇ ਵਿਚਾਰ ਲਾ ਭਾਈ, ਹਾਲੇ ਵੀ ਵਿਚਾਰ ਲਾ, ਦੇਖ ਸਾਰੀ ਸ੍ਰਿਸ਼ਟੀ, ਸਾਰੀ ਦੁਨੀਆ ਜਿਹੜੀ, ਸਾਰੇ ਇਨਸਾਨ ਜਿਹੜੇ ਹੈਗੇ, ਕਿਰਤ ਹੈਗੀ, ਪਿਛਲੀ ਕਮਾਈ ਜੋ ਕੀਤੀ ਹੋਈ ਆ, ਸੰਸਕਾਰ ਜਿਹੜੇ ਹੈਗੇ, ਉਹ ਜਿਹੜੀ ਹੈਗੀ ਆ, ਤ੍ਰਿਸ਼ਨਾ ਦੀ ਗੋਨ ਜਿਹੜੀ ਹੈਗੀ, ਉਹਦੇ ਹਿਸਾਬ ਦੇ ਨਾਲ ਸਾਰੀ ਸ੍ਰਿਸ਼ਟੀ ਗਤੀ ਕਰੀ ਜਾ ਰਹੀ ਹੈ। ਤੂੰ ਵਿਚਾਰ ਲਾ ਆਪਣੇ ਅੰਦਰ, ਦੇਖੋ ਵਿਚਾਰੀ, ਇਸ ਨੂੰ ਕਿਆ ਆਖੀਏ ਕਿਆ ਕਰੇ ਵਿਚਾਰੀ। ਕਹਿੰਦੇ ਮਾਲਕਾ ਤੇਰੀ ਕਿਰਤ ਬੜੀ ਔਖੀ ਆ, ਕੀ ਕਹੀਏ ਹੁਣ ਕਿ ਇਹ ਵਿਚਾਰਾ ਇਨਸਾਨ ਵੀ ਕੀ ਕਰ ਸਕਦਾ ਹੈ, ਕਿ ਇੰਨਾ ਜ਼ਬਰਦਸਤ ਖੇਡ ਹੈਗੀ ਤੇਰੀ, ਇਹ ਖੇਡ ਬਹੁਤ ਔਖੀ ਹੈ ਮਾਲਕਾ, ਮਿਹਰ ਕਰ, ਤੂੰ ਹੀ ਮਿਹਰ ਕਰ। ਕਿਰਤ ਕੀ ਬਾਂਦੀ ਸਭ ਫਿਰੈ ਦੇਖੋ ਵਿਚਾਰੀ, ਇਸ ਨੂੰ ਕਿਆ ਆਖੀਏ ਕਿਆ ਕਰੇ ਵਿਚਾਰੀ। ਹਾਂਜੀ ਵੀਰ ਉੱਤੇ ਉੱਪਰ ਵਿਚਾਰੀ ਲਿਖਤਾ, ਥੱਲੇ ਵਿਚਾਰੀ ਲਿਖਤਾ ਹੈ। ਕਹਿੰਦੇ ਵੀ ਇਹ ਵਿਚਾਰਾ ਕੀ ਕਰ ਸਕਦਾ ਹੈ। ਆਖਰੀ ਦੇ ਵਿੱਚ ਦੇਖੋ ਮਹਾਰਾਜ ਕਹਿੰਦੇ ਜੀਵ ਵਿਚਾਰੇ ਕੀ ਕਰ ਸਕਦੇ ਆ, ਤੇਰੀ ਮਿਹਰ ਚਾਹੀਦੀ। ਹਾਂਜੀ ਵੀਰ ਬਿਲਕੁਲ ਠੀਕ ਹੈ ਜੀ। ਉਹ ਕਹਿੰਦੇ ਆ ਕਿ ਹੁਣ ਕਿਰਤ ਆ, ਕਿਰਤ ਤੁਹਾਨੂੰ ਪਤਾ ਹੀ ਹੈ ਕਰਮਾਂ ਦੇ ਨਾਲ ਆਪਾਂ ਵੱਜਦੇ ਹਾਂ। ਕੋਈ ਵੀ ਜੀਵ ਨੂੰ ਜਦੋਂ ਬੰਨਣਾ ਹੈ ਨਾ, ਉਹ ਕਰਮ ਹੀ ਆ। ਬਾਣੀ ਚ ਵੀ ਲਿਖਿਆ ਹੈ ਕਿ ਨਹੀਂ ਲਿਖਿਆ ਮੈਨੂੰ ਪਤਾ ਨਹੀਂ, ਕਹਿੰਦੇ ਜੈਸਾ ਕਰਮ ਕਰੇ ਇਨਸਾਨ ਤੈਸਾ ਫਲ ਦੇਵੇ ਭਗਵਾਨ। ਹਾਂ, ਉਹ ਖੇਤ ਸਰੀਰ ਜੋ ਬੀਜੇ ਸੋ ਅੰਤ ਖਲੋਇਆ ਆਏ। ਫਿਰ ਬਾਣੀ ਕਹਿੰਦੀ ਹੈ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਕਿਰਤ ਕਰਮ ਜੋ ਕੀਤੇ ਹੈਗੇ ਕਰਮ, ਉਹਨਾਂ ਦੇ ਨਾਲ ਵਿਛੜੇ ਆ। ਹਾਂਜੀ ਵੀਰ ਹੁਣ ਜਿੱਦਾਂ ਦਾ ਸਮਾਨ ਆ, ਮੇਰੇ ਕੋਲ ਰੁਪਈਆ 10 ਹੈ ਤੇ ਤਾਂ ਦੀ ਵਸਤੂ ਮਿਲ ਜਾਣੀ ਆ। ਮੇਰੇ ਕੋਲ ਰੁਪਈਆ ਲੱਖ ਆ ਤੇ ਮੈਂ ਲੱਖ ਦੀ ਵਸਤੂ ਖਰੀਦ ਸਕਦਾ। ਮੇਰੇ ਕੋਲ ਰੁਪਈਆ ਕਰੋੜ ਆ ਤੇ ਮੇਰੇ ਕੋਲ ਕਾਫੀ ਆਪਸ਼ਨ ਹੈ। ਹੁਣ ਤੁਸੀਂ ਕਿੱਦਾਂ ਦਾ ਸਮਾਂ ਇਨਵੈਸਟਮੈਂਟ ਕੀਤਾ ਹੈ ਤੇ ਕਿੰਨਾ ਕੇ ਸਮੇਂ ਤੇ ਲਾਇਆ, ਤੇ ਉਸ ਹਿਸਾਬ ਨਾਲ ਹੀ ਤੁਹਾਨੂੰ ਉਹਦੀ ਵਸਤੂ ਦੀ ਪ੍ਰਾਪਤੀ ਹੋ। ਠੀਕ ਹੈ ਨਿਜਰ ਸਾਹਿਬ। ਤੇ ਇਹ ਅਗਲੀ ਤੁਕ ਬੋਲੀਏ। ਭਈ ਨਿਰਾਸੀ ਇਹ ਕਿ ਉੱਪਰ ਵਾਲੀ ਬੋਲਾਂ? ਨਹੀਂ, ਜਿਹੜੀ ਮਰਜ਼ੀ ਉਤਲੀ ਮੈਨੂੰ ਥੋੜੀ ਹੋ ਗਈ ਕਲੀਅਰ ਕਿ ਰਹੀ ਥੋੜੀ? ਨਹੀਂ ਹੋ ਗਈ ਕਲੀਅਰ, ਉਹ ਤਾਂ ਬਿਲਕੁਲ ਕਲੀਅਰ ਹੋ ਗਈ। ਹੁਣ ਆਖਰੀ ਤੁਕ ਬੋਲਦੇ ਹਾਂ। ਭਈ ਨਿਰਾਸੀ ਉੱਠ ਚੱਲੀ ਚਿੱਤ ਬੰਧੇ ਨਾ ਧੀਰਾ। ਕਹਿੰਦੇ ਨਹੀਂ, ਫਿਰ ਜਿਹੜਾ ਹੈਗਾ ਜਿਨ੍ਹਾਂ ਨੇ ਗਏ ਬ੍ਰਹਮ ਗਿਆਨ ਨੂੰ ਨਹੀਂ ਵਿਚਾਰਿਆ, ਨਹੀਂ ਇਸ ਪਾਸੇ ਜਿਹੜੇ ਹੈਗੇ ਲੱਗੇ, ਤੇ ਫਿਰ ਨਿਰਾਸ਼ ਹੋ ਕੇ ਜਿਹੜੇ ਹੈਗੇ ਉੱਠ ਕੇ ਚਲੇ ਗਏ, ਔਰ ਧੀਰਜ ਨਹੀਂ ਮਿਲਣਾ ਉਹਨੂੰ। ਉਹਨੇ ਇਸ ਤਰ੍ਹਾਂ ਹੀ ਜਿਹੜਾ ਹੈਗਾ ਇਹ ਜਨਮ ਮਰਨ ਦੇ ਗੇੜੇ 'ਚ ਪਿਆ ਰਹਿਣਾ ਹੈ। ਪਈ ਨਿਰਾਸੀ ਉੱਠ ਚੱਲੀ ਚਿੱਤ ਬੰਧੇ ਨਾ ਧੀਰਾ। ਚਿੱਤ ਜਿਹੜਾ ਹੈਗਾ ਨਹੀਂ ਰੁਕਿਆ, ਵਿਚਾਰ ਨਹੀਂ ਬੰਦ ਹੋਏ ਉਹਦੇ ਭਾਈ, ਧੀਰਜ ਨਹੀਂ ਆਇਆ। ਇਸ ਕਰਕੇ ਹਰ ਕੀ ਚਰਣੀ ਲਾਗ ਰਹੋ ਭਜ ਸਰਣ ਕਬੀਰਾ। ਹੇ ਕਬੀਰ, ਹੇ ਮੇਰੇ ਮਨਾ, ਪਰਮੇਸ਼ਰ ਦੇ ਚਰਨਾਂ ਦੇ ਨਾਲ ਲੱਗਿਆ ਰਹਿ, ਧਿਆਨ ਸਿਮਰਨ ਕਰਦੇ ਰਹਿ, ਭਜਨ ਕਰਦੇ ਰਹਿ। ਹਰ ਕੀ ਚਰਣੀ ਲਾਗ ਰਹੋ ਭਜ ਸਰਣ ਕਬੀਰਾ। ਪਰਮਾਤਮਾ ਦੀ ਸ਼ਰਨ ਦੇ ਵਿੱਚ ਰਹਿ, ਮਾਲਕ ਦੇ ਪਰਣੇ ਹੋ ਕੇ, ਮਾਲਕ ਦੇ ਅੱਗੇ ਫਲੈਟ ਹੋ ਕੇ, ਪਰਮਾਤਮਾ ਦੇ ਅੱਗੇ ਬੇਨਤੀਆਂ ਕਰਕੇ ਜਿਹੜਾ ਹੈਗਾ ਧਿਆਨ ਸਿਮਰਨ ਕਰੀ ਜਾ, ਤਾਂ ਤੂੰ ਇਸ ਸੰਸਾਰ ਤੇ ਇਸ ਗੇਮ ਨੂੰ ਜਿੱਤ ਸਕੇਗਾ। ਹਾਂਜੀ ਵੀਰ ਜੀ। ਹਾਂਜੀ, ਕਬੀਰ ਜੀ ਇੱਥੇ ਕਲੋਜ਼ ਕਰ ਰਹੇ ਨੇ। ਉੱਪਰ ਬੜਾ ਚੰਗੀ ਤਰ੍ਹਾਂ ਸਮਝਾਇਆ ਹੈ। ਕਹਿੰਦੇ ਨਿਰਾਸ਼ ਹੋ ਜਾਣਾ, ਕਿਉਂਕਿ ਜਿਹੜਾ ਤੈਨੂੰ ਜਗਤ ਮਿੱਠਾ ਲੱਗ ਰਿਹਾ ਨਾ, ਇਹਦਾ ਸਵਾਦ ਬੜਾ ਵੱਖ-ਵੱਖ ਹੈ। ਉਹ ਕਹਾਣੀ ਨੀ ਸੁਣੀ ਲੂੰਬੜੀ ਤੇ ਖੱਟੇ ਅੰਗੂਰ? ਟਪੂਸੀਆਂ ਮਾਰਦੇ ਰਹਿੰਦੇ ਆਪਾਂ ਸਾਰੀ ਜ਼ਿੰਦਗੀ, ਟਪੂਸੀਆਂ ਮਾਰਦੇ ਹਾਂ। ਮੈਂ ਵੀ ਤਾਂ ਮਾਰਨ ਦਿਆਂ, ਪਰ ਇੱਕ ਸਮਾਂ ਆਊਗਾ ਮੈਂ ਕਹਿਣਾ ਇਹ ਅੰਗੂਰ ਬਹੁਤ ਖੱਟੇ ਆ। ਇਹ ਕਿੰਨੇ ਨਿਰਾਸ਼ ਹੋ ਜਾਣਾ ਵਾ ਕੱਲ ਨੂੰ ਕਿਤੇ ਟਪੂਸੀਆਂ ਮਾਰਦੇ ਜੇ ਨਾ ਆਪਾਂ। ਕਹਿੰਦੇ ਉਹ ਚੰਗੀ ਚੀਜ਼ ਨਹੀਂ ਆ, ਕਿਉਂਕਿ ਇਹਦੇ ਵਿੱਚ ਤੈਨੂੰ ਜਿਹੜੀ ਚੀਜ਼ ਦੇ ਵਿੱਚ ਤੂੰ ਲੱਭ ਰਿਹਾ ਉੱਥੇ ਉਹ ਹੈ ਨਹੀਂ ਆ। ਔਰ ਇਹ ਚੀਜ਼ ਦਾ ਤੈਨੂੰ ਗਿਆਨ ਹੋਣਾ ਚਾਹੀਦਾ। ਜਿਹੜੀਆਂ ਚੀਜ਼ਾਂ ਤੇਰੇ ਕੋਲ ਅੱਜ ਹੈਗੀਆਂ ਨੇ, ਇਹ ਚੀਜ਼ਾਂ ਤਾਂ ਅੱਜ ਤੋਂ 10-15 ਸਾਲ ਤੇਰੇ ਕੋਲ ਪਹਿਲਾਂ ਹੈ ਨਹੀਂ ਸੀ। ਉਦੋਂ ਤੇਰੇ ਮਨ 'ਚ ਸ਼ਾਇਦ ਇੱਥੇ ਸੋ ਗਿਆ, ਪਰ ਇਹ ਤੇ ਮਿਰਗ ਸਿੱਖਣਾ ਹੈ। ਇਹ ਤੈਨੂੰ ਮੁਸ਼ਕਿਲ ਹੋ ਜਾਏਗੀ। ਕਹਿੰਦੇ ਹਰ ਕੀ ਕਰਨੀ ਲਾਗ ਰਹੋ ਭਜੋ ਸਰਣ ਕਬੀਰਾ। ਆਹ ਤਾਂ ਕਹਿੰਦੇ ਇੱਕ ਚਾਂਸ ਹੈਗਾ ਕਿ ਤੂੰ ਪ੍ਰਮਾਤਮਾ ਦੇ ਚਰਨਾਂ 'ਚ ਲੱਗਾ ਰਹੇ, ਕੋਸ਼ਿਸ਼ ਕਰਦਾ ਰਹੇ, ਬੰਦਗੀ ਕਰਦਾ ਰਹੇ। ਹਾਂਜੀ, ਭਜਨ ਕਰਦਾ ਰਹੇ, ਬਸ ਮਾਲਕ ਦੀ ਸ਼ਰਨ 'ਚ ਪਿਆ ਰਹੇ। ਬਸ ਆਹੀ ਸ਼ਰਨ 'ਚ ਬਈ ਗੁਰ ਕਰਤ ਸ਼ਰਨ ਜੇ ਆਵੇ ਪ੍ਰਵਾਏ ਮਿਲੇ ਖਿੰ ਢੀਲ ਨਾ ਪਈ ਆ। ਕਹਿੰਦੇ ਜੇ ਬਸ ਬੰਦਗੀ ਕਰਨਾ ਹੀ ਹੈਗਾ, ਜਿਹਦੀ ਬੰਦਗੀ ਕਰ ਰਹੇ ਹਾਂ ਆਪਾਂ, ਉਹਦੀ ਸ਼ਰਨ 'ਚ ਆ ਆਪਾਂ ਭਾਈ, ਉਹਦੇ ਅੱਗੇ ਉਹਦੀ ਜ਼ਿੰਮੇਵਾਰੀ ਹੈਗੀ। ਹਾਂਜੀ ਵੀਰ ਜੀ, ਬਿਲਕੁਲ ਠੀਕ ਹੈ। ਉਹਦੀ ਬੰਦਗੀ ਕਰਨਾ ਹੀ ਉਹਦੀ ਸ਼ਰਨ ਵਿੱਚ ਹੈ। ਹਾਂ, ਤੇ ਹੁਣ ਜਿਹੜਾ ਵਾਸਨਾਵਾਂ ਤੋਂ ਮੁਕਤ ਹੋਣਾ ਹੈ, ਕਾਮਨਾਵਾਂ ਤੋਂ ਮੁਕਤ ਹੋਣਾ ਹੈ, ਉਹ ਮੁਕਤ ਹੋਣਾ ਹੈ, ਮਤਲਬ ਕਿ ਵਿਚਾਰਾਂ ਤੋਂ ਮੁਕਤ ਹੋਣਾ ਹੈ। ਹਾਂ,
ਤੁਸੀਂ ਵਿਚਾਰ ਮੁਕਤ ਹੋ ਗਏ ਤੇ ਫਿਰ ਤੁਹਾਡੀ ਕਾਮਨਾਵਾਂ, ਵਾਸਨਾਵਾਂ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਕੁਝ ਨਹੀਂ ਤੁਹਾਡੇ ਅੰਦਰ ਰਹਿ ਜਾਣਾ। ਉਸ ਵਿਚਾਰਾਂ ਦਾ ਤੇ ਸਾਰਾ ਖੇਲ ਆ। ਇਹ ਵਿਚਾਰ ਸ਼ਾਂਤ ਉਹਨਾਂ ਚਿਰ ਤੱਕ ਨਹੀਂ ਹੋਣੇ ਜਿੰਨਾ ਚਿਰ ਤੱਕ ਸੰਸਕਾਰ ਨੇ। ਫਿਰ ਭਗਤੀ ਦੇ ਨਾਲ ਹੌਲੀ ਹੌਲੀ ਸੰਸਕਾਰ ਘਟਦੇ ਜਾਣੇ ਆ ਤੇ ਸੰਸਕਾਰਾਂ ਦੇ ਘਟਣ ਦੇ ਨਾਲ ਤੁਹਾਡੇ ਵਿਚਾਰ ਵੀ ਘਟਦੇ ਜਾਣੇ। ਬਿਲਕੁਲ ਸਹੀ ਗੱਲ ਹੈ। ਵਿਚਾਰ ਹੈ ਹੀ ਪਾਸਟ ਦੇ ਵਿਚਾਰ ਆ ਸਾਰੇ ਦੇ ਸਾਰੇ। ਹਾਂ, ਔਰ ਚਿੱਤ ਦੇ ਵਿੱਚ ਉਹ ਕਹਿੰਦੇ ਨਾ ਕਬੀਰ ਜੀ ਨੇ ਤਰੰਗਾਂ ਪੈਦਾ ਹੋ ਰਹੀਆਂ, ਉਹ ਤਰੰਗਾਂ ਤੇ ਵਿਚਾਰ ਹੀ ਹੈਗੇ। ਉਹ ਇੱਕ ਸਮਾਂ ਆਊਗਾ ਤਰੰਗਾਂ ਖਤਮ ਹੋ ਜਾਣੀਆਂ, ਫਿਰ ਚਿੱਤ ਹੀ ਨਹੀਂ ਹੈਗਾ। ਹਿਸਾਬ ਕਦਾ ਕਰਨਾ ਹੈ? ਚਿੱਤਰ ਗੁਪਤ ਨੂੰ ਚਿੱਤ ਕਹਿ ਗਿਆ। ਚਿੱਤ ਕੋ ਕੋਈ ਖਾਤਾ ਖੁੱਤੇ ਨਹੀਂ ਹੈਗਾ, ਤੁਹਾਡਾ ਅਕਾਊਂਟ ਕਲੋਜ਼ ਹੋ ਜਾਏਗਾ। ਉਹ ਕਹਿੰਦੇ ਕਿ ਹਰ ਦੇ ਚਰਨਾਂ 'ਚ ਲੱਗੇ ਰਹੋ। ਬਸ ਉਹ ਆਪਣੇ ਆਪ ਹੀ ਉਹ ਲੀਕਾਂ ਮਾਰੀ ਜਾਂਦਾ, ਫਾਈਲਾਂ ਪਾੜ ਕੇ ਸਾਰੀਆਂ ਸੁੱਟ ਦਿੰਦਾ। ਬਾਅਦ ਦੇ ਵਿੱਚ ਤੁਹਾਨੂੰ ਨਿੱਲ ਕਰਕੇ ਖਾਤਾ ਕਹਿੰਦਾ ਜਾ ਬਈ ਭਗਤਾ ਨਜ਼ਾਰੇ ਲੈ, ਆ ਜਾ ਵਾਪਸ। ਔਰ ਜਿੰਦੇ ਜੀ ਹੋਣਾ ਪੈਂਦਾ, ਜੇ ਮਰਨ ਤੋਂ ਬਾਅਦ ਨਹੀਂ ਜੇ ਕੋਈ ਜਾਂਦਾ। ਲੋਕੀ ਵਹਿਮ ਪਾਈ ਜਾਂਦੇ ਤੁਹਾਨੂੰ, ਮਰਨ ਤੋਂ ਬਾਅਦ ਤੇ ਕੋਈ ਨਹੀਂ ਜਾਂਦਾ। ਜਿਉਂਦੇ ਜੀ ਜਾਣਾ ਪਊਗਾ। ਇਹ ਗ੍ਰੰਥ ਜਿਨ੍ਹਾਂ ਨੇ ਲਿਖੇ ਸਾਰੇ ਜਿੰਦਾ ਹੀ ਸੀ। ਇਹ ਨਹੀਂ ਕਿ ਮਰਨ ਤੋਂ ਬਾਅਦ ਉਹ ਬਾਣੀ ਦਾ ਉਚਾਰਨ ਕਰਨਾ ਹੈ, ਜਿਉਂਦੇ ਕਰਕੇ ਗਏ। ਤੇ ਅਸੀਂ ਵੀ ਜੇ ਸਿਆਣੇ ਹੋਈਏ, ਬੜੀ ਬੁੱਧੀ ਰੱਖਦੇ ਹੋਈਏ, ਸਾਨੂੰ ਵੀ ਉਸ ਚੀਜ਼ ਨੂੰ ਜਿਉਂਦੇ ਜੀ ਹੀ ਪ੍ਰਾਪਤ ਕਰਨਾ ਚਾਹੀਦਾ ਹੈ, ਨਾ ਕਿ ਕਿਸੇ ਦੀਆਂ ਫੋਕੀਆਂ ਗੱਪਾਂ, ਝੂਠੇ ਵਹਿਮਾਂ, ਝੂਠੇ ਭਰਮਾਂ 'ਚ ਵਿਸ਼ਵਾਸ ਕਰਨਾ ਚਾਹੀਦਾ ਹੈ। ਕਿਉਂਕਿ ਸਰੀਰ ਸਾਡਾ ਹੈ, ਜੀਵਨ ਸਾਡਾ ਹੈ। ਜੇਕਰ ਅਸੀਂ ਇਹ ਸੋਚਦੇ ਹਾਂ ਤੇ ਫਿਰ ਇੱਕ ਨਾ ਇੱਕ ਦਿਨ ਅਸੀਂ ਜ਼ਰੂਰ ਮੰਜ਼ਿਲ ਤੇ ਪਹੁੰਚਦੇ ਹਾਂ। ਤੇ ਜਦੋਂ ਆਪਾਂ ਬਲਾਈਂਡ ਫੇਥ ਕਰਦੇ ਹਾਂ, ਅੰਧ ਵਿਸ਼ਵਾਸ ਕਰਦੇ ਹਾਂ, ਤੇ ਫਿਰ ਬਹੁਤ ਮੁਸ਼ਕਿਲ ਹੈ, ਫਿਰ ਕਾਫੀ ਮੁਸ਼ਕਿਲ। ਅੱਜ ਦੇ ਵਿਚਾਰ ਇੱਥੇ ਸਮਾਪਤ ਕਰੀਏ। ਹਾਂਜੀ, ਬਹੁਤ ਵਧੀਆ, ਬਹੁਤ ਵਧੀਆ।